ਹਾਜ਼ਰੀ ਆ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਗੱਲਾਂ ਬਾਤਾਂ ਦੇ ਵਿੱਚੋਂ ਅਸੀਂ ਕੁਝ ਖਬਰਾਂ ਦੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਖਬਰਾਂ ਵੀ ਨਿੱਤ ਇੱਦਾਂ ਬਦਲਦੀਆਂ ਨੇ ਜਿੱਦਾਂ ਪਤਾ ਨਹੀਂ ਕਿਹੜੀ ਸ਼ੈ ਕਹਿੰਦੇ ਹੁੰਦੇ ਰੰਗ ਬਦਲਦੀ ਆ। ਚਲੋ ਅੱਜ ਵੀ ਕੀ ਕੁਝ ਹੋਇਆ ਵਾਪਰਿਆ ਉਹ ਸਾਰੇ ਕੁਝ ਦੀ ਗੱਲ ਕਰਾਂਗੇ ਤੇ ਇੰਨਾ ਜ਼ਰੂਰ ਆ ਵੀ ਅੱਜ ਦੀਆਂ ਗੱਲਾਂ ਬਾਤਾਂ ਦੇ ਵਿੱਚੋਂ ਹੌਲੀ ਹੌਲੀ ਹੁਣ ਪਿਕਚਰ ਕਲੀਅਰ ਹੋਣ ਲੱਗ ਪਈ ਵੀ ਕਿਹੜੇ ਕਿਹੜੇ ਖਾੜੇ 'ਚ ਕਿਹੜਾ ਕਿਹੜਾ ਭਲਵਾਨ ਆ, ਕਿੰਨੇ ਕਿੰਨੇ ਥਾਪੀ ਮਾਰ ਲਈ ਆ ਤੇ ਕਿਹੜਾ ਕਿਹੜਾ ਹੁਣ ਜਾਪਦਾ ਵੀ ਇਸ ਵਕਤ ਕਹਿੰਦਾ ਵੀ ਪਟਕੇ ਦੀ ਕੁਸ਼ਤੀ ਮੇਰੀ। ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਠੀਕ ਠਾਕ, ਆਪਣਾ ਸੁਣਾਓ। ਆ ਕਿਰਪਾ ਮੌਜਾਂ ਤੁਹਾਡੇ ਰਾਜ ਪ੍ਰਵਾਹ ਨਹੀਂ ਕਰੀ ਦੀ, ਪਤਾ ਵੀ ਬੰਦੇ ਨਾਲ ਹੈਗੇ ਜੇ 4 ਵਜੀਆਂ 2 ਤੇ ਖਾਣਗੇ ਵਿੱਚੋਂ। ਨਹੀਂ ਠੀਕ ਹੈ, ਲੋਕ ਰਾਜ ਵੋਟਾਂ ਦੇ ਨੇੜੇ ਐਂ ਕਹਿੰਦੇ ਹੁੰਦੇ ਸਾਰੇ ਵੀ ਲੋਕਾਂ ਦਾ ਰਾਜ ਹੈ, ਵੀ ਸਾਡਾ ਰਾਜ ਹੈ। ਤੁਸੀਂ ਇਹ ਦੇਖੋ ਵੀ ਸਾਂਝ ਤੁਹਾਡੀ ਕਿੱਥੇ ਪਵਾਈ। ਹਾਂ ਨਹੀਂ, ਇਹ 'ਚ ਕੋਈ ਦੋ ਰਾਏ ਨਹੀਂ ਮਹਾਰਾਜ। ਕੋਈ ਰੇਤੇ ਵਾਲੀ ਟਰਾਲੀ 'ਚ ਨਹੀਂ ਪਾਈ, ਕੋਈ ਟਿੱਪਰ 'ਚ ਨਹੀਂ ਪਵਾਈ ਹੈ, ਕੋਈ ਕਿਸੇ ਟਰਾਂਸਪੋਰਟ 'ਚ ਹਿੱਸਾ ਨਹੀਂ ਪਵਾਇਆ। ਉਹ ਕਹਿੰਦੇ ਛੱਤਰਾਂ ਵਾਲੇ ਥਾਂ 'ਤੇ ਪਵਾਇਆ, ਕਹਿੰਦੇ 4 ਵਜੀਆਂ 2 ਬਾਠ ਦੀ। ਨਹੀਂ, ਆਮ ਤੌਰ ਦੇ ਉੱਤੇ ਇੱਦਾਂ ਹੀ ਹੁੰਦਾ। ਤੁਸੀਂ ਦੇਖ ਲਓ ਕਿੰਨੇ ਮੋਰਚੇ ਲੱਗੇ ਆ, ਕੀ ਕੁਛ ਨਹੀਂ ਹੋਇਆ। ਕਿਸੇ ਲੀਡਰ ਨੂੰ ਇੱਕ ਝਰੀਟ ਤੱਕ ਵੀ ਆਉਂਦੀ ਹੈ। ਹਾਂ, ਲੀਡਰਾਂ ਦੇ ਕਰਕੇ ਆਮ ਲੋਕ, ਉਹਨਾਂ ਦੇ ਵਰਕਰ ਜਿਹੜੇ ਆਪਸ ਦੇ ਵਿੱਚ ਲੜਦੇ ਆ, ਫਸਦੇ ਆ, ਕਤਲ ਵੀ ਹੋ ਜਾਂਦੇ ਆ, ਜ਼ਖਮੀ ਤਾਂ ਹੁੰਦੇ ਰਹਿੰਦੇ, ਪਰਚੀਆਂ ਪੁਰਚੀਆਂ ਦੇ ਵਿੱਚ ਫਸ ਜਾਂਦੇ ਆ। ਉਹਨਾਂ ਨੂੰ ਝਰੀਟਾਂ ਸਾਰੀਆਂ ਆਉਂਦੀਆਂ, ਪਰ ਲੀਡਰਾਂ ਨੂੰ ਕਦੇ ਝਰੀਟਾਂ ਨਹੀਂ ਆਉਂਦੀਆਂ। ਦੇਖੋ ਕਾਰਨ ਪਤਾ ਕੀ ਆ ਵਾਟ ਸਾਹਿਬ, ਜੇ ਲੀਡਰ ਨੂੰ ਝਰੀਟ ਆਉਣ ਲੱਗ ਪਈ ਫਿਰ ਤੇ ਖਤਮ ਹੋ ਜੂਗਾ ਨਾ ਕੰਮ। ਉਹਨੇ ਤਾਂ ਲੀਡ ਕਰਨਾ, ਇਸ ਕਰਕੇ ਉਹਨੂੰ ਨਹੀਂ ਕੁਝ ਵੀ ਹੋਣਾ ਚਾਹੀਦਾ। ਜਰਨੈਲ ਦਾ ਬਚਿਆ ਰਹਿਣਾ ਜ਼ਰੂਰੀ ਬਸ। ਇਸ ਕਰਕੇ ਜਿਹੜੇ ਮਗਰਲੇ ਸਪੋਰਟਰ ਹੁੰਦੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਆ ਵੀ ਵੀਰ ਮੇਰਿਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਕਿਸੇ ਪਾਸੇ ਲਾ ਲਓ, ਕਿਉਂਕਿ ਜੇ 5 ਸਾਲ ਸੈੱਟ ਹੋ ਗਿਆ ਤੇ ਫਿਰ ਹੀ ਆਪਣੀ ਸੁਣੀ ਜਾਣੀ ਹੈ। ਜੇ ਇਹ ਨਾ ਕਿਸੇ ਪਾਸੇ ਲੱਗਾ ਫਿਰ ਵੀ ਪਰਚੇ ਇੱਥੇ ਭਾਵੇਂ ਹੋਣ ਨਾ ਹੁਣ ਸਾਨੂੰ ਕਿਸੇ ਨਾ ਕਿਸੇ ਨੇ ਘੜੀਸ ਲੈਣਾ। ਮੈਂ ਸੰਧਾਲੀਆ ਸਾਹਿਬ ਇੱਕ ਗੱਲ 'ਤੇ ਬੜਾ ਹੈਰਾਨ ਆ। ਆਮ ਤੌਰ ਦੇ ਉੱਤੇ ਨਾ ਲੋਕ ਜਿਹੜੇ ਆ, ਆਮ ਲੋਕ ਉਹ ਕਹਿੰਦੇ ਹੁੰਦੇ ਨਹੀਂ ਜੀ ਅਸੀਂ ਤਾਂ ਆਹੀ ਦੰਦਾਂ 'ਤੇ ਫੇਰਨ ਵਾਲੀ ਪੇਸਟ ਵਰਤਦੇ ਹਾਂ, ਟੁੱਥਪੇਸਟ, ਅਸੀਂ ਆਹੀ ਸਾਬਣ ਵਰਤਦੇ ਹਾਂ, ਅਸੀਂ ਤਾਂ ਪੁਰਾਣਾ ਹੀ ਆਹ ਤੇਲ ਲਿਆਉਣੇ ਆ। ਆਟਾ ਅਸੀਂ ਉਸੇ ਹੀ ਖੇਤ ਦੇ ਵਿੱਚ ਕਣਕ ਬੀਜੀ ਦੀ, ਉਹ ਵਧੀਆ। ਉਸੇ ਖੇਤ ਦੀ ਕਣਕ ਦਾ ਆਟਾ ਅਸੀਂ ਜਿਹੜਾ ਉਹ ਕਰਕੇ ਚੰਗੀ ਤਰ੍ਹਾਂ ਪਸਾ ਕੇ ਤਾਂ ਉਹਦੀ ਹੀ ਵਰਤੋਂ ਕਰੀਦੀ ਆ। ਸਬਜ਼ੀ ਪਹਿਲਾਂ ਉਹ ਡੈਡੀ ਇਹ ਤਾਂ ਲਾਉਂਦਾ ਹੁੰਦਾ ਸੀ ਦੁਕਾਨ, ਉਸ ਤੋਂ ਬਾਅਦ ਹੁਣ ਇਹ ਲਾਉਂਦਾ ਹੀ ਦੁਕਾਨ। ਸਾਡਾ ਯਕੀਨ ਇਹਨਾਂ 'ਤੇ ਆ, ਜਾਣੀ ਕਿ ਹਰ ਇੱਕ ਚੀਜ਼ ਦੇ ਲਈ ਸਾਡਾ ਯਕੀਨ ਵੱਜਿਆ। ਡਾਕਟਰ ਅਸੀਂ ਐਸੇ ਦੇ ਹੀ ਚਾਹੀਦਾ, ਮੈਡੀਕਲ ਸਟੋਰ ਸਾਡਾ ਆਹੀ ਪੱਕਾ ਹੈ। ਜੇ ਕਿਤੇ ਵਰੇ ਸ਼ਮਾਹੀ ਸੈਨੇਟਰੀ ਦੀ ਕੋਈ ਚੀਜ਼ ਲਿਆਉਣੀ ਆ, ਆਹੀ ਬੰਦਾ ਖਰਾ ਹੈ। ਸਾਡੀਆਂ ਗੱਲਾਂ ਕਲੀਅਰ ਹੁੰਦੀਆਂ। ਟੈਕਸੀ ਲੈ ਕੇ ਜਾਣੀ ਹੈ, ਅਸੀਂ ਤਾਂ ਟੈਕਸੀ ਉਹਦੀ ਕਰੀਦੀ, ਬੰਦਾ ਘਰ ਵਾਂਗੂ ਗੱਲ ਨਾ ਬਾਹਰ ਗੱਲ ਕਰਦਾ ਹੈ, ਐਨ ਚੰਗੇ ਤਰੀਕੇ ਆਰਾਮ ਨਾਲ ਚਲਾਉਂਦਾ ਹੈ। ਜਾਣੀ ਕੱਲੀ ਗੱਲ ਦੇ ਉੱਤੇ ਅਸੀਂ ਫਿਕਸ ਹੁੰਦੇ ਹਾਂ, ਫਲੈਕਸੀਬਲ ਨਹੀਂ ਹੁੰਦੇ। ਪਰ ਲੀਡਰ ਚੁਣਨ ਲੱਗੇ ਪਤਾ ਨਹੀਂ ਕਿਉਂ ਇੱਦਾਂ ਹੋ ਜਾਂਦਾ, ਦੇਖਦੇ ਹੀ ਨਹੀਂ, ਕੋਈ ਪਰਖਦੇ ਹੀ ਨਹੀਂ ਕੁਛ। ਦੇਖੋ WhatsApp ਉੱਥੇ ਵੀ ਅਸੀਂ ਫਿਕਸ ਹਾਂ ਯਾਰ। ਤੁਸੀਂ ਆਪ ਗੱਲ ਕੀਤੀ ਹੈ, ਅਸੀਂ ਬਿਲਕੁਲ ਫਿਕਸ ਹਾਂ। ਹੁਣ ਤੁਸੀਂ ਇਹ ਦੇਖੋ ਨਾ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਚਰਚਾ ਚੱਲਦੀ ਹੋਣੀ ਯਾਰ ਉਹ ਤੇ ਵੜਿਆ ਹੀ ਨਹੀਂ ਇੱਥੇ। ਨਵੇਂ ਮੁੰਡੇ ਜਿੱਦਾਂ ਨੂੰ ਹੁਣ ਤੁਸੀਂ ਇੰਨੇ ਚਿਰ ਤੋਂ ਸਿਖਾ ਰਹੇ ਹੋ, ਅਸੀਂ ਕਰਾਂਗੇ ਗੱਲ ਤੁਹਾਡੇ ਨਾਲ, ਕਦੇ ਸਵਾਲ ਪੁੱਛੋ ਇਹਨਾਂ ਨੂੰ ਇੱਦਾਂ ਕਰੋ ਉੱਦਾਂ ਕਰੋ, ਤੰਗ ਕਰਦੇ ਸਾਨੂੰ ਕਿਸੇ ਵੇਲੇ। ਪਰ ਕਾਰਨ ਹੈ ਵੀ ਜਿਹੜੇ ਪਰਿਵਾਰ ਨੇ ਉਹ ਕਾਕਾ ਤੈਨੂੰ ਨਹੀਂ ਪਤਾ ਯਾਰ, ਪੁਰਾਣੀ ਸਾਂਝ ਆ ਹੁਣ ਸਾਡੀ। ਹੁਣ ਇਹਦੇ ਪਿਓ ਨਾਲ ਵੀ ਸਾਂਝ ਹੁੰਦੀ ਸੀ, ਉਹ ਵੀ ਆਉਂਦਾ ਜਾਂਦਾ ਰਿਹਾ, ਇਹ ਵੀ ਚਲੋ ਕਿਤੇ ਕੋਈ ਹੋਵੇ ਲੋੜ ਗਰਜ ਤੇ ਉਦੋਂ ਇਹਦੇ ਕੋਲ ਹੀ ਜਾਈਦਾ। ਅਸੀਂ ਨਹੀਂ ਹੋਰ ਕਿਤੇ ਜਾਣਾ, ਬਸ ਅਸੀਂ ਤਾਂ ਹੁਣ ਇਹਦੇ ਨਾਲ ਹੀ ਹਾਂ। ਹੁਣ ਕੋਈ ਉਹਨੂੰ ਪੰਥ ਦਾ ਨਾਂ ਦੇ ਲੈਂਦਾ ਵੀ ਆਪਾਂ ਪੰਥ ਨੂੰ ਵੋਟਾਂ ਪਾਉਣੀਆਂ, ਕੋਈ ਕਹਿੰਦਾ ਨਹੀਂ ਇਹ ਸਾਡੀ ਪਾਰਟੀ ਅਤੇ ਸਾਡੀ ਬਰਾਦਰੀ, ਇਸ ਕਰਕੇ ਆਪਾਂ ਪਾਸੇ ਨਹੀਂ ਜਾਣਾ। ਕੋਈ ਕਹਿੰਦਾ ਚੱਲ ਬਾਕੀ ਤਾਂ ਭਾਵੇਂ ਸਾਰਾ ਕੁਝ ਸੀਗਾ, ਉਹ ਬੰਦਾ ਭਾਵੇਂ ਠੀਕ ਹੈ ਭਾਵੇਂ ਨਹੀਂ ਠੀਕ ਹੈ, ਪਰ ਚਾਚੇ ਤੇਰੇ ਨਾਲ ਮੇਰੀ ਲਾਗ ਡਾਟ ਆ, ਉਹ ਉਹਨਾਂ ਲਿਖ ਕਰਕੇ ਮੈਂ ਇਹਦੇ ਵੱਲ ਜਾਣਾ। ਮਤਲਬ ਕੋਈ ਨਾ ਕੋਈ ਅਸੀਂ ਬਹਾਨਾ ਬਣਾ ਕੇ ਜਿੱਥੇ ਫਿਕਸ ਹੈ ਉੱਥੇ ਰਹਿਣਾ ਜੀ। ਨਹੀਂ ਰਹੋ, ਕੋਈ ਗੱਲ ਨਹੀਂ। ਵੈਸੇ ਮੇਰੀ ਇੱਕ ਬੇਨਤੀ ਸੀ ਸਮੂਹ ਸਤਿਕਾਰਯੋਗ ਲੀਡਰਸ਼ਿਪ ਨੂੰ। ਉਹਨਾਂ ਨੂੰ ਬੇਨਤੀ ਸੀ ਕਿ ਅੱਜ ਕੱਲ੍ਹ ਨਾ ਤੁਹਾਨੂੰ ਹੇਜ ਬਹੁਤ ਆਇਆ ਆਮ ਲੋਕਾਂ ਦਾ। ਕੋਈ ਖੇਤਾਂ 'ਚ ਮੋਟਰ 'ਤੇ ਜਾ ਕੇ ਬਹਿ ਜਾਂਦਾ, ਕੋਈ ਸ਼ਗਨ ਦਿੰਦਾ ਹੈ, ਕੋਈ ਕਿਤੇ ਚਲੇ ਜਾਂਦਾ, ਕੋਈ ਕਿਸੇ ਦੇ ਘਰ ਜਾ ਕੇ ਰੋਟੀ ਖਾਂਦਾ, ਕੋਈ ਚਾਹ ਪੀਂਦਾ, ਕੋਈ ਥੱਲੇ ਬੈਠਾ ਜਾ ਕੇ। ਦੇਖੋ ਜੇ ਕਿਤੇ ਉਹ ਸਧਾਰਨ ਤੁਹਾਡੇ ਨਾਲ ਵਰਤਾਅ ਕਰਨਾ ਪਿਆ, ਆਮ ਤੌਰ 'ਤੇ ਕੀ ਹੁੰਦਾ, ਕੋਈ ਚਾਚੀ ਤਾਈ, ਕੋਈ ਆਂਢਣ ਗੁਆਂਢਣ ਪਿੰਡ ਦੀ ਬੀਬੀ ਰੋਟੀਆਂ ਪਕਾਉਂਦੀ ਹੋਵੇ, ਬੰਦਾ ਚੱਲ ਜਾਵੇ। ਬਹੁਤ ਘੱਟ ਇੱਦਾਂ ਹੁੰਦਾ ਉਹ ਕਵੇ ਪੁੱਤ ਆ ਪਹਿਲਾਂ ਸਿੱਧੀ ਕਵੇ ਵੀ ਰੋਟੀ ਖਾ ਲਾ ਅਤੇ ਭਾਂਡੇ ਉਹਦੇ ਕੋਲ ਪਏ। ਹੁਣ ਇੱਦਾਂ ਨਹੀਂ ਹੁੰਦਾ। ਜਾਂ ਤਾਂ ਉਹ ਕਹੂਗੀ ਪੁੱਤ ਐਂ ਕਰ, ਉੱਥੋਂ ਇੱਕ ਪੌਣਾ ਮੇਰਾ ਰਹਿ ਗਿਆ, ਪਹਿਲਾਂ ਰਸੋਈ 'ਚੋਂ ਪੌਣਾ ਫੜਾ, ਉਸ ਤੋਂ ਬਾਅਦ ਭਾਂਡੇ ਵਾਲੀ ਟੋਕਰੀ ਚੱਲ ਕੇ ਲੈ ਆ, ਰੋਟੀ ਖਾਣੀ ਆ, ਉਹ ਉੱਦਾਂ ਕਰ ਭਡੋਰ ਤਾਂ ਸਾਰਾ ਮਾਂਜਣ ਵਾਲਾ ਪਿਆ ਆ, ਮਾੜੀ ਜਿਹੀ ਕੌਲੀ ਇੱਕ ਮਾਂਜ ਕੇ ਲਿਆ, ਫਿਰ ਤੈਨੂੰ ਦਾਲ ਪਾਵਾਂ। ਜਾਂ ਬਹੁਤੀ ਵਾਰੀ ਇਹ ਵੀ ਹੁੰਦਾ, ਉਹ ਤਾਇਆ ਤੇਰਾ ਇਕੱਲਾ ਹੀ ਪੱਠੇ ਕੁਤਰਦਾ, ਮਾੜੀ ਜਿਹਾ ਰੁੱਗ ਲਵਾ। ਜੇ ਕਿਤੇ ਲੋਕਾਂ ਨੂੰ ਐਂ ਪਤਾ ਲੱਗ ਗਿਆ ਨਾ ਕਿ ਲੀਡਰ ਸਾਡੇ ਕੋਲ ਵੋਟਾਂ ਲੈਣ ਆਉਂਦੇ ਆ, ਤਾਂ ਸੋਸ਼ਲ ਮੀਡੀਆ 'ਤੇ ਸਾਡੀਆਂ ਵੀਡੀਓ ਬਣਾ ਪਾਉਂਦੇ ਆ ਕਿ ਆਹ ਦੇਖੋ ਜੀ ਮੱਥਾ ਟੇਕਿਆ, ਆਹ ਦੇਖੋ ਜੀ ਬੀਬੀ ਨੇ ਪਿਆਰ ਦਿੱਤਾ।
ਹੋ ਸਕਦਾ ਕੱਲ ਨੂੰ ਤੁਸੀਂ ਕਿਸੇ ਦੇ ਘਰ ਜਾਉਂਦਾ, ਅਗਲਾ ਬੀਬੀ ਕਹੇ ਉਹ ਪੁੱਤ ਪਹਿਲਾਂ 2 ਮਿੰਟ ਰੋਗ ਲਵਾਈ ਮੜ ਜਾ, ਮੱਝ ਖੋਲ ਕੇ ਉਧਰਲੇ ਪਾਸੇ ਬੰਨੀ ਅੜਿੰਗੀ ਜਾਂਦੀ ਹੈ, ਫਿਰ ਹੋ ਸਕਦਾ ਔਖਾ ਵੀ ਹੋ ਜਾਏ। ਅਸੀਂ ਕਰ ਲੈਣਾ। ਕਿਵੇਂ? ਕਿਉਂਕਿ ਅੱਜ ਕੱਲ੍ਹ ਰਿਵਾਜ਼ ਚੱਲਦਾ ਨਾ। ਕਿੱਦਾਂ ਦਾ? ਕਿਉਂਕਿ ਵਾਹਵਾ ਇੱਕ ਟਰੈਂਡ ਜਿਹਾ ਚਲਾਇਆ ਚੰਨੀ ਸਾਹਿਬ ਨੇ, ਉਹ ਕਹਿੰਦੇ ਮੈਂ ਆਹ ਵੀ ਕੰਮ ਕਰ ਲੈਣਾ, ਮੈਂ ਆਹ ਵੀ ਕੰਮ ਕਰ ਲੈਣਾ। ਹੁਣ ਉਹਨਾਂ ਦੇ ਚੱਕਰ ਦੇ ਵਿੱਚ ਬਹੁਤ ਸਾਰੇ ਲੀਡਰਾਂ ਨੂੰ ਇਹ ਕਰਨਾ ਪੈ ਰਿਹਾ। ਅਸੀਂ ਤਾਂ ਕਹਿੰਦੇ ਵੀ ਇਹ ਰਿਵਾਜ਼ ਚੱਲੇ, ਕੋਈ 2-4 ਬੰਦੇ ਉੱਠਣ, ਅਗਲਾ ਕਹੇ ਵੀ ਵੋਟ ਤਾਂ ਕਾਕਾ ਤੈਨੂੰ ਪਾਉਣੀ ਆ, ਪਰ ਅਸੀਂ ਚਾਹੁੰਦੇ ਆ ਵੀ ਤਾਇਆ ਤੇਰਾ ਨਾ ਉਹ ਆ ਕੇ ਤੈਨੂੰ ਕਵੇ ਤੇ ਉਹ ਪੱਠੇ ਲੈਣ ਗਿਆ ਹੀ ਤੇ ਮੁੜਿਆ ਨਹੀਂ ਅਜੇ ਤੱਕ, ਜਾਂ ਤੇ ਉੱਥੇ ਭੱਜ ਕੇ ਹੋਗਾ 2 ਪੰਡਾ ਨਾਲ ਖਾ ਲਏ। ਭਾਵੇਂ ਸਾਨੂੰ ਫੋਰਚੂਨਰ 'ਚ ਪੱਠੇ ਲਿਆਉਣੇ ਪੈਣ, ਲਿਆਵਾਂਗੇ, ਕਿਉਂਕਿ ਖਬਰ ਬਣਨੀ ਆ। ਬਾਰ ਸਾਹਿਬ ਦੇਖੋ, ਮਹੀਨਾ 1.5 ਮਹੀਨਾ ਤੰਗੀ ਆ, ਇੱਕ ਰਾਂ ਨਿਕਲ ਗਈ, ਫੇਰ 5 ਸਾਲ ਜਜਾਰੇ। ਕਈ ਵਾਰੀ ਨਾ ਜਿਹੜਾ ਪਸ਼ੂ ਬਹੁਤ ਪੁਰਾਣਾ ਵੀ ਘਰ 'ਚ ਪਿਆ ਹੋਵੇ, ਉਹ ਵੀ ਕਈ ਵਾਰੀ ਐਂ ਚੱਕ ਕੇ ਖੁਰਲੀ 'ਚ ਦੇ ਲੈਂਦਾ ਹੁੰਦਾ। ਵੈਸੇ ਮੈਂ ਗੱਲ ਹੀ ਕਰਦਾ ਹੀ, ਕਿਉਂਕਿ ਉਹਨਾਂ ਨੂੰ ਆਦਤ ਆ ਸਧਾਰਨ ਲੋਕ ਦੇਖਣ ਦੀ। ਇਹ ਬੰਦਾ ਐਵੇਂ ਡਰਾਉਂਦਾ ਜੀ। ਮੈਂ ਡਰਾਉਣਾ ਨਹੀਂ ਹੈਗਾ। ਮੈਂ ਆਪਣੇ ਜਿਹੜਾ ਸਾਡਾ ਸਮਾਜ ਹੈ, ਲੀਡਰਾਂ ਦਾ ਸਮਾਜ, ਮੈਂ ਬੇਨਤੀ ਕਰਾਂ ਘਬਰਾਉਣਾ ਨਹੀਂ ਬਿਲਕੁਲ ਨਹੀਂ ਜੀ ਬੰਦੇ ਤੋਂ। ਬੰਦੇ ਸਾਰੇ ਆਪਣੇ ਆਪਾਂ ਨੂੰ ਪਤਾ ਵੀ ਕਿਵੇਂ ਵਰਤਣਾ ਇਹਨਾਂ ਦੇ ਨਾਲ। ਮਹੀਨਾ 1.5 ਮਹੀਨਾ ਤੰਗੀ ਹੈ, ਕੋਈ ਗੱਲ ਨਹੀਂ। ਕਿਸੇ ਵੇਲੇ ਹੁੰਦਾ ਵੀ ਕੋਈ ਠੋਕਰ ਵੀ ਲੱਗ ਜਾਂਦੀ ਹੈ, ਮਾੜਾ ਮੋੜ ਕੇ ਤੇ ਗਿੱਟਾ ਗੋਡਾ ਵੀ ਛਿੱਲਿਆ ਜਾਂਦਾ ਇੱਧਰ ਉੱਧਰ, ਜਾਂ ਕੋਈ ਹਊ ਪਰੇ ਵੀ ਕਰ ਦਿੰਦਾ, ਮਾੜਾ ਮੋੜ ਹੋਇਆ ਵੀ ਕਹਿ ਦਿੰਦਾ, ਕੋਈ ਗੱਲ ਨਹੀਂ। ਮਹੀਨਾ ਬਸ ਐ ਦੰਦਾਂ ਜੀਭ ਦੇ ਕੇ ਰੱਖਣੀ ਹੈ, ਉਦੋਂ ਬਾਅਦ ਨਹੀਂ ਠੀਕ ਹੈ ਗੱਲ। ਉਦੋਂ ਬਾਅਦ ਸੇਵਾ ਕਰਨੀ ਲੋਕਾਂ ਦੀ, ਉਹ ਤੋਂ ਬਾਅਦ ਫਿਰ ਦੰਦਿਆਂ 'ਚ ਲੈ ਲੈਣੇ ਆ। ਬਾਕੀ ਸੰਧਾਲੀਆ ਸਾਹਿਬ ਇੱਦਾਂ ਨਾ ਅੱਜ ਕੱਲ੍ਹ ਬਹੁਤ ਰੌਲਾ ਜਿਹਾ ਪਿਆ। ਮੈਂ ਚਾਹੁੰਦਾ ਨਹੀਂ ਸੀ ਕਿ ਇੱਦਾਂ ਹੁੰਦੀ। ਤੁਸੀਂ ਦੇਖੋ, ਇੱਕ ਤਾਂ ਈਡੀ ਵਾਲੇ ਆ ਗਏ, ਕਿੱਥੇ ਬੜਾ ਵਧੀਆ ਚੋਣ ਪ੍ਰਚਾਰ ਚੱਲਦਾ ਸੀ, ਹੁਣ ਇੱਧਰਲੇ ਪਾਸੇ ਸਵਾਲਾਂ ਦੇ ਜਵਾਬ ਦੇਣੇ ਪੈ ਰਹੇ ਆ, ਤੇ ਦੂਜੇ ਪਾਸੇ ਬਹੁਤ ਸਾਰੇ ਦੋਸ਼ ਹੁਣ ਲੱਗੀ ਜਾਂਦੇ ਆ। ਅਰਵਿੰਦ ਕੇਜਰੀਵਾਲ, ਚਲੋ ਤੁਸੀਂ ਪੰਜਾਬ ਆਏ ਹੋ, ਪੰਜਾਬ ਦੀ ਗੱਲ ਕਰਦੇ ਹੋ, ਦੋਸ਼ ਲਾਉਂਦੇ ਹੋ, ਸਮਝ ਆਉਂਦੀ ਹੈ। ਦਿੱਲੀ ਚਲੇ ਗਏ ਤੇ ਉੱਥੋਂ ਜਾ ਕੇ ਵੀ ਲਿਖ ਦਿੱਤਾ, ਕਹਿੰਦੇ ਜੀ ਚੰਨੀ ਜੀ, ਉਹ ਮਾੜਾ ਸ਼ਬਦ ਨਹੀਂ ਲਿਖਦੇ ਹੁੰਦੇ, ਅਰਵਿੰਦ ਕੇਜਰੀਵਾਲ ਦੀ ਗੱਲ ਕਰਦਾ, ਕਹਿੰਦੇ ਜੀ ਚੰਨੀ ਜੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਤੋਂ ਹਾਰ ਰਹੇ ਆ, ਕਿਉਂਕਿ ਟੀਵੀ ਦੇ ਉੱਤੇ ਮੀਡੀਆ ਦੇ ਵਿੱਚ ਨੋਟਾਂ ਦੀਆਂ ਥਈਆਂ ਹੀ ਇੰਨੀਆਂ ਕੁ ਦਿਖਾਤੀਆਂ ਈਡੀ ਦੀ ਰੇਡ ਤੋਂ ਬਾਅਦ ਕਿ ਹਰ ਪਾਸੇ ਚਰਚਾ ਚੱਲੀ ਜਾਂਦੀ ਹੈ। ਲੋਕ ਹੈਰਾਨ ਪਰੇਸ਼ਾਨ ਨੇ ਕਿ ਜਿਹੜਾ ਬੰਦਾ ਆਪਣੇ ਆਪ ਨੂੰ ਆਮ ਬੰਦਾ ਦੱਸਦਾ ਸੀ, ਉਹਦੇ ਘਰੋਂ ਇੰਨੇ ਨੋਟ, ਜਾਂ ਉਹਦੇ ਰਿਸ਼ਤੇਦਾਰਾਂ ਦੇ ਘਰੋਂ ਇੰਨੇ ਨੋਟ ਕਿੱਦਾਂ ਨਿਕਲ ਆਏ। ਚੰਨੀ ਜੀ ਚਮਕੌਰ ਸਾਹਿਬ ਤੋਂ ਹਾਰ ਰਿਹਾ। ਮੈਂ ਨਹੀਂ ਕਹਿੰਦਾ, ਅਰਵਿੰਦ ਕੇਜਰੀਵਾਲ ਹੋਰਾਂ ਨੇ ਲਿਖ ਕੇ ਪਾਇਆ, ਉਹ ਵੀ ਟਵੀਟ ਕੀਤਾ। ਅਰਵਿੰਦ ਕੇਜਰੀਵਾਲ ਸਾਹਿਬ ਨੇ ਤਾਂ ਪਾਇਆ, ਪਰ ਉਹਦੇ ਨਾਲ ਨਾਲ ਨਾ ਮੈਂ ਪੜ੍ਹ ਰਿਹਾ ਸੀ ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲ ਪਿਆ ਸੋਸ਼ਲ ਮੀਡੀਆ 'ਤੇ, ਊੜਾ ਐੜਾ ਵੱਖਰਾ ਚੱਲ ਪਿਆ। ਜਿਵੇਂ ਪਹਿਲੀ ਲਾਈਨ ਮੈਨੂੰ ਯਾਦ ਸੀ ਕੁਦਰਤੀ, ਉਹ ਕਹਿੰਦੇ ਵੀ ਊੜਾ ਉਹ ਕੀ ਆ ਜੀ, ਐੜਾ ਆ ਕੀ ਆ, ਈੜਾ ਈਡੀ ਵਾਲੇ ਪੁੱਛਦੇ ਆ, ਸੱਸਾ ਕਹਿੰਦੇ ਸਾਹ ਹਾਹੇ ਤੋਂ ਹੌਕੇ ਜਿਹੇ ਆਉਂਦੇ ਆ, ਸਾਹ ਸੂ ਨਹੀਂ ਆਉਂਦਾ। ਸੋ ਇਹ ਊੜਾ ਐੜਾ ਜੇ ਹਿਸਾਬ ਨਾਲ ਬਣ ਲੱਗ ਪਿਆ, ਤੇ ਜੇ ਤੇ ਫਿਰ 26 ਤੋਂ ਬਾਅਦ ਜਾ ਕੇ 35 ਅੱਖਰ ਪੂਰੇ ਹੋਣੇ ਆ, ਉਹ ਜਾ ਕੇ ਕਿੱਥੇ ਪੂਰੇ ਹੋਣਗੇ। ਪਰ ਤੁਸੀਂ ਗੱਲ ਕੀਤੀ ਕੇਜਰੀਵਾਲ ਸਾਹਿਬ ਦੀ, ਕੇਜਰੀਵਾਲ ਸਾਹਿਬ ਟਲਦੇ ਨਹੀਂ, ਇਸੇ ਕਰਕੇ ਗੁੱਸਾ ਆ ਗਿਆ ਚੰਨੀ ਸਾਹਿਬ ਨੂੰ। ਉਹ ਕਹਿੰਦੇ ਵੀ ਮੈਂ ਕੁਛ ਆਨਾ ਉਹਨੂੰ, ਮੈਂ ਤੇ ਫਿਰ ਵੀ ਸਤਿਕਾਰ ਕਰਦਾ ਵੀ ਮੁੱਖ ਮੰਤਰੀ ਆ, ਵੀ ਠੀਕ ਹੈ, ਪਰ ਹੁਣ ਜਿੱਦਾਂ ਵਾਰ-ਵਾਰ ਆ ਕੇ ਕਦੀ ਮੈਨੂੰ ਆਹ ਕਹਿ ਦੇ, ਕਦੀ ਮੈਨੂੰ ਉਹ ਕਹਿ ਦੇ, ਕਦੀ ਮੈਨੂੰ ਆਹ ਕਹਿ ਦੇ, ਕਦੀ ਉਹ ਕਹਿ ਦੇ, ਫਿਰ ਮੈਂ ਹੁਣ ਪਾਰਟੀ ਨੂੰ ਕਹਿਦਾ ਵੀ ਮੈਨੂੰ ਇਜਾਜ਼ਤ ਦਿਓ, ਮੈਂ ਵੀ ਮਾਣਾ ਨਹੀਂ ਦਾ ਕੇਸ ਕਰਨੇ ਤੇ। ਨਹੀਂ ਗੱਲ ਤਾਂ ਦੇਖੋ, ਬੜੇ ਬੱਜੇ ਸਿਪਾਹੀ ਨੇ ਉਹ ਪਾਰਟੀ ਦੇ, ਹਰ ਕੰਮ ਪੁੱਛ ਕੇ ਕਰਦੇ ਆ। ਜਦੋਂ ਪਹਿਲੇ ਰੇ ਐਮਐਲਏ ਬਣੇ, ਯਾਦ ਬਣੇ ਸੀ, ਚਲੋ ਆਪਾਂ ਉਧਰ ਨਹੀਂ ਜਾਂਦੇ, ਮੈਂ ਨਹੀਂ ਕਹਿੰਦਾ, ਕਿਉਂਕਿ ਹੋਰ ਕਈ ਬੰਦੇ ਕਹਿੰਦੇ ਆ, ਜਦੋਂ ਹਰਜੋਤ ਕਮਲ ਹੋਰੀ ਅਜੇ ਭਾਰਤੀ ਜਨਤਾ ਪਾਰਟੀ 'ਚ ਨਹੀਂ ਸੀ ਗਏ, ਉਹ ਕਹਿੰਦੇ ਜਦੋਂ ਮੈਨੂੰ ਚੰਨੀ ਸਾਹਿਬ ਨੇ ਕਿਹਾ ਦੇਖੋ ਜੀ ਪਾਰਟੀ ਮਜ਼ਬੂਤ ਕਰਨੀ, ਇੱਦਾਂ ਦਾ ਪਾਰਟੀ ਦਾ ਨੁਕਸਾਨ ਹੋ ਜੂ, ਕਹਿੰਦੇ ਮੈਂ ਉਹਨਾਂ ਨੂੰ ਕਿਹਾ ਚੰਨੀ ਸਾਹਿਬ ਤੁਸੀਂ ਵੀ ਤਾਂ ਪਹਿਲੀ ਵਾਰੀ ਆਜ਼ਾਦ ਹੀ ਬਣੇ ਸੀ, ਮੈਂ ਵੀ ਫਾਇਦ ਕੀ ਦੇਖ ਦੂਖ ਲੈਣਾ, ਜੇ ਕਿਸੇ ਹੋਰ ਪਾਸੇ ਨਾ ਗਿਆ ਆਜ਼ਾਦ ਲੜ ਲਾਂਗੇ, ਲੜਨਾ ਮੋਗੇ ਤੋਂ ਆ। ਨਹੀਂ ਫਿਰ ਆਹ ਗੱਲਾਂ ਫਿਰ ਮਾੜੀਆਂ ਨੇ। ਹੁਣ ਤੁਸੀਂ ਭਰਾ ਤੇ ਵੀ ਜਾਓਗੇ ਉਹਨਾਂ ਦੇ? ਨਹੀਂ ਮੈਂ ਨਹੀਂ ਜਾਂਦਾ। ਨਹੀਂ ਮੈਨੂੰ ਪਤਾ ਹੈ ਨਾ, ਮੈਂ ਤਦੇ ਵਰਜ ਲਿਆ, ਮੈਂ ਕਿਹਾ ਵੀ ਇਹ ਬੰਦਾ ਹੁਣ ਇਦਾਂ ਕਰੂ, ਵੀ ਐਵੇਂ ਬੱਸੀ ਪਠਾਣਾ ਦਾ ਗੇੜਾ ਲਾ ਕੇ ਨਹੀਂ ਆਉਣਾ, ਨਹੀਂ ਜਾਣਾ ਨਾ ਬੱਸੀ ਪਠਾਣਾ ਦੀ ਕੋਈ ਗੱਲ ਏ, ਭਰਾ ਨੂੰ ਮਨਾ ਲੈਣਾ, ਭਰਾ ਨੇ ਆਜ਼ਾਦ ਨਹੀਂ ਲੜਨਾ। ਠੀਕ ਹੈ ਜੀ, ਆਪਾਂ ਉਧਰ ਜਾਂਦੇ ਹੀ ਨਹੀਂ। ਹੁਣ ਤੁਸੀਂ ਦੇਖੋ ਕਿ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਸਾਹਿਬ ਸਪੈਸ਼ਲ ਪ੍ਰੈਸ ਕਾਨਫਰੰਸ ਕਰਦੇ ਆ, ਤੇ ਪ੍ਰੈਸ ਕਾਨਫਰੰਸ ਕਰਕੇ ਕਹਿੰਦੇ ਆ ਕਿ ਅਰਵਿੰਦ ਕੇਜਰੀਵਾਲ ਦਾ ਸਤਿਕਾਰ ਕਰਦੇ ਆ ਕਿਉਂਕਿ ਮੁੱਖ ਮੰਤਰੀ ਆ, ਪਰ ਜਿਹੜਾ ਉਹ ਨਾਂ ਲਈ ਕੇ, ਫੋਟੋ ਲਾਈ ਕੇ ਬਦਨਾਮ ਕਰਦੇ ਆ, ਉਹ ਕਹਿੰਦੇ ਬਦਨਾਮ ਕਰਦੇ ਆ, ਸਾਜ਼ਿਸ਼ ਰਚ ਰਹੇ ਆ, ਮਾਣਹਾਨੀ ਦਾ ਕੇਸ ਕਰੂੰਗਾ ਤੇ ਮਾਫੀ ਨਹੀਂ ਦਊਂਗਾ। ਉਹ ਕਹਿੰਦੇ ਉਹਨਾਂ ਨੂੰ ਆਦਤ ਪੈ ਗਈ ਹੈ ਕਿ ਕੋਈ ਵੀ ਬੰਦਾ ਮਾਣਹਾਨੀ, ਪਹਿਲਾਂ ਉਹ ਬੋਲਦੇ ਆ, ਲੋਕ ਮਾਣਹਾਨੀ ਦਾ ਕੇਸ ਕਰ ਦਿੰਦੇ ਆ, ਕੇਜਰੀਵਾਲ ਸਾਹਿਬ ਦੀ ਆਦਤ ਆ ਮਾਫੀ ਮੰਗ ਲੈਂਦੇ ਆ। ਕਹਿੰਦੇ ਗਡਕਰੀ ਸਾਹਿਬ ਤੋਂ ਮੰਗੀ ਕਿ ਨਹੀਂ ਮੰਗੀ, ਜੇਤਲੀ ਸਾਹਿਬ ਦੁਨੀਆ ਤੇ ਨਹੀਂ ਹੈਗੇ, ਇੱਦਾਂ ਹੀ ਉਹਨਾਂ ਦੇ ਖਿਲਾਫ ਬੋਲੇ ਸੀ, ਉਹਨਾਂ ਤੋਂ ਮਾਫੀ ਮੰਗੀ, ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗੀ, ਪਰ ਉਹ ਕਹਿੰਦੇ ਮੈਂ ਤਾਂ ਘੜੀਸੂੰ, ਮੈਂ ਤਾਂ ਖਿੱਚੂੰ, ਮੈਨੂੰ ਪਾਰਟੀ ਦੀ ਹਾਈ ਕਮਾਂਡ ਇੱਕ ਵਾਰੀ ਆਗਿਆ ਦੇ ਦੇਵੇ ਕਿ ਮੈਂ ਉਹਦੇ ਤੇ ਮਾਣਹਾਨੀ ਦਾ ਦਾਅਵਾ ਕਰ ਸਕਦਾ,
ਉਸੇ ਵੇਲੇ ਮਾਣਹਾਨੀ ਦਾ ਦਾਅਵਾ ਕਰ ਦੂੰਗਾ ਤੇ ਐਤਕੀ ਅਰਵਿੰਦ ਕੇਜਰੀਵਾਲ ਦੇਖੂ ਵਾਲਾ ਦੁਆਲਾ ਕੇ ਹੋਇਆ ਕੀ ਆ, ਮੈਂ ਮਾਫ ਮੂਫ ਨਹੀਂ ਜੇ ਕਰਨਾ। ਇੱਕ ਤਾਂ ਉਹ ਕਮੈਂਟ ਜਿਹਾ ਸੀਗਾ ਉਸੇ ਪੱਤਰਕਾਰ ਵਾਰਤਾ ਦੇ ਵਿੱਚ, ਕੋਈ ਆਪ ਵਾਲੇ ਪਾਸੇ ਸੱਜਣ ਹੁੰਦਾ, ਕੋਈ ਆਈਟੀ ਸੈੱਲ ਹੋਵੇ ਜਾਂ ਕੋਈ ਸਪੋਰਟਰ ਹੋਵੇ, ਉਹ ਕਹਿੰਦੇ ਜੀ ਬੀਜੇਪੀ ਵਾਲਿਆਂ ਵੀ ਕਿਹਾ ਸੀ, ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ, ਈਵਨ ਮਜੀਠੀਆ ਸਾਹਿਬ ਨੇ ਤਾਂ ਅੱਜ ਪ੍ਰੈਸ ਕਾਨਫਰੰਸ ਵੀ ਕਰਨੀ ਉਸ ਮੁੱਦੇ ਤੇ। ਕਹਿੰਦੇ ਵੀ ਕੈਪਟਨ ਸਾਹਿਬ ਤਾਂ ਸ਼ੁਰੂ 'ਚ ਹੀ ਕਹਿਣ ਲੱਗ ਪਏ ਸੀਗੇ ਵੀ ਰੇਤਾ ਰੂਤਾ ਵਾਲੀਆਂ ਗੱਲਾਂ ਤੁਸੀਂ ਕਰਦੇ ਹੋ, ਤੇ ਹੁਣ ਵੀ ਕਹਿੰਦੇ ਆ। ਹੋਰ ਕਿਸੇ ਤੇ ਮਾਣਹਾਨੀ ਦਾ ਦਾਅਵਾ ਨਹੀਂ ਕਰਨਾ, ਕਹਿੰਦੇ ਕੇਜਰੀਵਾਲ ਤੇ ਕਿਉਂ ਕਰਨਾ। ਨਹੀਂ ਕੋਈ ਲੋਕ ਨਹੀਂ ਟਲਦੇ। ਤੁਸੀਂ ਇਹ ਦੇਖੋ, ਕੱਲ ਮਜੀਠੀਆ ਸਾਹਿਬ ਬੋਲੇ, ਬੀਬੀ ਹਰਸਿਮਰਤ ਕੌਰ ਬਾਦਲ ਬੋਲੇ, ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ। ਸੁਖਬੀਰ ਬਾਦਲ ਸਾਹਿਬ ਦਾ ਸਭ ਤੋਂ ਪਹਿਲੇ ਦਿਨ ਬੋਲੇ, ਉਹਨਾਂ ਨੇ ਤਾਂ ਉਦਣ ਵੀ ਕਿਹਾ, ਕਹਿੰਦਾ ਕਿਹੜਾ 10 ਕਰੋੜ 200-300 ਕਰੋੜ ਆ, ਉੱਥੋਂ ਚੁੱਕ ਕੇ ਲੈ, ਜਦੋਂ ਆਪਾਂ ਗੱਲ ਕੀਤੀ ਸੀ ਵੀ ਉਹ ਰਹੀ ਖਈ ਤੂੜੀ ਚੁੱਕ ਕੇ ਲੈ ਕੇ ਗਏ ਈਡੀ ਵਾਲੇ, ਅਸਲ ਤੇ ਕੋਠਾ ਤੇ ਪਹਿਲਾਂ ਖਾਲੀ ਕਰ ਲਿਆ ਉਹਨਾਂ ਨੇ, ਉਹ ਤਾਂ ਉਹਨੇ ਗਈ ਸੀ। ਹੁਣ ਸੁਖਬੀਰ ਸਿੰਘ ਬਾਦਲ ਸਾਹਿਬ ਲਗਾਤਾਰ ਬੋਲ ਰਿਹਾ, ਜਿੱਥੇ ਉਹਨਾਂ ਨੂੰ ਕਿਤੇ ਮੌਕਾ ਮਿਲਦਾ ਉਹ ਚੰਨੀ ਸਾਹਿਬ ਨੂੰ ਘੇਰ ਲੈਂਦੇ। ਉਹ ਕਹਿੰਦੇ 200-300 ਕਰੋੜ ਵੱਡਾ ਹੀ ਮਸਲਾ ਹੈ, ਰੁਪਈਏ ਬੜੇ ਇਕੱਠੇ ਕੀਤੇ ਆ। ਹੁਣ ਜਦੋਂ ਇੰਨੇ ਦੋਸ਼ ਲੱਗਦੇ ਆ ਤੇ ਹੋ ਸਕਦਾ, ਚਲੋ, ਕਿਉਂਕਿ ਅਰਵਿੰਦ ਕੇਜਰੀਵਾਲ ਨੇ ਵੱਖਰੀ ਗੱਲ ਤਾਂ ਇੱਕੋ ਹੀ ਕਹੀ ਹੈ ਕਿ ਇਹ ਚਮਕੌਰ ਸਾਹਿਬ ਤੋਂ ਹਾਰ ਰਹੇ ਨੇ, ਬਾਕੀ ਕਿਸੇ ਨੇ ਇਦਾਂ ਨਹੀਂ ਸੀ ਕਿਹਾ ਕਿ ਇਹ ਹਾਰ ਰਹੇ ਨੇ। ਹੁਣ ਮਾਨਹਾਨੀ ਦਾ ਕੇਸ ਹਾਰ ਲੈ ਸ਼ਬਦ ਦੇ ਉੱਤੇ ਕਰਨਾ ਹੈ, ਜਾਂ ਲੋਕ ਇਹਨਾਂ ਦੇ ਨਾਲ ਜਿਹੜੀ ਉਹ ਗੱਲ ਜੋੜ ਕੇ ਤੋੜ ਕੇ ਦੇਖਦੇ ਆ, ਜਾਂ ਉਧਰਲੇ ਪਾਸੇ ਕਰਨਾ ਹੈ। ਬਾਕੀ ਇੰਨੀ ਗੱਲ ਜ਼ਰੂਰ ਹੈ ਕਿ ਹੋਰ ਕੋਈ ਇਹਨਾਂ ਦੇ ਹੱਕ 'ਚ ਆਵੇ ਨਾ ਆਵੇ, ਸ਼ਮਸ਼ੇਰ ਸਿੰਘ ਦੂਲੋ ਲਗਾਤਾਰ ਬਦਖੋਈ ਆਲੋਚਨਾ ਕਰਦੇ ਸੀ, ਕਾਂਗਰਸ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਨੇ, ਉਹ ਜ਼ਰੂਰ ਹੱਕ 'ਚ ਆਏ ਆ। ਉਹ ਕਹਿੰਦੇ ਜੀ ਦੇਖੋ, ਸਾਜ਼ਿਸ਼ਨ, ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਉਹਨੂੰ ਫਸਾਇਆ ਜਾ ਰਿਹਾ ਕਿਉਂਕਿ ਦਲਿਤ ਹੈ ਤੇ ਭਾਜਪਾ ਦਲਿਤ ਵਿਰੋਧੀ ਹੈ। ਇਸੇ ਕਰਕੇ ਕਹਿੰਦੇ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਉਹਨੂੰ ਬਦਨਾਮ ਕਰ ਦਈਏ, ਉਹਨੂੰ ਕਿਤੇ ਨਾ ਕਿਤੇ ਫਸਾ ਦਈਏ, ਉਹ ਦੁਬਾਰਾ ਕਿਸੇ ਅਹੁਦੇ ਤੇ ਪਹੁੰਚ ਨਾ ਸਕੇ। ਪਰ ਜਿਸ ਤਰੀਕੇ ਉਹਨਾਂ ਨੇ ਭਾਜਪਾ ਦੇ ਉੱਤੇ ਇਲਜ਼ਾਮ ਲਾਏ ਕਿ ਉਹ ਦਲਿਤ ਵਿਰੋਧੀ ਨੇ, ਇਹ ਮਾਮਲਾ ਹੁਣ ਹੋ ਸਕਦਾ ਤੂਲ ਫੜ ਲਵੇ, ਕੱਲ੍ਹ ਨੂੰ ਕੋਈ ਭਾਰਤੀ ਜਨਤਾ ਪਾਰਟੀ ਵਾਲਾ ਮਾਣਹਾਨੀ ਦਾ ਦਾਅਵਾ ਇੱਧਰ ਨਾ ਕਰ ਦੇਵੇ। ਨਹੀਂ, ਬਿਲਕੁਲ ਉਹ ਮਾਮਲਾ ਤੂਲ ਫੜ ਸਕਦਾ। ਦੂਜੀ ਗੱਲ ਇਹ ਵੀ ਹੈ, ਜਿੰਨੇ ਕੁ ਲੀਡਰ ਸਾਹਿਬਾਨ ਪਿਛਲੇ ਸਮੇਂ ਦੇ ਵਿੱਚ ਬੀਜੇਪੀ 'ਚ ਗਏ ਨੇ, ਜਾਂ ਕਹਿ ਲਓ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਾ ਸਕਦੇ ਨੇ, ਉਹਦੇ ਵਿੱਚੋਂ ਸਾਰਿਆਂ ਵਰਗਾਂ ਦੇ ਨੇ। ਬਹੁਤ ਸਾਰੇ ਲੀਡਰ ਨੇ ਜਿਹੜੇ ਦਲਿਤ ਪਰਿਵਾਰਾਂ ਨਾਲ ਵੀ ਸੰਬੰਧਿਤ ਨੇ, ਹੋ ਸਕਦਾ ਵੀ ਲੈਣ ਲਾ ਕੇ ਉਹ ਪ੍ਰੈਸ ਕਾਨਫਰੰਸ ਕਰ ਲੈਣ। ਉਹ ਕਹਿੰਦੇ ਵੀ ਜੇ ਪਾਰਟੀ ਵਿਰੋਧੀ ਤੇ ਅਸੀਂ ਇੱਦਾਂ ਕਿਉਂ ਆ ਪਾਰਟੀ 'ਚ, ਭਾਈ ਸਾਹਿਬ ਤੁਸੀਂ ਪਹਿਲਾਂ ਸਾਡੀ ਗੱਲ ਦਾ ਹੀ ਜਵਾਬ ਦੇ ਲਓ। ਕਿਉਂਕਿ ਇਹ ਮੁੱਦਾ ਤੇ ਆ ਬਣ ਰਿਹਾ, ਕਿਉਂਕਿ ਚਰਚਾ ਜਦੋਂ ਚੱਲਣ ਲੱਗ ਪੈਂਦੀ ਆ, ਦੇਖੋ ਜੀ ਪਹਿਲੀ ਵਾਰ ਇੱਕ ਦਲਿਤ ਨੂੰ ਏਡੀ ਵੱਡੀ ਕੁਰਸੀ ਮਿਲੀ, ਜਾਣਬੁੱਝ ਕੇ ਉਹਦੇ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਉਸ ਦਿਨ ਚੰਨੀ ਸਾਹਿਬ ਨੂੰ ਇਹ ਜ਼ਿਕਰ ਕੀਤਾ ਸੀ ਵੀ ਇਲੈਕਸ਼ਨ ਲੜਨ ਤੋਂ ਰੋਕਣ ਦੀ ਕੋਸ਼ਿਸ਼ ਹੈ। ਹੁਣ ਜੇ ਤੇ ਇਹਨੂੰ ਫਿਰ ਆਪਾਂ ਜਾਤ ਬਰਾਦਰੀ ਤੇ ਲੈਣ ਕੇ ਮੁੱਦਾ ਬਣਾ ਲੈਣਾ, ਮੈਂ ਨਹੀਂ ਕਹਿੰਦਾ ਵੀ ਉਹ ਬਣਾਉਣ ਨਾ ਬਣਾਉਣ, ਹਰੇਕ ਨੂੰ ਆਪਣਾ ਆਪਣਾ ਹਿਸਾਬ ਹੁੰਦਾ। ਕਿਉਂਕਿ ਜਦੋਂ ਘੁਲਦੇ ਹੁਣ ਭਲਵਾਨ, ਅਗਲੇ ਨੂੰ ਪਤਾ ਵੀ ਜੇ ਮੈਂ ਗਿੱਟੇ ਨੂੰ ਹੱਥ ਪਾ ਕੇ ਰੱਖਿਆ ਤਾਂ ਫਿਰ ਮੇਰੇ ਮੋਢੇ ਨਹੀਂ ਲੱਗਣੇ, ਅਗਲਾ ਪਾਊਗਾ ਹੀ। ਹੁਣ ਜਿਹੜੀ ਇੱਥੇ ਲਿਆਣ ਕੇ ਮੁੱਦਾ ਬਣਾਇਆ ਜਾ ਰਿਹਾ, ਇੱਥੇ ਜ਼ਰੂਰ ਆਪਾਂ ਇਹ ਬੇਨਤੀ ਕਰਦੇ ਹਾਂ ਵੀ ਜੇ ਆਪਾਂ ਹਰ ਵਾਰ ਲੜਾਈ ਇੱਥੇ ਆਣ ਕੇ ਲੜਨੀ ਹੁੰਦੀ ਆ ਤੇ ਫਿਰ ਵੋਟਾਂ ਯਾਰ ਸਾਲ ਕੁ ਬਾਅਦ ਪਵਾ ਲਿਆ ਕਰੋ। 5 ਸਾਲ ਲੋਕਾਂ ਦੇ ਬੜੇ ਔਖੇ ਲੰਘਦੇ ਬਾਅਦ 'ਚ। ਨਹੀਂ, ਇਹ ਮੁਸ਼ਕਲ ਆ। ਮੈਨੂੰ ਸੰਧਾਲੀਆ ਸਾਹਿਬ ਇੱਥੇ ਗੱਲ ਹੋਰ ਵੀ ਲੱਗਦੀ ਸੀ, ਚਲੋ ਈਡੀ ਅੱਗੇ ਅਦਾਲਤ 'ਚ ਕੇਸ ਲੈ ਕੇ ਜਾਵੇ, ਕੌਣ ਦੋਸ਼ੀ ਨਿਕਲਦਾ ਕੌਣ ਨਹੀਂ ਬਾਅਦ ਵਿੱਚ ਪਤਾ ਲੱਗਣਾ। ਪਰ ਅਰਵਿੰਦ ਕੇਜਰੀਵਾਲ, ਸੁਖਬੀਰ ਸਿੰਘ ਬਾਦਲ, ਆਪਣੇ ਬਿਕਰਮ ਸਿੰਘ ਮਜੀਠੀਆ ਸਾਹਿਬ, ਭਗਵੰਤ ਮਾਨ ਹੋਰੀ, ਕਿੰਨੇ ਲੀਡਰ ਨੇ ਹੋਰ ਜਿਹੜੇ ਕਿ ਲਗਾਤਾਰ ਇਸ ਮਸਲੇ ਦੇ ਉੱਤੇ ਆਲੋਚਨਾ ਕਰ ਰਹੇ ਆ ਚਰਨਜੀਤ ਸਿੰਘ ਚੰਨੀ ਹੋਰਾਂ ਦੀ। ਚੰਗਾ ਹੁੰਦਾ, ਕਿਉਂਕਿ ਰਾਘਵ ਚੱਡਾ ਨੇ ਜ਼ਰੂਰ ਇੱਕ ਜਗ੍ਹਾ ਦੇ ਉੱਤੇ ਰੌਲਾ ਪਾਇਆ ਸੀ ਕਿ ਭਾਈ ਆ ਦੇਖੋ ਰੇਤਾ ਨਜਾਇਜ਼ ਜਿਹੜੀ ਇੱਥੋਂ ਕੱਢੀ ਜਾ ਰਹੀ ਹੈ। ਪਰ ਜਦੋਂ ਪਤਾ ਲੱਗ ਗਿਆ ਸੀ ਕੱਢੀ ਜਾ ਰਹੀ ਹੈ, ਜੇ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਵੀ ਪਤਾ ਸੀ ਕਿ ਭਾਈ ਬਾਕੀ ਰੁਪਈਆ ਇੱਧਰ ਉੱਧਰ ਕਰ ਲੈਣਾ, ਮਤਲਬ ਪਹਿਲਾਂ ਤਾਂ ਪਤਾ ਸੀ, ਤਾਂ ਠੋਕ ਵਜਾ ਕੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਧਰਨੇ ਪ੍ਰਦਰਸ਼ਨ ਚਾਹੀਦੇ ਸੀ। ਕਿਉਂਕਿ ਇਸ ਮੁੱਦੇ ਤੇ ਧਰਨੇ ਪ੍ਰਦਰਸ਼ਨ ਹੋ ਜਾਂਦੇ ਤਾਂ ਰੈਲੀਆਂ ਕਰਨ ਦੀ ਲੋੜ ਹੀ ਨਹੀਂ ਸੀ। ਹੁਣ ਜਦੋਂ ਈਡੀ ਨੇ ਛਾਪਾ ਮਾਰ ਲਿਆ ਤਾਂ ਅਗਲੇ ਪਿਛਲੇ ਆਪਾਂ ਸਾਰਾ ਕੁਝ ਹੀ ਗਿਣਦੇ ਆਂ, ਪੁਣਦੇ ਆਂ, ਨਾਪਦੇ ਆਂ, ਮਿਣਦੇ ਆਂ। ਪਰ ਵਿਰੋਧੀ ਧਿਰ ਦੇ ਲੀਡਰ ਹੋਣ ਦੇ ਨਾਤੇ ਇਹਨਾਂ ਦੀ ਡਿਊਟੀ ਤਾਂ ਪਹਿਲਾਂ ਵੀ ਬਣਦੀ ਸੀ ਨਾ ਕਿ ਜੇ ਪੰਜਾਬ 'ਚ ਕੁਝ ਮਾੜਾ ਹੋ ਰਿਹਾ, ਤੁਸੀਂ ਸਰਕਾਰ ਬਣਨ ਦੀ ਉਡੀਕ ਥੋੜ੍ਹੀ ਕਰ ਸਕਦੇ ਹੋ ਕਿ ਸਾਡੀ ਸਰਕਾਰ ਬਣੂਗੀ, ਕਾਰਵਾਈ ਕਰਾਂਗੇ। ਬਹੁਤ ਸਾਰੀਆਂ ਹੋਰ ਚੀਜ਼ਾਂ ਨੇ, ਸਬੂਤ ਇਕੱਠੇ ਕਰਕੇ ਅਦਾਲਤ 'ਚ ਕੇਸ ਕਰ ਦਿੰਦੇ। ਇਹ ਵੀ ਗੱਲ ਹੈਗੀ ਆ। ਇੱਕ ਨਾ ਇਸੇ ਚੱਕਰ ਤੋਂ ਵੈਸੇ ਖੁੰਡ ਚਰਚਾ ਦੀ ਗੱਲ ਆ, ਆਪਾਂ ਕਰ ਲੈਂਦੇ ਹਾਂ। ਉਹ ਹੈ ਵੀ ਜਦੋਂ ਵੀ ਕਿਸੇ ਲੀਡਰ ਸਾਹਿਬਾਨ ਨੂੰ, ਖਾਸ ਕਰਕੇ ਇਲੈਕਸ਼ਨਾਂ ਦੇ ਵਿੱਚ, ਭਾਵੇਂ ਉਹ ਕੇਂਦਰ ਵਾਲੇ ਹੋਣ ਚਾਹੇ ਹੋਣ ਵਾਲੇ ਹੋਣ, ਉਹ ਜਦੋਂ ਕਿਸੇ ਨਾਲ ਸਾਂਝ ਕੱਢਣ ਤੱਕ ਜਾਂਦੇ, ਲੈ 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 ਹੁਣ ਤੁਸੀਂ ਸਾਨੂੰ ਪਛਾਣਦੇ ਨਹੀਂ, ਚੇਤਾ ਭੁੱਲ ਗਿਆ। ਜਦੋਂ ਮੈਂ ਮਾਸਟਰ ਲੱਗਾ ਹੁੰਦਾ ਹਾਂ ਤੇ ਮੈਂ ਉਦੋਂ ਤੁਹਾਡੇ ਪਿੰਡ ਵਿੱਚ ਦੀ ਲੰਘ ਕੇ ਜਾਂਦਾ ਹੁੰਦਾ ਅਗਲੇ ਪਿੰਡ ਜੀ, ਇੱਥੇ ਨਲਕਾ ਹੁੰਦਾ ਸੀ, ਇੱਥੋਂ ਮੈਂ ਪਾਣੀ ਪੀਂਦਾ ਨਾ, ਜਿੰਨੀ ਸਾਂਝ ਮੇਰੀ ਤੁਹਾਡੇ ਪਿੰਡ ਨਾਲ, ਤੁਹਾਡੇ ਪਿੰਡ ਦਾ ਤੇ ਮੈਂ ਪਾਣੀ ਪੀਤਾ, ਤੁਸੀਂ ਹੁਣ ਮੈਨੂੰ ਵੋਟਾਂ ਨਹੀਂ ਪਾਓਗੇ। ਮਤਲਬ ਜੇ ਸਾਂਝ ਕੱਢਣੀ ਹੈ ਤੇ ਉਹ ਵੀ ਕੱਢ ਲੈਣੀ ਵੀ ਰਾਹ ਜਾਂਦੇ ਤੁਹਾਡੇ ਪਿੰਡ ਵਾਲੇ ਨਲਕੇ ਤੋਂ ਮੈਂ ਪਾਣੀ ਪੀਤਾ, ਇਸ ਕਰਕੇ ਤੁਸੀਂ ਵੋਟਾਂ ਪਾ ਦਿਓ। ਤੇ ਜਦੋਂ ਸਾਂਝ ਤੋੜਨੀ ਆ ਉਦੋਂ ਚੰਨੀ ਸਾਹਿਬ ਵਾਲੀ ਉਦਾਹਰਨ ਉਹ ਦਿੰਦੇ, ਹੈ ਤਾਂ ਰਿਸ਼ਤੇਦਾਰੀ। ਉਹ ਕਹਿੰਦੇ ਨਾ 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 ਸਾਡਾ ਤਾਂ ਕੋਈ ਲੈਣਾ ਦੇਣਾ ਨਹੀਂ ਉਹਨਾਂ ਨਾਲ, ਭਾਈ ਸਾਹਿਬ ਉਹਨਾਂ ਦਾ ਕੰਮ ਆਪਣਾ, ਉਹ ਸਾਡਾ ਆਪਣਾ। ਮਤਲਬ ਜਦੋਂ ਉਹਦਾ ਫਸ ਗਿਆ ਉਦੋਂ ਰਿਸ਼ਤੇਦਾਰ ਨੂੰ ਵੀ ਨਹੀਂ ਸਿਆਣਨਾ
ਤੇ ਜਦੋਂ ਵੋਟਾਂ ਚਾਹੀਦੀਆਂ ਉਦੋਂ ਨਲਕੇ ਤੋਂ ਪਾਣੀ ਪੀਣ ਦੀ ਵੀ ਸਾਂਝ ਕੱਢੀ ਜਾਣੀ। ਨਹੀਂ, ਬੜੇ ਬੰਦੇ ਹੁੰਦੇ ਆ, ਜਿੰਨੀ ਦੇਰ ਤਾਂ ਕੋਈ ਅਫਸਰ ਰਿਸ਼ਤੇਦਾਰ ਲੱਗਾ ਹੈ ਉਨੀ ਦੇਰ ਤਾਂ ਕੰਮ ਵੀ ਉਹਦੇ ਨਾਂ ਤੇ ਉਦਾਂ ਹੀ ਨਾਕੇ ਤੋਂ ਫੜ ਛੱਡ ਜਾਣਾ, ਲੈ ਆਪਣੇ ਫੁੱਫੜ ਜੀ ਮਾਸੜ ਜੀ ਆਪਣੇ ਤੁਸੀਂ ਸਾਡਾ ਚਲਾਨ ਕੱਟੋਗੇ, ਅਗਲੇ ਪਰੇ ਹੋ ਜਾਣਾ। ਤੇ ਜਦੋਂ ਫੁੱਫੜ ਮਾਸੜ ਕਿਤੇ ਕਾਬੂ ਆ ਗਿਆ, ਯਾਰ ਇਦਾਂ ਦੇ ਕੰਮ ਥੋੜੀ ਕਰਨੇ ਚਾਹੀਦੇ, ਜੇ ਹੁਣ ਕਿਤੇ ਅਧਿਕਾਰ ਮਿਲ ਗਿਆ ਉਹਦੀ ਦੁਰਵਰਤੋਂ ਥੋੜੀ ਕਰਨੀ ਚਾਹੀਦੀ, ਆਪਾਂ ਖਿਲਾਫ ਹਾਂ। ਹਾਂ, ਇੱਥੇ ਚੰਨੀ ਸਾਹਿਬ ਦੇ ਨਾਲ ਨਾਲ ਨਾ ਕਹਾਣੀ ਭਗਵੰਤ ਮਾਨ ਸਾਹਿਬ ਨੇ ਦੂਜੀ ਪਾ ਲਈ। ਉਹ ਕਹਿੰਦੇ ਜਾਖੜ ਸਾਹਿਬ, ਚੰਨੀ ਸਾਹਿਬ ਤੇ ਦੂਜੇ ਪਾਸੇ ਸਿੱਧੂ ਸਾਹਿਬ ਤੇ ਸਾਰੇ ਕਾਂਗਰਸੀ, 3 ਸਾਹਿਬ ਗਣਾਤੇ ਤੇ ਸਾਰੇ ਕਾਂਗਰਸੀ ਗਣਾਤੇ। ਤੇ ਭਗਵੰਤ ਮਾਨ ਹੋਰਾਂ ਨੇ ਮੁੱਦਾ ਉਹ ਚੱਕ ਲਿਆ ਜਿਹੜਾ 6 ਮਹੀਨੇ ਪਹਿਲਾਂ ਭਖਿਆ ਸੀ। ਤੁਹਾਨੂੰ ਯਾਦ ਹੋਣਾ ਕਿ ਜਦੋਂ 2017 ਦੀ ਵਿਧਾਨ ਸਭਾ ਚੋਣ ਹੋਈ ਤੇ ਇੱਕ ਬਹੁਤ ਵੱਡਾ ਰੌਲਾ ਸੀ ਜੀ, ਅਕਾਲੀਆਂ ਨੇ ਬਿਜਲੀ ਵਾਲੇ ਸਮਝੌਤੇ ਗਲਤ ਕਰ ਲਏ, ਇਹਨਾਂ ਨੇ ਮਹਿੰਗੇ ਭਾਅ ਦੇ ਕਰ ਲਏ। ਕੈਪਟਨ ਸਾਹਿਬ ਕਹਿੰਦੇ ਹੁੰਦੇ ਸੀ ਕਿ ਸਾਡੀ ਸਰਕਾਰ ਬਣਾਓ, ਅਸੀਂ ਉਹ ਸਮਝੌਤੇ ਰੱਦ ਕਰਾਂਗੇ, ਪੰਜਾਬ ਦੇ ਲੋਕਾਂ ਨੂੰ ਬਿਜਲੀ ਸਸਤੀ ਮਿਲੂ। ਕੈਪਟਨ ਸਾਹਿਬ ਦੀ ਸਰਕਾਰ ਬਣ ਗਈ ਚੁੱਪ। ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਟਵੀਟ ਕਰਨੇ ਸ਼ੁਰੂ ਕੀਤੇ ਕਿ ਬਿਜਲੀ ਸਮਝੌਤੇ ਰੱਦ ਹੋ ਜਾਣੇ ਚਾਹੀਦੇ ਆ, ਬਿਜਲੀ ਸਮਝੌਤੇ ਰੱਦ ਕਰਕੇ ਇੰਨੀ ਸਸਤੀ ਬਿਜਲੀ ਹੋਵੇ। ਕਈ ਹੋਰ ਬੰਦਿਆਂ ਨੇ ਰੌਲਾ ਪਾਉਣਾ ਸ਼ੁਰੂ ਕੀਤਾ, ਮੁੱਖ ਮੰਤਰੀ ਬਦਲਤੇ, ਚਰਨਜੀਤ ਸਿੰਘ ਚੰਨੀ ਆ ਗਏ। ਫਿਰ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਟਵੀਟ ਕਰਨੇ ਸ਼ੁਰੂ ਕੀਤੇ ਕਿ ਬਿਜਲੀ ਦੇ ਸਮਝੌਤੇ ਗਲਤ ਹੋਏ ਆ, ਪੰਜਾਬ ਦੇ ਲੋਕਾਂ ਦੇ ਹੱਡਾਂ ਦੇ ਵਿੱਚੋਂ ਬਿਜਲੀ ਦੀ ਵੱਧ ਕੀਮਤ ਵਸੂਲੀ ਜਾ ਰਹੀ ਹੈ। ਉਹਦੇ ਤੋਂ ਬਾਅਦ 2-3 ਸਮਝੌਤੇ ਰੱਦ ਕਰਨ ਦੇ ਲਈ ਚਿੱਠੀਆਂ ਆਈਆਂ, ਫਿਰ ਮਤੇ ਪਾਸ ਹੋਏ, ਉਹਦੇ ਤੋਂ ਬਾਅਦ ਅੱਗੇ ਗਏ। ਕਿੰਨਾ ਕੁ ਕੰਮ ਹੋਇਆ, ਕਿੰਨਾ ਕੁ ਨਹੀਂ ਹੋਇਆ ਇਹ ਨਹੀਂ ਪਤਾ, ਪਰ ਪਿਛਲੇ 5 ਸਾਲਾਂ ਤੋਂ ਕਦੇ ਢਕੀ ਤੇ ਕਦੇ ਪਤੀਲੇ ਤੋਂ ਢੱਕਣ ਚੱਕ ਕੇ ਰਿੱਝੀ ਜਾ ਰਹੀ ਹੈ। ਹੁਣ ਭਗਵੰਤ ਮਾਨ ਹੋਰਾਂ ਨੇ ਮੁੱਦਾ ਦੁਬਾਰਾ ਚੱਕ ਲਿਆ। ਉਹ ਕਹਿੰਦੇ ਕਿ ਸਿੱਧੂ ਸਾਹਿਬ, ਚੰਨੀ ਸਾਹਿਬ, ਜਾਖੜ ਸਾਹਿਬ ਤੇ ਸਾਰੀ ਕਾਂਗਰਸ ਇਸ ਗੱਲ ਦੇ ਉੱਤੇ ਜਵਾਬ ਦਿਓ ਕਿ 5 ਸਾਲ ਪਹਿਲਾਂ ਤੁਸੀਂ ਸੱਤਾ ਇਸ ਮੁੱਦੇ ਨੂੰ ਭੁਨਾ ਕੇ ਹਾਸਲ ਕੀਤੀ ਸੀ ਕਿ ਜੀ ਬਿਜਲੀ ਦੇ ਸਮਝੌਤੇ ਤਾਂ ਗਲਤ ਹੋਏ, ਉਹਦੇ ਕਰਕੇ ਮਹਿੰਗੀ ਬਿਜਲੀ ਖਰੀਦਣੀ ਪੈਂਦੀ ਹੈ, ਲੋਕਾਂ ਨੂੰ ਮਹਿੰਗੀ ਬਿਜਲੀ ਦੇਣੀ ਪੈਂਦੀ ਹੈ, ਅਸੀਂ ਸਮਝੌਤੇ ਰੱਦ ਕਰਾਂਗੇ। ਉਹ ਕਹਿੰਦੇ ਜਵਾਬ ਦਿਓ ਲਿਖਤੀ ਪੰਜਾਬ ਦੇ ਲੋਕਾਂ ਨੂੰ ਕਿ ਤੁਸੀਂ ਬਿਜਲੀ ਦੇ ਸਮਝੌਤੇ ਰੱਦ ਕਿਉਂ ਨਹੀਂ ਕੀਤੇ। ਨਹੀਂ ਜੀ, ਇਹ ਤਾਂ ਪੇਚਾ ਮੈਨੂੰ ਲੱਗਦਾ ਅੱਜ ਹੋਰ ਪੈ ਜਾਣਾ। ਭਗਵੰਤ ਮਾਨ ਹੋਣਾ ਚਲੋ ਕੱਲ ਗੱਲ ਕੀਤੀ ਨਾ, ਅੱਜ ਜਦੋਂ ਮਜੀਠੀਆ ਸਾਹਿਬ ਨੇ ਉਹਨਾਂ ਨੇ ਕਿਉਂਕਿ ਬਕਾਇਦਾ ਪੋਸਟ ਪਾ ਕੇ ਕਿਹਾ ਕਿ ਕਰੋੜਾਂ ਦਾ ਘਪਲਾ ਜਿਹੜਾ ਕੀਤਾ ਗਿਆ ਚੰਨੀ ਸਾਹਿਬ ਵੱਲੋਂ, ਉਹ ਮੈਂ ਪਰਦਾਫਾਸ਼ ਕਰਨਾ ਅੱਜ ਪ੍ਰੈਸ ਕਾਨਫਰੰਸ ਕਰਕੇ। ਹੋ ਸਕਦਾ ਉਹਦੇ 'ਚ ਇਹ ਵੀ ਗੱਲ ਛੇੜ ਲੈਣ, ਕਿਉਂਕਿ ਪਿਛਲੇ ਦਿਨ ਹੀ ਉਹਨਾਂ ਨੂੰ ਬੜਾ ਇਸ ਚੀਜ਼ ਦਾ ਰੰਜ ਸੀਗਾ ਵੀ ਯਾਰ ਕਮਾਲ ਕਰਦੇ ਹੋ, ਕਿਹੜਾ ਆਖੀ ਜਾਂਦਾ ਵੀ ਅਸੀਂ 18 ਨੂੰ ਸੌਦਾ ਕਰ ਲਿਆ, 18 ਰੁਪਏ ਯੂਨਿਟ ਦੇ ਹਿਸਾਬ ਨਾਲ 32 ਦਾ ਸੌਦਾ ਕਰ ਲਿਆ। ਕਿਉਂਕਿ ਜਦੋਂ ਕਾਂਗਰਸ ਵਾਲੇ ਪਾਸੋਂ ਸਾਰਾ ਕੁਝ ਕੀਤਾ ਜਾ ਰਿਹਾ ਸੀ, ਉਦੋਂ ਬੜੇ ਕਾਗਜ਼ ਫਰੋਲ ਦੱਸੇ ਜਾਂਦੇ ਸੀ ਵੀ ਆਹ ਦੇਖੋ ਜੀ ਸਮਝੌਤਾ 18 ਨੂੰ ਕਰ ਲਿਆ, 32 ਡੂਢ ਨੂੰ ਮਿਲਦੀ, ਇਹ ਬਾਕੀ ਦੇ 16.5-17 ਰੁਪਏ ਕਿਹੜਾ ਖਾ ਗਿਆ। ਹੁਣ ਜੇ ਗੱਲ ਚਰਚਾ ਦੁਬਾਰਾ ਚੱਲੀ ਹੈ ਤੇ ਇਲੈਕਸ਼ਨਾਂ ਨੇੜੇ ਹੋ ਸਕਦਾ ਅਗਲੇ ਵੀ ਕਹਿਣ ਵੀ ਮਹਾਰਾਜ ਸਾਨੂੰ ਵੀ ਵਿਖਾਓ ਵੀ ਕਿੱਥੇ ਦਸਤਖਤ ਹੋਏ ਨੇ 18 ਰੁਪਏ ਯੂਨਿਟ ਵਾਲੇ, ਤੇ ਜੇ ਹੋਏ ਨੇ ਤੇ ਫਿਰ ਉਹ ਰੱਦ ਕੀਤਾ ਗਿਆ ਨਹੀਂ। ਵੈਸੇ ਇੱਕ ਗੱਲ ਹੈ, ਇਹਦਾ ਮਤਲਬ ਇਹ ਹੋ ਗਿਆ ਵੀ ਭਗਵੰਤ ਮਾਨ ਹੋਰਾਂ ਵੀ ਕਿਤੇ ਨਾ ਕਿਤੇ ਨੋਟ ਲਿਖ ਕੇ ਰੱਖੇ ਨੇ। ਹੁਣ ਜਦੋਂ ਮੁੱਖ ਮੰਤਰੀ ਦਾ ਚਿਹਰਾ ਅਗਲੇ ਬਣ ਗਿਆ ਤੇ ਨਾਲ ਹੀ ਉਹ ਡੈਰੀਆਂ ਕੱਢ ਲੈਂਦੇ ਵੀ ਓਕੇ ਆਹ ਸੌਦਾ ਅੱਜ ਵੇਚਦੇ ਆ ਬਈ, ਲਿਆਓ ਬਈ PPA ਸਮਝੌਤਿਆਂ ਦਾ ਕੀ ਬਣਿਆ। ਨਹੀਂ, ਉਹ ਲਿਆਉਣਗੇ ਵੀ। ਤੁਹਾਨੂੰ ਯਾਦ ਹੋਣਾ ਆਪਾਂ ਗੱਲ ਕਰਦੇ ਨੇ ਕਿ ਆਮ ਆਦਮੀ ਪਾਰਟੀ ਮਸਲਾ ਸ਼ੁਰੂ ਕਰ ਲੈਂਦੀ ਹੈ, ਨਿਬੇੜ ਕੋਈ ਹੋਰ ਜਾਂਦਾ। ਆ ਬਿਜਲੀ ਦੇ ਵਧੇ ਹੋਏ ਬਿੱਲਾਂ ਦਾ ਮਸਲਾ ਵੀ ਤਾਂ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਲੈ ਕੇ ਆਈ ਸੀ। ਹੋ ਸਕਦਾ ਉਹ ਸੋਚਦੇ ਹੁਣ ਕੋਈ ਗੱਲ ਨਹੀਂ, ਬਾਕੀਆਂ ਨੇ ਚੱਕ ਲਿਆ, ਹੋ ਲੈਣ ਦਿਓ ਠੰਡਾ, ਮਾੜਾ ਜਿਹਾ ਭੋਰਾ ਕੁ ਹੋਰ ਅਜੇ ਹੱਥ ਪੂਰੀ ਤਰ੍ਹਾਂ ਲੱਗਦਾ ਨਹੀਂ। ਹੁਣ ਜਿੱਦਾਂ ਹੀ ਮੁੱਖ ਮੰਤਰੀ ਦੇ ਦਾਅਵੇਦਾਰ ਆਮ ਆਦਮੀ ਪਾਰਟੀ ਨੇ ਬਣਾਏ ਆ, ਅਗਲੇ ਮੁੱਦਾ ਨਵਾਂ ਚੱਕ ਕੇ ਸਾਹਮਣੇ ਲਿਆਉਂਦੇ। ਹੁਣ ਪਿਛਲੇ 1.5 ਮਹੀਨੇ 'ਚ ਰੇਤਾ ਚਰਚਾ 'ਚ ਸੀ, ਦਲ ਬਦਲੀਆਂ ਚਰਚਾ 'ਚ ਸੀ, ਪਾਰਟੀਆਂ ਦੀਆਂ ਟਿਕਟਾਂ ਚਰਚਾ 'ਚ ਸੀ, ਪਰ ਬਿਜਲੀ ਦੇ ਸਮਝੌਤੇ ਚਰਚਾ 'ਚ ਨਹੀਂ ਸੀ। ਠੀਕ ਹੈ, ਬਿਜਲੀ 3 ਰੁਪਏ ਸਸਤੀ ਕਰ ਦਿੱਤੀ ਹੋਏਗੀ, ਪਰ ਆਪਾਂ ਕਿੰਨੀ ਵਾਰੀ ਸਵਾਲ ਚੁੱਕੇ ਕਿ ਪੰਜਾਬ ਦਾ ਬੇਸਿਕ ਮੁੱਦਾ ਹੈ ਕਿ ਜੇ ਸੱਚੀ ਮੁੱਚੀ ਬਿਜਲੀ ਦੇ ਸਮਝੌਤੇ ਗਲਤ ਕੀਤੇ ਆ ਤਾਂ ਪਤਾ ਲੱਗਣਾ ਚਾਹੀਦਾ। ਜੇ ਬਿਜਲੀ ਦੇ ਸਮਝੌਤੇ ਸਹੀ ਨੇ ਤਾਂ ਜਿਹੜੇ ਅੱਜ ਤੱਕ ਗਲਤ ਕਹਿ ਕੇ ਲੋਕਾਂ ਤੋਂ ਵੋਟਾਂ ਮੰਗਣ ਦੀ ਕੋਸ਼ਿਸ਼ ਕਰਦੇ ਰਹੇ ਉਹਨਾਂ ਦਾ ਪਰਦਾਫਾਸ਼ ਹੋਣਾ ਚਾਹੀਦਾ। ਪਰ ਜੇ ਗਲਤ ਕੀਤੇ ਆ ਤੇ ਉਹ ਰੱਦ ਕਿਉਂ ਨਹੀਂ ਕੀਤੇ ਗਏ ਪਤਾ ਹੋਣਾ ਚਾਹੀਦਾ। ਜੇ ਉਹ ਰੱਦ ਕੀਤੇ ਹੀ ਨਹੀਂ ਜਾ ਸਕਦੇ ਸੀ ਤਾਂ ਪਹਿਲਾਂ ਵਾਅਦਾ ਕਿਉਂ ਕੀਤਾ ਗਿਆ ਕਿ ਅਸੀਂ ਰੱਦ ਕਰਨੇ ਆ, ਤੇ ਜੇ ਵਾਅਦਾ ਕਰ ਦਿੱਤਾ ਸੀ ਰੱਦ ਹੋ ਸਕਦੇ ਸੀ ਤਾਂ ਇੰਨੀ ਲੇਟ ਕਿਉਂ ਕੀਤੇ। ਉਦੋਂ ਤੱਕ ਪੰਜਾਬ ਦੇ ਲੋਕਾਂ ਨੂੰ, ਪੰਜਾਬ ਸੂਬੇ ਨੂੰ ਕਿੰਨਾ ਨੁਕਸਾਨ ਹੋ ਗਿਆ। ਤੇ ਇੱਕ ਸਿਰੇ ਦੀ ਗੱਲ, ਜਦੋਂ ਪਤਾ ਲੱਗ ਗਿਆ ਸੀ ਕਿ ਭਾਈ ਬਿਜਲੀ ਬਹੁਤੀ ਚਾਹੀਦੀ ਹੈ ਤਾਂ ਆਪਣੇ ਪਲਾਂਟ ਕਿਉਂ ਨਾ ਲਾਏ ਗਏ, ਸਾਰਾ ਕੁਝ ਪ੍ਰਾਈਵੇਟ ਹੱਥਾਂ ਦੇ ਵਿੱਚ ਕਿਉਂ ਦਿੱਤਾ ਗਿਆ, ਕੋਲੇ ਦੀ ਧੁਆਈ ਦੇ ਪੈਸੇ ਕੋਲੋਂ ਦੇਣੇ ਪੈਣੇ ਸੀ ਕਿ ਨਹੀਂ ਦੇਣੇ ਪੈਣੇ ਸੀ, ਉਹ ਸਾਰੀ ਚਰਚਾ ਛਿੜਨੀ ਚਾਹੀਦੀ ਹੈ। ਕਿਉਂਕਿ ਇਹ ਥੋੜ੍ਹੀ ਹੈ ਕਿ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਮੁੱਦਾ ਉਭਾਰ ਦਿੱਤਾ ਤੇ ਦੂਜੀ ਵਾਰੀ ਉਹਦੇ ਉੱਤੇ ਮੂੰਹ ਦੇ ਵਿੱਚ ਘੁੰਗਣੀਆਂ ਪਾ ਲਈਆਂ, ਇਹ ਤਾਂ ਗੱਲ ਹੀ ਨਹੀਂ ਚਾਹੀਦੀ। ਪਰ ਹੁਣ ਹੋ ਸਕਦਾ ਇਸ ਮੁੱਦੇ ਦੇ ਉੱਤੇ ਕਾਂਗਰਸ ਪਾਰਟੀ ਦੇ ਅੰਦਰ ਵੀ ਰੌਲਾ ਪੈ ਜਾਏ, ਕਿਉਂਕਿ ਪ੍ਰਧਾਨ ਸਾਹਿਬ ਨੇ ਕਹਿ ਦੇਣਾ ਮੈਂ ਤਾਂ ਕਹਿੰਦਾ ਰਿਹਾ ਬਾਰ-ਬਾਰ, ਮੈਂ ਤਾਂ ਹਰ ਵਾਰੀ ਕਿਹਾ ਕਿ ਰੱਦ ਹੋਣੇ ਚਾਹੀਦੇ ਆ, ਮੇਰੀ ਉਦੋਂ ਕਿਸੇ ਨੇ ਸੁਣੀ ਨਹੀਂ, ਮੈਂ ਤਾਂ ਪਾਰਟੀ ਦਾ ਮੁਖੀ ਹਾਂ, ਆ ਜਿਹੜੇ ਸਰਕਾਰਾਂ ਦੇ ਮੁਖੀ ਆ ਲਓ ਜਵਾਬ। ਹਾਂ ਨਹੀਂ, ਉਹ ਵੀ ਕਰਨਗੇ। ਮੈਨੂੰ ਤੇ ਇਹ ਵੀ ਸ਼ੱਕ ਆ ਵੀ ਸ਼ਾਇਦ ਅੱਜ ਕੱਲ੍ਹ ਦੇ ਵਿੱਚ ਦੁਬਾਰਾ ਉਹ ਅੰਕੜੇ ਨਾ ਨਿਕਲ ਆਉਣ। ਜਿਹੜੇ ਅੰਕੜੇ ਮੈਨੂੰ ਯਾਦ ਆਉਂਦਾ ਜਦੋਂ ਕੈਪਟਨ ਸਾਹਿਬ ਕੁਰਸੀ 'ਤੇ ਸੀਗੇ ਤੇ ਉਦੋਂ ਜਿਹੜੇ ਬੰਦੇ ਉਹਨਾਂ ਦਾ ਵਿਰੋਧ ਕਰਦੇ ਸੀ ਉਹਨਾਂ ਨੇ ਚਿੱਠੀਆਂ ਲਿਖ ਕੇ ਉਹ ਸਾਰਿਆਂ ਕੁਛ ਦਾ ਜ਼ਿਕਰ ਕੀਤਾ ਸੀ।
ਉਹਦੇ 'ਚ ਉਹਨਾਂ ਨੇ ਕਿਹਾ ਸੀ ਵੀ ਮਹਾਰਾਜ ਇੰਨੇ ਪੈਸੇ ਲੱਗਦੇ ਸੀ ਆਪਣਾ ਪਲਾਂਟ ਲਾਉਣ ਦੇ, ਤੇ ਇੰਨੇ ਪੈਸਿਆਂ ਦਾ ਸਮਝੌਤਾ ਕੰਪਨੀ ਨਾਲ ਕਰ ਲਿਆ। ਮੋਟਾ ਜਿਹਾ ਆਪਾਂ ਇਦਾਂ ਕਰਦੇ, ਐਗਜ਼ੈਕਟ ਮੈਨੂੰ ਹੁਣ ਯਾਦ ਨਹੀਂ ਹੋਏ, ਕਹਿੰਦੇ ਵੀ ਜੇ ਮੰਨ ਲਓ 100 ਰੁਪਏ ਦਾ ਪਲਾਂਟ ਲੱਗਦਾ ਤੇ ਆਪਾਂ 250 ਦਾ ਸੌਦਾ ਕਰ ਲਿਆ ਵੀ ਤੈਨੂੰ 250 ਦੇ ਦੇਵਾਂਗੇ, 100 ਦਾ ਪਲਾਂਟ ਨਹੀਂ ਲਾਉਣਾ। ਤੇ ਜੇ 5 ਸਾਲਾਂ ਤੋਂ ਵੀ ਆਪਾਂ ਨੂੰ ਸਮਝ ਆ ਗਈ ਸੀ, ਮੰਨ ਲਓ 17 'ਚ ਵੀ ਸਮਝ ਆ ਗਈ ਵੀ ਯਾਰ 250 ਇਹਨੂੰ ਦੇਣ ਨਾਲੋਂ ਚੰਗਾ ਵੀ 100 ਦਾ ਆਪਣਾ ਬਣਾ ਲਓ, ਉਹਦੇ 'ਚ ਫਾਇਦਾ। ਉਹਦੇ ਵਾਲੇ ਪਾਸੇ ਵੀ ਨਹੀਂ ਤੁਰਿਆ ਗਿਆ। ਇਹ ਉਦੋਂ ਚਰਚਾ ਚੱਲਦੀ ਸੀ, ਕੈਪਟਨ ਸਾਹਿਬ ਨੂੰ ਜਵਾਬ ਨਹੀਂ ਸੀ ਆਇਆ ਉਦੋਂ, ਪਰ ਜੇ ਉਹਨਾਂ ਨੂੰ ਜਵਾਬ ਨਹੀਂ ਆਇਆ ਸੀ ਤੇ ਹੁਣ ਕੈਪਟਨ ਸਾਹਿਬ ਵੀ ਤੇ ਜਵਾਬ ਮੰਗਦੇ ਆ ਨਾ। ਉਹਨਾਂ ਨੇ ਵੀ ਕਿਹਾ, ਉਹ ਕਹਿੰਦੇ ਮੈਂ ਤੇ ਉਦੋਂ ਦਾ ਕਹੀ ਜਾਣਾ, ਕਰੋ ਕੁਛ ਤਾਂ ਦੱਸੋ ਫਿਰ ਕਿੰਨੇ ਕੀ ਕੀਤਾ। ਕਹਿੰਦੇ 111 ਦਿਨ ਹੋ ਗਏ ਕੁਰਸੀ ਤੇ ਬੈਠਿਆਂ ਨੂੰ, ਦਿਓ ਜਵਾਬ। ਉਦੋਂ ਮੈਨੂੰ ਤੇ ਘੜੀਸਦੇ ਆ, ਕੈਪਟਨ ਨਹੀਂ ਕਰਦਾ, ਹੁਣ ਕਿਹਨੇ ਕੀਤਾ? ਸੰਧਾਲੀਆ ਸਾਹਿਬ ਤੁਸੀਂ ਦੇਖੋ ਕਿ ਵਿਚਾਲੇ ਇੱਕ ਮੁੱਖ ਮੰਤਰੀ ਨੇ, ਵੈਸੇ ਜਿਹੜੇ ਬੰਦੇ ਕੋਲ ਤਾਕਤ ਹੁੰਦੀ ਆ ਨਿਸ਼ਾਨੇ ਉਹਦੇ ਤੇ ਲੱਗਦੇ ਹੀ ਆ। ਜਦੋਂ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਨਿਸ਼ਾਨੇ ਉਹਨਾਂ ਨਾਲ ਸੀ, ਕੈਪਟਨ ਸਾਹਿਬ ਮੁੱਖ ਮੰਤਰੀ ਸੀ ਸਾਰੇ ਨਿਸ਼ਾਨੇ ਉਹਨਾਂ ਨਾਲ। ਚੰਨੀ ਸਾਹਿਬ ਆ ਤਾਂ ਹੁਣ ਤੀਰ ਤਾਂ ਸਹਿਣੇ ਹੀ ਪੈਣੇ ਆ। ਕੋਈ ਬੰਦਾ ਇਹ ਨਹੀਂ ਕਹਿ ਸਕਦਾ ਕਿ ਚੰਨੀ ਸਾਹਿਬ ਦੇ ਦੁਆਲੇ ਹੋ ਗਏ, ਬਾਕੀਆਂ ਦੇ ਦੁਆਲੇ ਕਿਹੜਾ ਨਹੀਂ ਸੀ ਹੁੰਦੇ। ਵਿਰੋਧੀ ਧਿਰਾਂ ਦੀ ਗੱਲ ਕਰਦਾ। ਹੁਣ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਹਿਤਾ ਜੀ ਚਮਕੌਰ ਸਾਹਿਬ ਤੋਂ ਹਰ ਰਹੇ ਰੁਪਈਏ ਬੜੇ ਬਣਾਏ, ਬੀਬੀ ਬਾਦਲ, ਸੁਖਬੀਰ ਸਿੰਘ ਜੀ ਬਾਦਲ, ਬਿਕਰਮ ਸਿੰਘ ਮਜੀਠੀਆ ਸਾਰੇ ਕਹਿ ਰਹੇ ਚੰਨੀ ਸਾਹਿਬ ਬਾਰੇ। ਇਧਰਲੇ ਪਾਸਿਓਂ ਜਿਹੜੇ ਉਹਨਾਂ ਦੀ ਪਾਰਟੀ ਦੇ ਬੰਦੇ ਆ, ਕੋਈ ਮੂੰਹ ਘੁੱਟ ਕੇ ਬੋਲਦਾ, ਕੋਈ ਖੁੱਲ੍ਹ ਕੇ ਬੋਲਦਾ, ਬਹੁਤਾ ਜ਼ਿਆਦਾ ਸਪੋਰਟ ਨਹੀਂ ਇਸ ਮਸਲੇ ਤੇ। ਆ ਰਹਿੰਦੀ ਖੂੰਦੀ ਕਸਰ ਜਿਹੜੀ ਆ ਨਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੱਢੀ, ਕਿਉਂਕਿ ਚੰਨੀ ਸਾਹਿਬ ਵੀ ਪਿਛਲੇ ਦਿਨਾਂ 'ਚ ਕਹਿਣਾ ਪਿਆ ਕੈਪਟਨ ਸਾਹਿਬ ਨੇ ਨਹੀਂ ਕੀਤਾ ਹੋਵੇ ਕੰਮ, ਮੇਰੇ ਤੋਂ 111 ਦਿਨਾਂ ਦਾ ਹਿਸਾਬ ਲਓ। ਉਹਨਾਂ ਨੇ 2 ਨੁਕਤੇ ਰੱਖੇ ਆ। ਉਹ ਕਹਿੰਦੇ ਜੀ ਪਹਿਲੀ ਗੱਲ ਹੈ, ਮੈਂ ਤਾਂ ਪਾਰਟੀ ਦੇ ਮੂੰਹ ਨੂੰ ਚੁੱਪ ਸੀ, ਮੈਨੂੰ ਪਤਾ ਸੀ ਮੇਰੇ MLA ਤੇ ਮੰਤਰੀ ਕਰਦੇ ਆ ਕੰਮ, ਮੈਂ ਨਹੀਂ ਸੀ ਚਾਹੁੰਦਾ ਕਿ ਕਾਂਗਰਸ ਪਾਰਟੀ ਦਾ ਅਕਸ ਖਰਾਬ ਹੋਵੇ। ਪਰ ਜਿਹੜੇ ਗੱਲ ਦੇ ਕਰਕੇ ਮੈਨੂੰ ਲਾਇਆ ਗਿਆ, ਅੱਜ ਬੀਬੀ ਸੋਨੀਆ ਗਾਂਧੀ ਦੇਵੇ ਜਵਾਬ ਕਿ 111 ਦਿਨ ਇਹ ਬੰਦਾ ਮੁੱਖ ਮੰਤਰੀ ਰਿਹਾ ਹੈ। ਚੰਨੀ ਸਾਹਿਬ ਦੀ ਗੱਲ ਕੀਤੀ, ਕੋਡ ਆਫ ਕੰਡਕਟ ਬਾਅਦ ਵਿੱਚ ਲੱਗਾ। ਕਿੰਨੇ ਕਰੇਤਾ ਵਾਲੇ ਤੁਸੀਂ ਫੜੇ ਆ ਨਜਾਇਜ਼ ਮਾਈਨਿੰਗ ਵਾਲੇ, ਜਿਹਦਾ ਹਵਾਲਾ ਦੇ ਕੇ ਮੈਨੂੰ ਤੁਸੀਂ ਕਹਿਤਾ ਸੀ ਕਿ ਭਾਈ ਗੱਦੀ ਛੱਡਣੀ ਪਊਗੀ। ਨਾਲ ਹੀ ਚੰਨੀ ਸਾਹਿਬ ਨੂੰ ਪੁੱਛ ਲਿਆ, ਚੰਨੀ ਸਾਹਿਬ ਦੱਸਿਓ ਕਿੰਨੇ ਕੁ ਤੇ ਕਾਰਵਾਈ ਹੋਈ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰੀ ਸੂਬੇ ਦੇ ਮੁੱਖ ਮੰਤਰੀ ਸੀ, ਉਹ ਦੇਸ਼ ਦੀ ਕਨਸਟੀਟਿਊਸ਼ਨ ਦੇ ਪ੍ਰਤੀ, ਸੂਬੇ ਦੇ ਪ੍ਰਤੀ ਵਫਾਦਾਰ ਹੋਣੇ ਚਾਹੀਦੇ ਸੀ, ਕਾਂਗਰਸ ਦੇ ਪ੍ਰਤੀ ਥੋੜੋ। ਯਾਨੀ ਇੱਕ ਬੰਦਾ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਹੋਵੇ, ਆਪ ਮੰਨੇ ਆ, ਉਹਨਾਂ ਨੂੰ ਪਤਾ ਹੋਵੇ ਕਿ ਆਹ 2 ਨੰਬਰ ਦੇ ਵਿੱਚ ਮੇਰੇ ਬੰਦੇ ਕੰਮ ਕਰਦੇ ਆ, ਤੇ ਤੁਸੀਂ ਕਨਸਟੀਟਿਊਸ਼ਨ ਯਾਨੀ ਕਿ ਸੰਵਿਧਾਨ ਦੇ ਮੁਤਾਬਕ ਕਾਰਵਾਈ ਕਰਨ ਦੀ ਜਗ੍ਹਾ ਦੇ ਉੱਤੇ ਕਿਤੇ ਪਾਰਟੀ ਨੂੰ ਨੁਕਸਾਨ ਨਾ ਹੋ ਜਾਵੇ। ਜੇ ਉਹਦੇ ਮੁਤਾਬਕ ਕੰਮ ਕਰਦੇ ਨੇ, ਉਹਦਾ ਮਤਲਬ ਕਿ ਤੁਸੀਂ ਮੁੱਖ ਮੰਤਰੀ ਦੀ ਤਨਖਾਹ ਲੈਂਦਿਆਂ ਵੀ ਉਹ ਤਨਖਾਹ ਲੈਣ ਤੋਂ ਬਾਅਦ ਜਿਹੜੇ ਫਰਜ਼ ਜਿਸ ਤਰੀਕੇ ਨਾਲ ਨਿਭਾਉਣੇ ਚਾਹੀਦੇ ਉਸ ਤਰੀਕੇ ਨਾਲ ਤੁਸੀਂ ਨਿਭਾਏ ਨਹੀਂ। ਪਰ ਦੂਸਰਾ, ਬੀਬੀ ਸੋਨੀਆ ਗਾਂਧੀ ਕੀ ਜਵਾਬ ਦਿੰਦੇ ਆ, ਚੰਨੀ ਸਾਹਿਬ ਕੀ ਜਵਾਬ ਦਿੰਦੇ ਆ। ਰੇਤਾ ਦਾ ਕੰਮ ਜੇ ਚੱਲਦਾ ਤੇ ਹੁਣ ਈਡੀ ਦੇ ਜਿਹੜੇ ਛਾਪੇ ਤੋਂ ਬਾਅਦ ਹੀ ਚਰਚਾ ਕਿਉਂ ਚੱਲੀ ਹੈ, ਪਹਿਲਾਂ ਆਪ ਕੁਛ ਕਿਉਂ ਨਹੀਂ ਕੀਤਾ। ਇੱਕ ਗੱਲ ਉਹਨੇ ਹੋਰ ਕਹੀ, ਕਹਿੰਦੇ 2018 'ਚ ਪਰਚਾ ਦਰਜ ਹੋਇਆ ਨਾ, ਚੰਨੀ ਸਾਹਿਬ ਨੇ ਵੀ ਕਿਹਾ ਕਿ 2018 'ਚ ਪਰਚਾ ਹੈ, ਈਡੀ ਵਾਲੇ ਵੀ ਕਹਿੰਦੇ 2018 'ਚ ਪਰਚਾ ਹੈ। ਮੈਂ ਸੀ ਕਹਿੰਦੇ ਮੁੱਖ ਮੰਤਰੀ, ਮੈਂ ਦਰਜ ਕਰਾਇਆ ਸੀ ਕੇਸ, ਈਡੀ ਕੋ ਗੱਲ ਬਾਅਦ 'ਚ ਗਈ ਹੈ, ਮੇਰੇ ਕੇਸ ਦਾ ਫੋਲੋਅਪ। ਦੇਖੋ ਹਰੇਕ ਬੰਦਾ ਆਖੂਗਾ ਹੁਣ ਭਾਈ ਸਾਹਿਬ ਕ੍ਰੈਡਿਟ ਦੌੜ ਹੈ ਇੱਕ ਤਰ੍ਹਾਂ ਨਾਲ ਬਣ ਗਈ। ਹੁਣ ਕ੍ਰੈਡਿਟ ਲੈਣ ਦੀ ਗੱਲ ਆ ਵੀ ਮਹੀਨਾ ਇੱਕੋ ਹੀ ਆ ਵਾਟ ਜੀ, ਬਸ ਜਿਹੜਾ ਲੈ ਗਿਆ, ਜਿਹੜਾ ਰਹਿ ਗਿਆ। ਹੁਣ ਇਸ ਚੱਕਰ ਦੇ ਵਿੱਚ ਹਰੇਕ ਬੰਦਾ ਕੋਸ਼ਿਸ਼ ਕਰ ਰਿਹਾ, ਪਰ ਇੱਕ ਮੈਨੂੰ ਕੁਦਰਤੀ ਗੱਲ ਯਾਦ ਆ ਗਈ। ਹੁਣ ਚੰਨੀ ਸਾਹਿਬ ਨੇ ਤਾਂ ਕਿਹਾ ਮੈਂ ਮਾਣਾ ਨਹੀਂ ਦਾ ਦਾਅਵਾ ਕਰਨਾ, ਉਹ ਮੈਡਮ ਅਨਮੋਲ ਗਗਨ ਮਾਨ ਉਹਨਾਂ ਦਾ ਨਾਮ ਖਰੜ ਤੋਂ ਹੈ ਨਾ, ਉਹਨਾਂ ਵੀ ਪ੍ਰੈਸ ਕਾਨਫਰੰਸ ਇਸੇ ਮਾਮਲੇ 'ਚ ਕੀਤੀ ਕਿ ਆਪਣੇ ਭਾਈਚਾਰੇ ਨੂੰ ਪੁੱਛ ਲਿਆ ਵੀ ਉਹ ਤਾਂ ਜੀ ਕਹਿੰਦੇ ਆਪਾਂ ਮਾਣਾ ਨਹੀਂ ਦਾ ਦਾਅਵਾ ਕਰਾਂਗੇ, ਇੱਦਾਂ ਕਿੱਦਾਂ ਕਰਨਾ, ਕਹਿੰਦਾ ਪਹਿਲਾਂ ਮੇਰੇ 'ਤੇ ਕਰੋ, ਮੈਂ ਕਹਿੰਦੀ ਹਾਂ ਚੋਰ ਹੈ ਸਿੱਧਾ ਹੀ। ਆਹੋ, ਮਤਲਬ ਮੈਨੂੰ ਉਹਦੇ ਤੋਂ ਇਹ ਗੱਲ ਲੱਗੀ ਵੀ ਹੋ ਸਕਦਾ ਆਮ ਆਦਮੀ ਪਾਰਟੀ ਸ਼ਾਇਦ ਐਤਕੀ ਇੱਕ ਵੱਖਰੀ ਰਣਨੀਤੀ ਕਰ ਲਵੇ, ਕਿਉਂਕਿ ਪਹਿਲਾਂ ਉਹਨੂੰ ਪਤਾ ਲੱਗ ਗਿਆ ਵੀ ਪੂਰੇ ਮੁਲਕ ਦੇ ਵਿੱਚ ਇੱਕ ਰਾਂ ਸਾਡਾ ਅਕਸ ਉਹੋ ਜਿਹਾ ਹੋ ਚੁੱਕਾ ਵੀ ਵੀਰ ਮੇਰਿਆ ਇੱਕ ਰਾਂ ਜਾ ਕੇ ਪੈਂਦੇ ਆ ਗੱਲ ਨੂੰ, ਜਦੋਂ ਅਗਲਾ ਬੰਦਾ ਥੋੜ੍ਹੀਆਂ ਅੱਖਾਂ ਵਿਖਾਉਂਦਾ ਹੋਵੇਗਾ ਨਹੀਂ ਮਾਫੀ ਛੱਡੋ ਖੜਾ ਕਿਹੜੇ ਕੰਮ 'ਚ ਮੈਂ ਆਪਾਂ। ਜੇ ਆਹ ਵਾਲੀ ਇਮੇਜ ਹੁਣ ਵੀ ਬਣ ਗਈ ਤੇ ਫਿਰ ਸਾਡਾ ਬਣਨਾ ਕੁਛ ਨਹੀਂ, ਕਿਉਂਕਿ ਪੰਜਾਬੀ ਜਿਹੜੀ ਰੇਸ ਆ ਉਹ ਥੋੜ੍ਹੀ ਜਿਹੀ ਇੱਦਾਂ ਵੀ ਯਾਰ ਜੇ ਖੜ ਗਏ ਤੇ ਖੜ ਗਏ, ਕੋਈ ਗੱਲ ਨਹੀਂ 4 ਵੱਜ ਜਾਣਗੇ, ਕੀ ਫਰਕ ਪੈਂਦਾ। ਬਿਲਕੁਲ ਹੁਣ ਹੋ ਸਕਦਾ ਵੀ ਉਹ ਇਸ ਰਣਨੀਤੀ ਦੇ ਕੰਮ ਕਰਨਾ ਸ਼ੁਰੂ ਕਰ ਦੇਣ ਵੀ ਯਾਰ ਕੱਲ੍ਹ ਉਹ ਕਿਉਂ 10 15 20 ਬੰਦੇ ਹੋਰ ਕਹੋ ਵੀ ਨਹੀਂ ਮੈਂ ਵੀ ਕਹਿੰਦਾ ਕਰੋ ਜੀ, ਮੇਰੇ 'ਤੇ ਵੀ ਕਰੋ, ਹਾਂ ਲੱਭੋ ਤੁਸੀਂ ਇਹਦੇ 'ਚ ਗੱਲਬਾਤ। ਹੋ ਸਕਦਾ ਵੀ ਇਹ ਇਸ ਪਾਸੇ ਨੂੰ ਘੀਂਗੇ ਗੱਲ ਪੈ ਜਾਵੇ। ਤੁਹਾਨੂੰ ਯਾਦ ਹੋਣਾ ਜਦੋਂ ਬਿਕਰਮ ਸਿੰਘ ਮਜੀਠੀਆ ਸਾਹਿਬ ਦੇ ਬਾਰੇ ਕੇਜਰੀਵਾਲ ਸਾਹਿਬ ਬੋਲੇ ਸੀ, ਉਦੋਂ ਆਮ ਆਦਮੀ ਪਾਰਟੀ ਨੇ ਸਪੈਸ਼ਲ ਇੱਕ ਵਾਰੀ ਹਦਾਇਤਾਂ ਦਿੱਤੀਆਂ ਸੀ ਆਪਣੇ ਵਰਕਰਾਂ ਨੂੰ ਕਿ ਭਾਈ ਆਹ ਫੋਟੋ ਵੀ ਫੋਨ ਦੇ ਉੱਤੇ ਸਕਰੀਨ 'ਤੇ ਆਹ ਲਾਓ, ਆਪਣੇ WhatsApp ਦੇ ਉੱਤੇ ਆਹ ਲਾਓ। ਉਦੋਂ ਉਹੀ ਚੀਜ਼ਾਂ ਸਾਰੀਆਂ ਜਿਹੜੀਆਂ ਕੇਜਰੀਵਾਲ ਸਾਹਿਬ ਕਹਿੰਦੇ ਸੀ ਮਜੀਠੀਆ ਸਾਹਿਬ ਬਾਰੇ ਫਲੈਕਸਾਂ ਤੱਕ ਲਵਾਤੀਆਂ ਸੀ। ਹੋ ਸਕਦਾ ਕਿ ਭਾਈ ਐਤਕੀ ਵੀ ਹੇਠਲੇ ਪਾਸੇ ਨੂੰ ਮਾੜਾ ਜਿਹਾ ਕੰਮ, ਕਿਉਂਕਿ ਜੇ ਕੇਜਰੀਵਾਲ ਸਾਹਿਬ ਤੋਂ ਬੀਬੀ ਅਨਮੋਲ ਗਗਨ ਮਾਨ ਤੱਕ ਗੱਲ ਪਹੁੰਚੀ ਹੈ, ਉਹਨਾਂ ਤੋਂ ਸਾਰੇ ਉਮੀਦਵਾਰਾਂ ਤੱਕ ਪਹੁੰਚੇ, ਉਮੀਦਵਾਰਾਂ ਤੋਂ ਵਰਕਰਾਂ ਤੱਕ ਪਹੁੰਚੇ, ਕੋਈ ਪੱਕਾ ਪਤਾ ਥੋੜ੍ਹੀ ਹੈ ਕਿ ਕਹਾਣੀ ਕਿੱਧਰੋਂ ਤੁਰੀ ਹੈ। ਪਰ ਅਨਮੋਲ ਗਗਨ ਮਾਨ ਤੋਂ ਬਾਅਦ ਇੱਕ ਬਿਆਨ, ਇਹਦੇ ਤੋਂ ਪਹਿਲਾਂ ਕਿ ਆਪਾਂ ਦੂਸਰੀਆਂ ਖਬਰਾਂ ਵਾਲੇ ਪਾਸੇ ਤੁਰ ਪਈਏ, ਇੱਕ ਵਿਧਾਨ ਸਭਾ ਹਲਕਾ ਜਿੱਥੋਂ ਵੱਡੇ ਬਾਦਲ ਸਾਹਿਬ ਬਹੁਤ ਵਾਰੀ ਚੋਣ ਲੜੇ,
ਫਿਰ ਮਨਪ੍ਰੀਤ ਸਿੰਘ ਬਾਦਲ ਚੋਣ ਲੜੇ, ਉਹਨੂੰ ਗਿੱਦੜਬਾਹਾ ਕਹਿੰਦੇ ਆ। ਉਸ ਗਿੱਦੜਬਾਹਾ ਹਲਕੇ ਦੇ ਵਿੱਚ ਇੱਕ ਸੰਯੁਕਤ ਸਮਾਜ ਮੋਰਚੇ ਦੇ ਜਿਹੜੇ ਕੈਂਡੀਡੇਟ ਨੇ ਗੁਰਪ੍ਰੀਤ ਸਿੰਘ ਕੋਟਲੀ, ਉਹ ਕਹਿੰਦੇ ਆ ਜੀ ਮੇਰੇ ਨਾਲ ਨਾ ਐਂ ਕਰੋ, ਮਾੜੀ ਜਿਹੀ ਬਹਿਸ ਕਰਕੇ ਦੇਖ ਲੈਣਾ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਤੇ ਡਿੰਪੀ ਢਿੱਲੋਂ ਸਾਹਿਬ ਵੀ, ਜੇ ਮੈਂ ਬਹਿਸ ਦੇ ਵਿੱਚ ਹਾਰ ਗਿਆ ਲੋਕਾਂ ਦੇ ਮੁੱਦਿਆਂ ਤੇ ਮੈਂ ਇਲੈਕਸ਼ਨ ਨਹੀਂ ਲੜਦਾ। ਠੀਕ ਹੈ। ਦੂਸਰੀ ਗੱਲ ਕਿ ਉੱਥੇ ਕਿਉਂਕਿ ਬਹੁਤ ਪੰਗਾ ਪੈਂਦਾ, ਪਿਛਲੇ ਸਮੇਂ ਦੇ ਵਿੱਚ ਰਾਜਾ ਵੜਿੰਗ ਹੋਰੀ ਟਰਾਂਸਪੋਰਟ ਮੰਤਰੀ ਨੇ ਬੱਸਾਂ ਫੜ ਲਈਆਂ, ਡਿੰਪੀ ਢਿੱਲੋਂ ਹੋਰਾਂ ਦੀਆਂ ਵੀ ਫੜ ਲਈਆਂ, ਬਾਦਲ ਪਰਿਵਾਰ ਦੀਆਂ ਵੀ ਫੜ ਲਈਆਂ। ਉਹ ਵੱਖਰੀ ਗੱਲ ਹੈ ਕਿ ਹਾਈ ਕੋਰਟ 'ਚੋਂ ਸਾਰੀਆਂ ਵਾਪਸ ਆ ਗਈਆਂ, ਪਰ ਕੁੜੱਤਣ ਸਿਖਰ ਤੇ ਪਹੁੰਚ ਗਈ ਸੀ। ਹੁਣ ਰਾਜਾ ਵੜਿੰਗ ਉੱਥੋਂ ਕਾਂਗਰਸ ਦੇ ਤੀਜੀ ਵਾਰੀ ਦੇ ਉਮੀਦਵਾਰ ਨੇ। ਡਿੰਪੀ ਢਿੱਲੋਂ ਹੋਰਾਂ ਦੇ ਹੱਕ ਦੇ ਵਿੱਚ ਸੁਖਬੀਰ ਸਿੰਘ ਬਾਦਲ ਸਾਹਿਬ ਆਏ, ਉਹਨਾਂ ਨੇ ਉੱਥੇ ਆ ਕੇ ਫਿਰ ਤੱਤੀ ਬਿਆਨਬਾਜ਼ੀ ਕੀਤੀ ਤਾਂ ਰਾਜਾ ਵੜਿੰਗ ਨੇ ਜਵਾਬ ਵੀ ਦਿੱਤਾ। ਸੁਖਬੀਰ ਸਿੰਘ ਬਾਦਲ ਸਾਹਿਬ ਕਹਿੰਦੇ ਡਰਪੋਕ ਬੜਾ ਹੈ ਰਾਜਾ ਵੜਿੰਗ, ਬਹੁਤ ਡਰਪੋਕ ਹੈ, ਮੇਰੀਆਂ ਲੱਤਾਂ ਫੜ ਲੈਂਦਾ ਹੁੰਦਾ ਸੀ ਆ ਕੇ, ਮੈਂ ਛੱਡ ਦਿੰਦਾ ਸੀ। ਐਤਕੀ ਮਾਫ ਨਹੀਂ ਕਹਿੰਦੇ ਕਰਨਾ, ਹੰਕਾਰਿਆ ਹੀ ਫਿਰਦਾ ਬੰਦਾ, ਹੰਕਾਰਿਆ ਹੀ ਫਿਰਦਾ। ਐਤਕੀ ਕਹਿੰਦੇ ਉਹਨੇ ਹਰ ਵੀ ਜਾਣਾ, ਸਰਕਾਰ ਸਾਡੀ ਬਣ ਜਾਣੀ ਹੈ, ਤੇ ਤੁਸੀਂ ਦੇਖਿਓ ਸੀ ਐਤਕੀ ਜਿੰਨੀਆਂ ਮਰਜ਼ੀ ਆ ਕੇ ਲੱਤਾਂ ਫੜੇ, ਮੈਂ ਐਤਕੀ ਮਾਫ ਨਹੀਂ ਜੇ ਕਰਨਾ। ਨਹੀਂ ਇਹ ਤਾਂ ਕਿਹਾ, ਇਹ ਤਾਂ ਮੇਰਾ ਖਿਆਲ ਪਿਛਲੇ ਸਮੇਂ 'ਚ ਵੀ ਕਹਿੰਦੇ, ਪਰ ਮੈਨੂੰ ਲੱਗਦਾ ਵੀ ਹੁਣ ਇਹਦਾ ਆਪਾਂ ਕਾਊਂਟਰ ਅਟੈਕ ਵੇਖੀਏ, ਅੱਜ ਆ ਜੇ ਕੱਲ ਨੂੰ ਆ ਗਿਆ। ਅੱਛਾ ਆ ਗਿਆ ਤੁਰੰਤ ਮੈਂ ਵੀ ਆਖਾਂ ਇੰਨਾ ਟਾਈਮ ਲਾਉਂਦੇ ਨਹੀਂ ਵੜਿੰਗ ਸਾਹਿਬ ਹੈ, ਉਹਦਾ ਚਿੜੀ ਛੱਕਿਆਂ ਨੂੰ ਨਾ ਇੱਧਰੋਂ ਮਾਰੋ ਨਾਲ ਹੀ ਵਾਪਸ ਆ ਜਾਂਦੀ ਆ, ਸਰਵਿਸ ਚੇਂਜ ਹੀ ਹੁੰਦੀ ਆ। ਅੱਛਾ ਉਹ ਕੀ ਆਂਦੇ ਜੀ? ਉਹਨਾਂ ਨੇ ਸਿੱਧਾ ਹੀ ਕਿਹਾ, ਉਹ ਕਹਿੰਦੇ ਦੇਖੋ ਪਹਿਲੀ ਗੱਲ ਕਹਿੰਦੇ ਕਿ ਗਿੱਦੜਬਾਹੇ ਵਾਲਿਓ ਤੁਸੀਂ ਮੇਰਾ ਗਰੂਰ ਜੇ, ਗੱਡੀ ਜਾਂਦੇ ਲਾਈਵ ਹੋਏ ਉੱਥੋਂ, ਕਹਿੰਦੇ ਅੱਜ ਆਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ, ਇੱਦਾਂ ਹੀ ਬੋਲਦੇ ਹੁੰਦੇ ਉਹ, ਐਨ ਚੱਬ ਕੇ ਰਗੜ ਕੇ ਬੋਲਦੇ ਹੁੰਦੇ ਆ। ਉਹ ਕਹਿੰਦੇ ਜੀ ਪਹਿਲੀ ਗੱਲ ਸਾਡੇ ਇੱਕ ਸਰਪੰਚ ਸਾਹਿਬ ਨੂੰ ਕਹਿੰਦੇ ਉਹਨਾਂ ਨੇ ਪਾਰਟੀ ਸ਼ਾਮਲ ਕਰਾਇਆ ਤੇ ਇੱਕ ਐਮਸੀ ਨੂੰ। ਉਹ ਕਹਿੰਦੇ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਅਕਾਲੀ ਦਲ ਦਾ ਕਿ ਜੇ ਪਾਰਟੀ ਦਾ ਸੂਬਾ ਪ੍ਰਧਾਨ ਅੱਧਾ ਦਿਨ ਗਿੱਦੜਬਾਹੇ 'ਚ ਇੱਕ ਸਰਪੰਚ ਨੂੰ ਪਾਰਟੀ ਸ਼ਾਮਲ ਕਰਾਉਣ ਆਉਂਦਾ ਹੀ, ਤਾਂ ਇੱਕ ਐਮਸੀ ਨੂੰ ਤੁਸੀਂ ਹਾਲਾਤ ਦੇਖ ਲਓ ਉਹਨਾਂ ਦੇ ਕੀ ਹੋਣਗੇ। ਕਹਿੰਦੇ ਕੋਈ ਅੱਗੇ ਮੰਤਰੀ ਸ਼ਾਮਲ ਹੁੰਦਾ ਸੀ, ਕੋਈ ਚੇਅਰਮੈਨ ਸ਼ਾਮਲ ਹੁੰਦਾ ਸੀ, ਕੋਈ ਐਮਐਲਏ, ਕੋਈ ਸਾਬਕਾ ਐਮਐਲਏ। ਹੁਣ ਕਹਿੰਦੇ ਜੇ ਸਰਪੰਚ ਨੂੰ ਸ਼ਾਮਲ ਕਰਾਉਣ ਦੇ ਲਈ ਵੀ ਜੇ ਪਾਰਟੀ ਦੇ ਸੂਬਾ ਪ੍ਰਧਾਨ ਨੂੰ ਤੇ ਸੰਭਾਵੀ ਮੁੱਖ ਮੰਤਰੀ ਨੂੰ ਆਉਣਾ ਪੈਂਦਾ ਹੈ, ਫਿਰ ਕਹਿੰਦੇ ਤੁਸੀਂ ਗਿੱਦੜਬਾਹੇ ਦੇ ਹਾਲਾਤ ਤੁਸੀਂ ਆਪ ਹੀ ਹਿਸਾਬ ਕਿਤਾਬ ਸਮਝ ਲਓ। ਤੇ ਨਾਲ ਹੀ ਉਹਨਾਂ ਨੇ ਇਹ ਵੀ ਕਹਿ ਦਿੱਤਾ, ਉਹ ਕਹਿੰਦੇ ਕੋਈ ਗੱਲ ਨਹੀਂ, ਰਾਜਾ ਵੜਿੰਗ ਪੂਰੀ ਤਿਆਰੀ ਨੇ, ਤੁਹਾਡੀਆਂ ਬੱਸਾਂ ਨੂੰ ਵੀ ਜੇ ਹੱਥ ਪਾਇਆ ਸੀ ਤਾਂ ਪੂਰੀ ਤਿਆਰੀ ਨਾਲ ਪਾਇਆ ਸੀ। ਕਦੇ ਕਹਿੰਦੇ ਤੁਸੀਂ ਕਹਿ ਦਿੰਦੇ ਐਸਐਸਪੀ ਲਾਤਾ, ਉਹ ਕਹਿੰਦੇ ਉਹ ਤਾਂ ਨਿਗਮ ਚੋਣਾਂ ਵੇਲੇ ਵੀ ਤੁਸੀਂ ਲਾਏ, ਤੁਸੀਂ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਲਾਉਣਾ ਲਾ ਲਓ। ਰਾਜਾ ਵੜਿੰਗ ਇੰਨਾ ਸਸਤਾ ਨਹੀਂ ਕਿ ਇੱਕ ਅਫਸਰ ਲਾ ਕੇ ਤੁਸੀਂ ਹੱਥ ਪਾ ਲਓਗੇ। ਕੋਈ ਇਹ ਜਿਹੜਾ ਪੇਚਾ ਨਾ ਇਹਦਾ ਜਵਾਬ ਦੇਣ ਭਾਈ ਸਾਹਿਬ ਗਿੱਦੜਬਾਹੇ, ਚਾਈਨਾ ਡੋਰ ਵਾਲਾ ਇਹ ਗਿੱਦੜਬਾਹੇ ਵਾਲੇ ਦੇਣ ਇਹਦਾ ਜਵਾਬ, ਕਿਉਂਕਿ ਬਾਕੀ ਕਿਸੇ ਦੇ ਵੱਸ ਦੀ ਗੱਲ ਇਹ ਹੈ ਨਹੀਂ। ਚਾਈਨਾ ਡੋਰ ਦੀ ਤੁਸੀਂ ਗੱਲ ਕੀਤੀ ਤੇ ਵਕੀਲ ਸਾਹਿਬ ਨੇ ਹਾਰ ਕੇ ਫਿਰ ਕਿਹਾ ਵੀ ਮਹਾਰਾਜ ਬਚਾ ਲਓ, ਕਿਉਂ ਨੁਕਸਾਨ ਕਰਾਈ ਜਾਂਦੇ ਲੋਕਾਂ ਦਾ। ਯਾਰ ਸੰਧਾਲੀਆ ਸਾਹਿਬ ਦੇਖੋ, ਐਡਵੋਕੇਟ HC ਅਰੋੜਾ ਉਹ ਮੰਨੇ ਜਾਂਦੇ ਆ ਕਿ ਉਹ ਲੋਕਾਂ ਦੇ ਹਿੱਤ ਦੀ ਪਟੀਸ਼ਨ ਪਾਉਂਦੇ ਆ। ਕਦੇ ਉਹ ਕਹਿ ਦਿੰਦੇ ਆ ਜੀ ਦੱਸੋ ਇੱਥੋਂ ਕਿਹੜੀ ਕਿਹੜੀ ਬੱਸ ਨੂੰ ਕਿੰਨਾ ਕਿੰਨਾ ਟਾਈਮ ਮਿਲਿਆ, ਆਹ ਸੜਕ ਕਦੋਂ ਦੀ ਬਣੀ ਆ ਜੀ, ਸਕੂਲਾਂ 'ਚ ਭਰਤੀ ਕਦੋਂ ਦੀ ਹੋਈ ਹੈ। ਜਾਨੀ ਲੋਕਾਂ ਦੀਆਂ ਅੱਖਾਂ ਖੋਲ੍ਹਣ ਵਾਲੇ ਅੰਕੜੇ ਲੈ ਕੇ ਆਉਂਦੇ ਆ, ਰਾਈਟ ਟੂ ਇਨਫੋਰਮੇਸ਼ਨ ਐਕਟ ਤਹਿਤ, ਫਿਰ ਅਦਾਲਤ 'ਚ ਜਾਂਦੇ ਆ ਕਿ ਭਾਈ ਆ ਕੰਮ ਹੁੰਦਾ ਕਿਉਂ ਨਹੀਂ। ਵਧੀਆ ਬੰਦੇ। ਹੁਣ ਤੁਸੀਂ ਦੇਖੋ ਕਿ ਮੈਂ ਸੋਚ ਰਿਹਾ ਸੀ ਕਿ ਪੰਜਾਬ 'ਚ ਯਾਰ ਜਦੋਂ ਦੇ ਇੱਦਾਂ ਦੇ ਵੀ ਬੰਦੇ ਹੈਗੇ ਆ, ਜਦੋਂ ਸਾਡੀਆਂ ਸਾਰਿਆਂ ਦੀਆਂ ਨਜ਼ਰਾਂ ਕੌਣ ਉਮੀਦਵਾਰ ਹੋਏਗਾ, ਕੌਣ ਪਾਰਟੀ ਛੱਡ ਕੇ ਚੱਲ ਜੂ, ਮੁੱਖ ਮੰਤਰੀ ਦਾ ਦਾਅਵੇਦਾਰ ਕੌਣ। ਇੱਕ ਛੋਟੀ ਜੀ ਗੱਲ ਪਰ ਜ਼ਿੰਦਗੀਆਂ ਦੇ ਨਾਲ ਸੰਬੰਧਿਤ ਹੈ। ਉਹਨਾਂ ਨੇ ਹੁਣ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਨੂੰ, ਗ੍ਰਹਿ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਨੂੰ, DGP ਪੰਜਾਬ ਨੂੰ ਚਿੱਠੀਆਂ ਲਿਖੀਆਂ, ਪਟੀਸ਼ਨਾਂ ਪਾਈਆਂ। ਉਹ ਕਹਿੰਦੇ ਜੀ ਬੇਨਤੀ ਹੈ ਕਿ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਮੁਕੰਮਲ ਪਾਬੰਦੀ ਲਾ ਚੁੱਕਿਆ ਚਾਈਨਾ ਡੋਰ ਤੇ, ਜਿਹਦੇ ਨਾਲ ਪਤੰਗ ਚੜਾਉਂਦੇ ਆ। ਤੇ ਐਦਾਂ ਦੀ ਡੋਰ ਹੈ ਕਿ ਜੇ ਐਦਾਂ ਆਪਾਂ ਪਤੰਗ ਚੜਾਉਂਦੇ ਸੀ, ਉਹ ਡੋਰ ਉਂਗਲੀ ਦੇ ਨਾਲ ਟੱਚ ਹੁੰਦੀ ਸੀ, ਹੁਣ ਉਹਦੇ ਉੱਤੇ ਇੱਕ ਰਬੜ ਚੜਾਉਣ ਨੂੰ ਦਿੰਦੇ ਆ ਨਾਲ ਕਿ ਭਾਈ ਨਹੀਂ ਤਾਂ ਤੁਹਾਡੀ ਉਂਗਲੀ ਵੱਢ ਹੋ ਜੂਗੀ ਪਤੰਗ ਚੜਾਉਂਦਿਆਂ ਦੀ। ਕਿੱਡੀ ਖਤਰਨਾਕ ਹੈ ਉਹ ਕਹਿੰਦੇ ਜਦ ਚਾਈਨਾ ਡੋਰ ਤੇ ਮੁਕੰਮਲ ਪਾਬੰਦੀ ਹੈ, ਉਹ ਵਿਕੀ ਕਿੱਦਾਂ ਜਾਂਦੀ ਹੈ। ਅੱਗੋਂ ਕਹਿੰਦੇ ਬਸੰਤ ਆਉਣ ਵਾਲੀ ਹੈ, ਬਸੰਤ ਨੂੰ ਪਤੰਗ ਬਹੁਤ ਚੜ੍ਹਦੇ ਆ, ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜ਼ਬਰਦਸਤ ਕਾਰਵਾਈ ਕਰਕੇ ਆਹ ਕੰਮ ਸਾਰਾ ਬੰਦ ਕਰਾਓ। ਤੇ ਨਾਲ ਇੱਕ ਵੀਡੀਓ ਟੈਗ ਕੀਤੀ, ਇੱਕ ਬੰਦਾ ਚਾਈਨਾ ਡੋਰ ਦੇ ਨਾਲ ਗਲਾ ਵੱਢ ਹੋਇਆ ਤੇ ਹਸਪਤਾਲ ਦੇ ਵਿੱਚ ਜਿਹੜਾ ਉਹ ਸਟਰੇਚਰ ਤੇ ਪਿਆ ਹੈ। ਨਾਲ ਦੀ ਨਾਲ ਉਹਨੇ ਲਿਖਿਆ, ਕਹਿੰਦੇ ਚਾਈਨਾ ਡੋਰ, ਕਿਉਂਕਿ ਬੰਦਾ ਪਤੰਗ ਚੜਾ ਲੈਂਦਾ, ਡੋਰ ਕੱਟੀ ਜਾਂਦੀ ਹੈ, ਛੱਡ ਦਿੰਦੇ ਆ। ਉਹ ਕਈ ਵਾਰੀ ਇਧਰਲੇ ਕੋਠੇ ਤੋਂ ਪਰਲੇ ਕੋਠੇ ਤੱਕ ਹੁੰਦੀ ਆ ਤੇ ਰਾਹ ਦੇ ਵਿੱਚ ਸੜਕ ਹੁੰਦੀ ਹੈ, ਤੁਸੀਂ ਸਕੂਟਰ ਤੇ ਜਾਂਦੇ ਹੋ, ਤੁਹਾਡੇ ਜੇ ਗਲ ਨੂੰ ਲੱਗ ਗਈ, ਇੱਥੇ ਲੱਗ ਗਈ, ਅੱਖ 'ਚ ਲੱਗ ਗਈ, ਨਾਲ ਹੀ ਵੜ ਦਿੰਦੀ ਹੈ। ਲੋਕਾਂ ਦੇ 20-20 ਟਾਂਕੇ ਲੱਗਦੇ, ਮੌਤਾਂ ਤੱਕ ਹੋਈਆਂ। ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਪੰਛੀਆਂ ਦੇ ਲਈ ਇਹਦੇ ਤੋਂ ਵੱਧ ਨੁਕਸਾਨਦੇਹ ਕੋਈ ਨਹੀਂ। ਸੰਧਾਲੀਆ ਸਾਹਿਬ ਮੈਨੂੰ ਨਹੀਂ ਪਤਾ 98% ਵਾਅਦੇ ਤੁਹਾਡੇ 'ਚੋਂ ਕਿਹਨੇ ਪੂਰੇ ਕੀਤੇ ਆ, 96, 94, 92 ਜਾਂ 99% ਕਿਹਨੇ ਪੂਰੇ ਕੀਤੇ ਆ, ਤੁਹਾਡੇ 'ਚੋਂ ਵਿਰੋਧੀ ਧਿਰ ਵਾਲੇ ਕੌਣ ਨੇ। ਪਰ ਚਾਈਨਾ ਡੋਰ ਤੇ ਮੁੱਦੇ ਤੇ ਰੋਜ਼ ਲੋਕ ਮਾਰ ਵੱਢ ਹੁੰਦੇ ਆ,
ਪੰਛੀਆਂ ਦਾ ਨੁਕਸਾਨ ਹੁੰਦਾ ਹੈ। ਜੇ ਐਡਵੋਕੇਟ HC ਅਰੋੜਾ ਨੂੰ ਚੱਲਦੀ ਚੋਣ ਦੇ ਬੁਖਾਰ ਦੇ ਵਿੱਚ ਇਹ ਚੇਤਾ ਆ ਸਕਦਾ ਕਿ ਇਹਦੇ ਤੇ ਪਾਬੰਦੀ ਲਾਓ, ਪਾਬੰਦੀ ਨਾ ਲਾਓ, ਲੱਗੀ ਹੋਈ ਪਾਬੰਦੀ ਨੂੰ ਲਾਗੂ ਕਰੋ, ਬਿਲਕੁਲ ਤਾਂ ਸਹੀ। ਤੁਹਾਨੂੰ ਲੀਡਰਾਂ ਨੂੰ ਚੇਤੇ ਕਿਉਂ ਨਹੀਂ ਆਉਂਦਾ? ਦੇਖੋ ਗੱਲ ਪਤਾ ਕੀ ਇੱਥੇ ਬਾਠ ਸਾਹਿਬ, ਮੈਂ ਨਾ ਲੀਡਰਾਂ ਵਾਲੇ ਪਾਸਿਆਂ ਨਾਲੋਂ ਵੀ ਨਾ ਮੈਂ ਲੋਕਾਂ ਵਾਲੇ ਪਾਸੇ ਜਾਣਾ ਹੀ। ਨਹੀਂ ਦੇਖੋ ਜਾਣਾ ਪੈਣਾ, ਪਤਾ ਕਿਉਂ? ਹਾਂ, ਇੱਕ ਆਪਣੀ ਇੱਕ ਆਦਤ ਹੈ ਨਿੱਕੀ ਜੀ ਕੀ ਕਿ ਵੀ ਯਾਰ ਜੇ ਮੈਂ ਅੱਜ ਪਤੰਗ ਵਧਾਈ ਜਾਂ ਚੜਾਈ ਜਾਂ ਗੁੱਡਾ ਚੜਾਇਆ ਵੀ ਯਾਰ ਮੈਂ ਅੱਜ ਕੱਟਣੀਆਂ ਹੀ, ਮੈਂ ਵੇਖੀ ਵੀ ਕਿੰਨੀਆਂ ਗੁੱਡੀਆਂ ਕੱਟਦਾ ਜਾਂ ਕਿੰਨੇ ਪਤੰਗ ਕੱਟਦਾ, ਵੇਖੋ ਪੇਚਾ ਲਾਉਣਾ ਹੈ ਨਾ। ਮੈਨੂੰ ਇਹ ਹੁੰਦਾ ਵੀ ਯਾਰ ਉਹ ਕਿਤੇ ਪਤੰਗ ਕਿਤੇ ਲੱਖ ਦੀ ਆਉਂਦੀ ਹੈ ਵੀ ਹੁਣ ਆਪਾਂ ਚੰਦ ਰੁਪਈਆਂ ਪੈਸਿਆਂ ਵਾਲੀ ਜਿਹੜੀ ਚੀਜ਼ ਆ, ਇੱਕ ਗੇਮ ਹੈ, ਇੱਕ ਖੇਡ ਆ, ਤੁਸੀਂ ਕੀ ਦਿਹਾੜੀ ਦੀਆਂ 4 ਨਹੀਂ ਤੇ 5 ਡਾਲੋਗੇ, ਕਿੰਨਾ ਚਿਰ ਬੰਦਾ ਕਿਤੇ ਧੌਣ ਉੱਪਰ ਨੂੰ ਚੁੱਕ ਕੇ ਡਾ ਸਕਦਾ ਗੁੱਡਾ? ਉਹ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਮਾਂ ਪਿਓ ਨੂੰ ਵੀ ਥੋੜ੍ਹਾ ਆਪਣੇ ਜਵਾਕਾਂ ਨੂੰ ਸਮਝਾ ਲੈਣਾ ਚਾਹੀਦਾ ਵੀ ਪੁੱਤ ਮੇਰਾ ਤੂੰ ਜੀ ਸਦਕੇ ਲਾਇਆ ਜਿੰਨੀਆਂ ਮਰਜ਼ੀ ਲਾਇਆ, ਵੀ ਤੂੰ ਭੋਰਾ ਕੱਚੀ ਲਾਇਆ ਡੋਰ ਯਾਰ, ਤੂੰ ਫਲਾਨੇ ਮਾਂਜੇ ਵਾਲੀ ਲੈ ਕੇ ਆਉਣੀ ਆ, ਢੀਂਗੜੇ ਵਾਲੀ ਲੈ ਕੇ ਆਉਣੀ। ਮੈਂ ਤਾਂ ਪਹਿਲਾਂ ਦੇ ਅੱਜ ਕੱਲ੍ਹ ਪਤਾ ਨਹੀਂ ਕੋਈ ਕਰਦਾ ਨਾ ਕਰਦਾ, ਫਲਾਣੇ ਕੱਚ ਲੱਗਾ ਓਏ ਉਹ ਤਾਂ ਕਰਾਂ ਮਾੜੀ ਜੀ ਨਾਲ ਲੱਗੇ ਨਾਲ ਹੀ ਲਾ ਦਿੰਦੀ। ਇਹ ਵਾਲਾ ਮੇਰੇ ਖਿਆਲ ਨਾਲ ਜਿਹੜਾ ਕੰਮ ਹੈ ਇਹ ਥੋੜ੍ਹਾ ਹੋ ਸਕਦਾ ਵੀ ਆਪਾਂ ਨੂੰ ਆਪਣੇ ਜਵਾਕਾਂ ਨੂੰ ਐਜੂਕੇਟ ਕਰਨਾ ਪਵੇ, ਕਿਉਂਕਿ ਇਹ ਮੈਨੂੰ ਲੱਗਦਾ ਵੀ ਇਹ ਚੋਰੀ ਜਿਹੜੀ ਕਿੱਥੋਂ ਨਿਕਲਦੀ। ਹੁਣ ਲਿਫਾਫੇ ਵੀ ਤਾਂ ਕਹਿਣ ਨੂੰ ਬੰਦ ਹੀ ਨੇ, ਪਰ ਡਿਮਾਂਡ ਹੈ ਤਾਂ ਅਗਲਾ ਬੰਦਾ ਦਿੰਦਾ। ਉਸੇ ਤਰ੍ਹਾਂ ਹੀ ਜੇ ਅਗਲੇ ਨੂੰ ਲੱਗਦਾ ਵੀ ਭਾਈ ਸਾਹਿਬ ਇਹ ਚਾਈਨਾ ਡੋਰ ਦੀ ਡਿਮਾਂਡ ਹੈ ਤਾਂ ਅਗਲਾ ਬੰਦਾ ਲਿਆਉਂਦਾ, ਭਾਵੇਂ ਲੱਖ ਪਾਬੰਦੀ ਹੋਵੇ। ਸੋ ਜੇ ਕਿਤੇ ਥੋੜ੍ਹਾ ਆਪਾਂ ਵੀ ਸਮਝ ਲਈਏ, ਨਿਆਣਿਆਂ ਨੂੰ ਸਮਝਾ ਲਈਏ, ਤੇ ਸ਼ਾਇਦ ਗੱਲ ਬਣ ਜੇ। ਬਾਕੀ ਉਹਨਾਂ ਕੋਲੋਂ ਤਾਂ ਬਾਕੀ ਮਸਲੇ ਹੱਲ ਹੋਏ ਨਹੀਂ, ਕਿ ਜਿਹੜੇ ਵੱਡੇ ਤੇ ਚਾਈਨਾ ਡੋਰ ਦਾ ਤੁਸੀਂ ਕਰਾ ਕੇ ਰਹੇ ਉਹਨਾਂ ਕੋਲ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਲੀਡਰ ਨਹੀਂ ਕੋਈ ਪਤੰਗ ਚੜਾਉਂਦਾ ਦੇਖਿਆ ਅਸੀਂ ਅੱਜ ਤੱਕ। ਹਾਂ, ਉਹ ਵੋਟਾਂ ਵਾਟਾਂ ਲੈਣ ਨੂੰ ਚੜਾ ਲੈਣ, ਆਮ ਲੋਕ ਚੜਾਉਂਦੇ ਆ। ਚੜਾਉਣ ਵਾਲੇ ਬੱਚੇ ਨੌਜਵਾਨਾਂ ਦੀ ਵੀ ਡਿਊਟੀ ਹੈ, ਉਹਨਾਂ ਦੇ ਪੇਰੈਂਟਸ ਦੀ ਵੀ ਡਿਊਟੀ ਹੈ। ਆਪਾਂ ਕਈ ਵਾਰੀ ਜਦੋਂ ਮੰਗ ਕਰੀ ਦੀ, ਕਈ ਦੁਕਾਨਦਾਰ ਕਹਿੰਦੇ ਯਾਰ ਹੁਣ ਤਾਂ 2 ਲੱਖ ਦੀ ਲਿਆ ਕੇ ਰੱਖ ਲਈ ਹੈ, ਹੁਣ ਤਾਂ ਸਾਡੇ ਪੈਸੇ ਫਸ ਗਏ। ਬਿਲਕੁਲ ਠੀਕ ਹੈ, ਇਹਨਾਂ ਸਾਰਿਆਂ ਦੀ ਡਿਊਟੀ ਤਾਂ ਹੈਗੀ ਹੈ, ਇਹਨਾਂ ਨੂੰ ਤਾਂ ਸਮਝਣਾ ਚਾਹੀਦਾ। ਪਰ ਆਹ ਸਾਰੇ 2,12 ਕਰੋੜ ਪੰਜਾਬ ਦੇ ਵੋਟਰ ਪਤਾ ਨਹੀਂ ਕਦ ਸਮਝਣ। ਜੇ ਉੱਪਰਲੇ 117 ਸਮਝ ਜਾਣ ਨਾ, ਸਿਰਫ 117 ਵੜਨ ਹੀ ਨਾ ਦੇਣ, ਜੇ ਵਿਕਣ ਨੂੰ ਆਪਸ਼ਨ ਹੀ ਨਹੀਂ ਹੋਏਗੀ, ਮੰਨ ਲਓ ਕਿ ਵਿਕਣ ਨੂੰ ਆਪਸ਼ਨ ਹੀ ਨਹੀਂ ਹੈਗੀ ਭਾਈ, ਆਉਣ ਹੀ ਨਹੀਂ ਦਿੱਤੀ, ਕਿਉਂਕਿ ਜੇ ਚਾਈਨਾ ਤੋਂ ਆਉਂਦੀ, ਮੈਨੂੰ ਨਹੀਂ ਪਤਾ ਕਿੱਥੋਂ ਆਉਂਦੀ ਹੈ, ਜੇ ਚਾਈਨਾ ਤੋਂ ਆਉਂਦੀ ਹੈ ਜਾਂ ਕਿਤੇ ਬਣਦੀ ਆ, ਤੁਸੀਂ ਇੱਕ ਜਗ੍ਹਾ ਤੋਂ ਟੰਟਾ ਹੀ ਨਿਬੇੜੋ। ਕਿਉਂਕਿ ਸਾਰੇ ਬੰਦੇ ਤਾਂ ਸਮਝਦੇ, ਜੇ ਸਾਰੇ ਬੰਦੇ ਸਮਝਦੇ ਹੁੰਦੇ ਅਸੀਂ ਤੁਹਾਡੀਆਂ ਰੈਲੀਆਂ 'ਚ ਇੱਕ ਬੰਦਾ ਨਾ ਜਾਣ ਦੇਈਏ। ਨਹੀਂ, ਮੁਸ਼ਕਲ ਉਹਦੇ ਜੇ ਆ ਐਕਚੁਅਲੀ ਉਹਨੂੰ ਚਾਈਨਾ ਡੋਰ ਕਹਿ ਦਿੰਦੇ ਆ। ਜਿੰਨੀ ਕਿ ਮੇਰੀ ਜਾਣਕਾਰੀ ਉਹ ਇਹ ਆ ਕਿ ਬੇਸਿਕਲੀ ਉਹ ਇੰਡਸਟਰੀਅਲ ਧਾਗਾ ਬਹੁਤ ਸਾਰੀਆਂ ਚੀਜ਼ਾਂ ਨੂੰ ਸੀਣ ਦੇ ਲਈ ਇੰਡਸਟਰੀ 'ਚ ਯੂਜ਼ ਹੁੰਦਾ। ਹੁਣ ਹੈ ਤੇ ਉਹ ਇੰਡਸਟਰੀ ਦੇ ਲਈ ਯੂਜ਼ ਹੋਣ ਵਾਲੀ ਚੀਜ਼, ਪਰ ਲੋਕਾਂ ਨੂੰ ਪਤਾ ਲੱਗ ਗਿਆ ਵੀ ਯਾਰ ਜਿਹੜੀ ਚੀਜ਼ ਨਾਲ ਆਹ ਸਿਉਂਦੇ ਆ, ਇਹਦੇ ਨਾਲ ਜੇ ਆਪਾਂ ਪਤੰਗ ਡਾਈਏ ਤੇ ਟੁੱਟਦੀ ਨਹੀਂ, ਉਹਦਾ ਇੱਕ ਮਿਸਯੂਜ਼ ਹੋਣ ਲੱਗ ਪਿਆ। ਨਹੀਂ, ਮੇਰਾ ਖਿਆਲ ਉਹਦੇ ਉੱਤੇ ਕੋਈ ਪਾਣ ਜੀ ਵੀ ਚਾੜਦੇ ਆ ਸਪੈਸ਼ਲ। ਨਹੀਂ, ਉਹ ਤਾਂ ਬਾਹਰ ਆਪਣੇ ਜਿਹੜੇ ਆਮ ਹੁੰਦੇ ਆ ਸੜਕਾਂ ਦੇ, ਉਹ ਡੋਰ ਹੁੰਦੀ ਅਸਲੀ। ਠੀਕ ਹੈ। ਜਿਹੜੀ ਇਹ ਚਾਈਨਾ ਵਾਲੀ ਡੋਰ ਉੱਤੇ ਕੁਛ ਚੜਾਉਣ ਦੀ ਲੋੜ ਨਹੀਂ ਹੈਗੀ। ਉਹ ਤਾਂ ਗੇਮ ਉਹੀ ਆ ਵੀ ਜਿਹੜਾ ਇੰਡਸਟਰੀ ਵਾਲਾ ਧਾਗਾ ਉੱਧਰੋਂ ਆਇਆ ਤਾਂ ਉਹਨੂੰ ਲਿਆਣ ਕੇ ਇਸ ਪਾਸੇ ਵਰਤ ਲਿਆ। ਅਸਲ 'ਚ ਤਾਂ ਉਹ ਸਗੋਂ ਕੰਮ ਹੋਣਾ ਚਾਹੀਦਾ। ਮੈਨੂੰ ਲੱਗਦਾ ਜਦੋਂ ਦੇ ਚਾਈਨਾ ਡੋਰ ਵਾਲਾ ਕੰਮ ਚੱਲ ਪਿਆ, ਉਦੋਂ ਦਾ ਸਗੋਂ ਸ਼ਹਿਰਾਂ 'ਚ ਉਹ ਡੋਰ ਬਣਾਉਣ ਵਾਲਿਆਂ ਦਾ ਕੰਮ ਹੀ ਵਿਚਾਰਿਆਂ ਦਾ ਘਟ ਗਿਆ, ਜਿਹੜੇ ਅਸਲੀ ਡੋਰ ਬਣਾਉਂਦੇ ਸੀ, ਹੈ ਨਾ। ਸੋ ਮੈਨੂੰ ਲੱਗਦਾ ਵੀ ਇਹ ਜ਼ਰੂਰ ਹੋਣਾ ਚਾਹੀਦਾ ਵੀ ਇੱਕ ਤਾਂ ਆਪਾਂ ਉਹਨਾਂ ਦਾ ਰੋਜ਼ਗਾਰ ਖਰਾਬ ਕਰ ਲਿਆ, ਦੂਜਾ ਆਪਾਂ ਕੋਈ ਧੌਣ ਵਢਾ ਲਿਆ, ਕੋਈ ਕਿਸੇ ਨੂੰ ਕੋਠੇ ਤੋਂ ਡਿੱਗ ਪਿਆ, ਕੋਈ ਹੋਰ ਨੁਕਸਾਨ ਹੋ ਗਿਆ। ਥੋੜ੍ਹਾ ਆਪ ਹੀ ਐਜੂਕੇਟ ਕਰਨਾ ਸ਼ੁਰੂ ਕਰ ਦਈਏ। ਮੈਨੂੰ ਲੱਗਦਾ ਹੁੰਦਾ ਵੀ ਕੁਛ ਤਾਂ ਸ਼ੁਰੂ ਕਰੀਏ। ਸੰਧਾਲੀਆ ਸਾਹਿਬ ਜ਼ਰੂਰੀ ਆ। ਦੇਖੋ ਬਹੁਤ ਸਾਰੇ ਲੋਕ ਕਿਸੇ ਨਾ ਕਿਸੇ ਪੰਛੀ ਨੂੰ ਰੱਖਦੇ ਆ, ਕੋਈ ਪਾਲਤੂ ਜਾਨਵਰ ਰੱਖਦੇ ਆ, ਬਿੱਲੀ ਕੁੱਤਾ, ਤੁਸੀਂ ਪਿਆਰ ਕਰਦੇ ਹੋ ਨਾ ਸਾਰਿਆਂ ਨੂੰ। ਜੇ ਤਾਂ ਚਾਹੁੰਦੇ ਹੋ ਕਿ ਉਹ ਬਚੇ ਰਹਿਣ, ਉਹ ਜ਼ਖਮੀ ਨਾ ਹੋਣ, ਉਹਨਾਂ ਨੂੰ ਤੜਫਣਾ ਨਾ ਪਵੇ, ਤੇ ਆਮ ਛੋਟੇ ਬੱਚੇ ਹੁੰਦੇ ਕਈ ਵਾਰੀ ਲਪੇਟ 'ਚ ਆ ਜਾਂਦੇ ਆ। ਤੁਸੀਂ ਇਹ ਦੇਖੋ ਕਿ ਭੱਜਾ ਜਾਂਦਾ ਬੱਚਾ, ਐਂ ਭੱਜਾ ਜਾਂਦਾ, ਖੇਡਦਾ ਉਹ ਚਾਈਨਾ ਡੋਰ ਮੂਹਰੇ ਆ ਗਈ, ਜੇ ਅੱਖ 'ਚ ਇੱਕ ਵਾਰੀ ਫਿਰ ਗਈ ਅੱਖ ਉਹਦੀ। ਉਹਨਾਂ ਚੀਜ਼ਾਂ ਤੋਂ ਬਚਾਉਣਾ ਤੇ ਤੁਹਾਨੂੰ ਸਾਰਿਆਂ ਨੂੰ ਲਹਿਰ ਮਾੜੀ ਮੋਟੀ ਇਸ ਮੁੱਦੇ ਤੇ ਚਲਾਉਣੀ ਪਏਗੀ। ਸਰਕਾਰ ਆਪਣਾ ਕੰਮ ਕਰੇ, ਕਿਉਂਕਿ ਗਲਤੀ ਪਤਾ ਕਿੱਥੇ ਆ ਸੰਧਾਲੀਆ ਸਾਹਿਬ? ਮਸਲਾ ਇਹ ਨਹੀਂ ਕਿ ਚਾਈਨਾ ਡੋਰ ਹੈ, ਕਾਨੂੰਨ ਬਣਿਆ, ਇੰਪਲੀਮੈਂਟ ਨਹੀਂ ਹੋ ਰਿਹਾ। ਜੇ ਚਾਈਨਾ ਡੋਰ ਵਾਲਾ ਇੰਪਲੀਮੈਂਟ ਨਹੀਂ ਹੋ ਰਿਹਾ, ਜੇ ਤੇ 1 ਨਿੱਕਾ ਰੁਪਈਆ ਨਹੀਂ ਲੱਗਣਾ, ਤੇ ਜਿਹੜੀ ਚਾਈਨਾ ਡੋਰ ਸ਼ਰੇਆਮ ਸਾਹਮਣੇ ਵਿਕਦੀ ਹੈ ਤੇ ਸਾਹਮਣੇ ਪਤੰਗ ਚੜ੍ਹਦੇ ਆ, ਫਿਰ ਚੋਰੀ ਛਿਪੇ ਸੂਟਾ ਲਾਉਣ ਵਾਲਾ ਸਮਾਨ ਜਿਹੜਾ ਵਿਕਦਾ ਤੇ ਚੋਰੀ ਛਿਪੇ ਸੂਟੇ ਲੱਗਦੇ, ਉਹ ਕਿੱਥੋਂ ਵੇਚਣੇ? ਮਸਲਾ ਇਹ ਹੈ ਕਿ ਜੇ ਬਣੇ ਹੋਏ ਕਾਨੂੰਨ ਨੂੰ ਇੰਪਲੀਮੈਂਟ ਨਹੀਂ ਕਰਦੇ, ਅਸੀਂ ਕਹਿੰਦੇ ਜੀ ਕਾਨੂੰਨ ਬਣਾਓ ਲੋਕਾਂ ਦੇ ਹੱਕ 'ਚ, ਆਹ ਕਾਨੂੰਨ ਬਣਾਓ। ਜੇ ਇਹਨਾਂ ਨੇ ਇੰਪਲੀਮੈਂਟ ਹੀ ਨਹੀਂ ਕਰਨਾ ਚਾਈਨਾ ਡੋਰਾਂ ਵਾਂਗੂ, ਤਾਂ ਫਿਰ ਕਾਨੂੰਨ ਬਣਾ ਕੇ ਉਹਨੂੰ ਰਗੜ ਕੇ ਗੋਡੇ ਤੇ ਲਾਉਣਾ। ਦੇਖੋ ਜੇ ਇੰਪਲੀਮੈਂਟ ਹੋ ਗਿਆ ਫਿਰ ਪੈਸੇ ਨਹੀਂ ਆਉਣੇ, ਢਿੱਲੇ ਫਿਰ ਉਹ ਗੱਲਾਂ ਕਰੀ ਜਾਂਦੇ। ਮੰਨ ਲਓ ਹੁਣ ਚਿੱਟਾ ਅੱਜ ਵਿਕਣੋਂ ਹਟ ਜੇ ਤੇ ਫਿਰ ਪੈਸੇ ਕਿੱਥੋਂ ਆਉਣੇ ਯਾਰ? ਗੱਲ ਤਾਂ ਤੁਹਾਡੀ ਠੀਕ। ਮਤਲਬ ਰੇਤ ਹੋਣਾ ਜੇ ਨਾ ਵੇਚਣੋਂ ਹਟ ਜੇ ਤੇ ਫਿਰ ਪੈਸੇ ਕਿੱਥੋਂ ਆਉਣੇ ਵੀਰ ਜੀ? ਮਤਲਬ ਗੱਲ ਤਾਂ ਸਾਰੀ ਇਹੀ ਹੈ ਨਹੀਂ ਵੀਰ ਜੀ। ਮੈਂ ਹੁਣ ਅੰਦਰਲੀ ਗੱਲ ਆਦੀ, ਹੁਣ ਇਹਦੋਂ ਵੱਧ ਵੀ ਹੁਣ ਫਿਰ ਉਹ ਗੱਲਾਂ ਯਾਰ ਆਪਾਂ ਫਿਰ ਟਿਕਟਾਂ ਵੰਡ ਦਿੰਦੇ ਹਾਂ, ਹੁਣ ਵੰਡੀਏ ਯਾਰ, ਉਹ ਸਾਰੇ ਵੰਡਤੀਆਂ। ਹੁਣ ਕਹਿੰਦੇ ਹੈ ਲੈ ਵੀ ਕਮਾਲ ਹੋ ਗਈ। ਪਹਿਲੀ ਗੱਲ ਤੇ ਬੀਜੇਪੀ ਵਾਲੇ ਆਪਸ 'ਚ ਹੀ ਵਧਾਈਆਂ ਦੇਈ ਜਾਂਦੇ ਇੱਕ ਦੂਜੇ ਨੂੰ। ਉਹ ਕਹਿੰਦੇ ਲੈ ਗੁਰੂ 2 ਦਹਾਕੇ ਬਾਅਦ 34 ਬੰਦਿਆਂ ਦਾ ਨਾਂ ਛਪਿਆ ਏ, ਨਹੀਂ ਤੇ 23 ਕਦੇ ਛਪਦਾ ਸੀਗਾ।
ਉਹਦੇ 34 ਬੰਦਿਆਂ ਦਾ ਨਾਂ ਛਪਿਆ ਵੀਰ, ਵੀ ਇਹ ਸਾਰੇ ਹੀ ਬੀਜੇਪੀ ਦੇ ਚੋਣ ਨਿਸ਼ਾਨ ਤੇ ਲੜਨਗੇ, ਜੇ ਹੋਰ ਬੰਦੇ ਨੇ ਵੀ ਆਉਣਾ। ਕਿੰਨੀ ਵੱਡੀ ਗੱਲ ਆ ਪੰਜਾਬ 'ਚ। ਸੰਧਾਲੀਆ ਸਾਹਿਬ, ਅੱਗੇ ਪਤਾ ਕੀ ਹੁੰਦਾ ਸੀ, 97 ਜਿਹੜੀਆਂ ਸੀਟਾਂ ਸੀਗੀਆਂ ਉਹਦੇ ਤੇ ਅਕਾਲੀਆਂ ਨੇ ਆਪਦੇ ਬੰਦੇ ਖੜੇ ਕਰ ਦੇਣੇ, 3 ਪਤਾ ਹੀ ਹੁੰਦੀਆਂ ਸੀ ਕਿਹੜੀਆਂ 94 ਦੇ ਵਿੱਚੋਂ, ਵੀ ਉੱਥੋਂ ਤਾਂ ਸੁਖਬੀਰ ਸਿੰਘ ਬਾਦਲ ਸਾਹਿਬ ਨੇ, ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ, ਮਜੀਠੀਆ ਸਾਹਿਬ ਨੇ ਖੜੇ ਹੋਣਾ ਹੀ ਹੋਣਾ। ਨਾਲ ਹੌਲੀ ਜਿਹੀ ਅੱਛਾ, ਭਾਜਪਾ ਵਾਲਿਆਂ ਨੇ ਵੀ ਆਪਣੇ 23 ਦੇ ਉੱਤੇ ਬੰਦੇ ਦਿੱਤੇ ਕਿ ਨਹੀਂ ਦਿੱਤੇ, ਬਹੁਤਾ ਜ਼ਿਕਰ ਨਹੀਂ ਸੀ ਹੁੰਦਾ। ਇਸੇ ਕਰਕੇ ਅਗਲੇ ਕਹੀ ਜਾਂਦੇ ਆ, ਆਓ ਫਿਰ ਬਹਿਨੇ ਆ ਟਿਕਟਾਂ ਵੰਡੀਏ। ਤੁਸੀਂ ਦੇਖੋ ਵੱਡੇ ਲੀਡਰ 34 ਵੰਡ ਦਿੱਤੀਆਂ ਤੇ ਘੱਟੋ ਘੱਟ 34 ਹੋਰ ਵੰਡਣਗੇ ਅਗਲੇ ਅਜੇ। ਪਹਿਲੀ ਵਾਰ ਉਹ ਕਹਿੰਦੇ ਜੀ 4000 ਬੰਦਾ ਸਾਡੇ ਕੋਲ ਆਇਆ ਜਿਨ੍ਹਾਂ ਨੇ ਆਣ ਕੇ ਕਿਹਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੇ ਚੋਣ ਲੜਨੀ ਹੈ। ਦੇਖੋ, ਜਿਹੜਾ ਰੁਝਾਨ ਕਾਂਗਰਸੀਆਂ ਨੇ, ਆਪ ਨੇ, ਉਹਨਾਂ ਤੋਂ ਵੀ ਪਹਿਲਾਂ ਅਕਾਲੀਆਂ ਨੇ ਸ਼ੁਰੂ ਕੀਤਾ ਸੀ, ਐਨ ਉਸੇ ਲੀਹ ਦੇ ਉੱਤੇ ਭਾਰਤੀ ਜਨਤਾ ਪਾਰਟੀ ਤੁਰੀ ਹੈ। ਤੁਸੀਂ ਇਹ ਦੇਖੋ ਕਿ ਮੈਨੂੰ ਨਹੀਂ ਪਤਾ, ਉਹ ਕਹਿੰਦੇ ਹੁੰਦੇ ਅਸੀਂ ਬੜੇ ਪੁਰਾਣੇ 82 ਦੇ 84 ਦੇ ਸ਼ੁਰੂ ਹੋਏ ਆ ਪੰਜਾਬ 'ਚ, ਹੋ ਸਕਦਾ, ਪਰ ਜਿੱਦਾਂ ਅਕਾਲੀਆਂ ਨੇ, ਕਾਂਗਰਸੀਆਂ ਨੇ, ਆਪ ਵਾਲਿਆਂ ਨੇ ਦਿਲ ਖੋਲ ਕੇ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ, ਜਾਣੀ 4 ਦੀਵਾਰੀ ਹੋਈ ਆ, ਦਰਵਾਜ਼ਾ ਲਾਇਆ ਹੀ ਨਹੀਂ ਜਿਹੜਾ ਮਰਜ਼ੀ ਆ ਜਾਓ। ਉਸੇ ਤਰੀਕੇ ਭਾਰਤੀ ਜਨਤਾ ਪਾਰਟੀ ਨੇ ਵੀ ਦੇਖਿਆ ਕਿ ਹੁਣ ਫਿਰੋਜ਼ਪੁਰ ਤੋਂ ਜੇ ਰਾਣਾ ਗੁਰਮੀਤ ਸੋਢੀ ਹੋਰਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਦਿੱਤੀ ਹੈ, ਮੈਨੂੰ ਉਮੀਦ ਜ਼ਰੂਰ ਹੈ ਕਿ 5-7 ਲੀਡਰ ਘੱਟੋ ਘੱਟ ਫਿਰੋਜ਼ਪੁਰ ਦੇ ਵਿੱਚ ਭਾਜਪਾ ਦੇ ਜ਼ਰੂਰ ਹੋਣਗੇ, ਜਿਹੜੇ ਇੰਨੇ ਚਿਰਾਂ ਤੋਂ ਆਪਣੇ ਹੱਡ ਤੜਾਈ ਜਾਂਦੇ ਆ ਕਿ ਭਾਈ ਕਦੀ ਸਾਡਾ ਨੰਬਰ ਲੱਗੂਗਾ। ਨਮਿਸ਼ਾ ਮਹਿਤਾ ਬੀਬੀ ਗੜਸ਼ੰਕਰ ਤੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਮੈਨੂੰ ਨਹੀਂ ਲੱਗਦਾ 4 ਦਿਨ ਹੋਏ ਅਜੇ, ਹਫ਼ਤੇ ਤੋਂ ਥੱਲੇ ਥੱਲੇ ਹੀ ਆ ਕੰਮ। ਉਹ ਬੀਬੀ ਗੜਸ਼ੰਕਰ ਤੋਂ ਕਮਲ ਦੇ ਫੁੱਲ ਦੇ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੂ, ਤੇ ਗੜਸ਼ੰਕਰ ਉਹੀ ਹੈ ਜਿੱਥੋਂ ਕਦੇ ਵਿਨਾਸ਼ ਰਾਏ ਖੰਨਾ ਸਾਹਿਬ ਭਾਜਪਾ ਦੀ ਟਿਕਟ ਦੇ ਉੱਤੇ ਹੀ ਜਿੱਤੇ ਸੀ। ਉੱਥੇ ਕੋਈ ਨਾ ਕੋਈ ਤਾਂ ਭਾਜਪਾ ਦਾ ਬੰਦਾ, ਅਸੀਂ ਮਨਾ ਨਹੀਂ ਕਰਦੇ, ਦਿਓ, ਦਿਲ ਖੋਲ ਕੇ ਦਿਓ ਟਿਕਟਾਂ, ਆਪਾਂ ਬਿਲਕੁਲ ਖਿਲਾਫ ਜਾਂ ਕਿਸੇ ਦੇ ਹੱਕ 'ਚ ਨਹੀਂ। ਦਦਾਰ ਸਿੰਘ ਭੱਟੀ ਸਾਹਿਬ, ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ, ਥੋੜੇ ਦਿਨ ਪਹਿਲਾਂ ਹੀ ਅਕਾਲੀ ਦਲ ਨੂੰ ਛੱਡ ਕੇ ਉਧਰਲੇ ਪਾਸੇ ਗਏ ਤੇ ਭਾਰਤੀ ਜਨਤਾ ਪਾਰਟੀ ਦੀ ਟਿਟਕਿਆ। ਟੌੜਾ ਪਰਿਵਾਰ ਦਾ ਜ਼ਿਕਰ ਤੁਸੀਂ ਕਰਨਾ ਹੈ। ਦੇਖੋ, ਕਾਰਨ ਇਹ ਆ ਨਾ, ਤੁਸੀਂ ਕਿੰਨੇ ਕੁ ਦਾ ਜ਼ਿਕਰ ਕਰੋਗੇ, ਬਹੁਤ ਨੇ ਬੰਦੇ। ਜੇ ਆਪਾਂ 34 ਦੀ ਗੱਲ ਕਰੀਏ ਤੇ ਉਹ ਤਾਂ ਹੋਰ ਵੀ ਵੱਡੇ ਵੱਡੇ ਨਾਂ ਆਉਣੇ, ਤੇ ਤੈਨੂੰ ਮਾਝੇ ਵਾਲੇ ਪਾਸਿਓਂ ਕਈ ਭਰਾਵਾਂ ਦੀ ਵੀ ਗੱਲ ਚੱਲਣੀ ਹੈ, ਕੋਠੀ ਕਹਿੰਦੇ 2 ਝੰਡੇ ਲੱਗੇ। ਪਰ ਗੱਲ ਪਤਾ ਕੀ ਹੈ WhatsApp, ਇਹ ਆਪਾਂ ਦੋਸ਼ ਤੇ ਕਿਸੇ ਇੱਕ ਨੂੰ ਤਾਂ ਦਈਏ ਨਾ ਵੀ ਬਾਕੀ ਚੰਗੇ ਹੋਣ, ਹੈ ਨਾ। ਉਹ ਇੱਕ ਪੰਜਾਬੀ ਦਾ ਮੁਹਾਵਰਾ ਹੈ ਵੀ ਕਿਹਨੂੰ ਕਿਹਨੂੰ ਪਿੱਟੇਂਗੀ, ਰੌਲਾ ਤੇ ਇਹ ਆ। ਸੋ ਇਹ ਜਿਹੜਾ ਕੰਮ ਇਸ ਵਕਤ ਚੱਲਦਾ ਪਿਆ, ਇਹਦੇ ਵਿੱਚ ਮੈਨੂੰ ਜਾਪਦਾ ਵੀ ਹਰੇਕ ਬੰਦਾ ਦਲ ਬਦਲੀ ਕਰਦਾ ਹੀ ਉਦੋਂ ਜਦੋਂ ਪਤਾ ਲੱਗਦਾ ਵੀ ਯਾਰ ਇੱਧਰ ਮੇਰੀ ਗੱਲ ਬਣੀ ਨਹੀਂ ਗੀ, ਜਾਂ ਫਿਰ ਅਗਲਾ ਕਹਿੰਦਾ ਮੇਰੀ ਫਲਾਣੇ ਥਾਂ ਤੋਂ ਗੱਲ ਬਣਾਓ। ਹੁਣ ਗੱਲ ਹੈ ਵੀ ਜਿੱਧਰੋਂ ਜਿਹਦੀ ਨਹੀਂ ਬਣੀ ਹੁੰਦੀ ਤਾਂ ਅਗਲਾ ਪਾਰਟੀ ਬਦਲਦਾ, ਉਹਨੂੰ ਟਿਕਟ ਦੇਣੀ ਪੈਣੀ ਹੈ, ਜਾਂ ਜਿਹੜਾ ਕਹਿੰਦਾ ਮੇਰੀ ਫਲਾਣੇ ਥਾਂ ਤੋਂ ਗੱਲ ਬਣਾਓ, ਅਗਲਾ ਗਿਆ ਹੀ ਤਾਂ ਹੁੰਦਾ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਕਈ 2-3 ਝੋਲ ਨੇ ਸੰਧਾਲੀਆ ਸਾਹਿਬ। ਜਲੰਧਰੋਂ 3 ਟਿਕਟਾਂ ਸ਼ਹਿਰੋਂ ਵੰਡਤੀਆਂ, ਅੰਮ੍ਰਿਤਸਰ ਤੇ ਲੁਧਿਆਣਾ ਛੱਡ ਲਿਆ। ਠੀਕ ਹੈ, ਕੈਪਟਨ ਸਾਹਿਬ ਦੇ ਨਾਲ ਗੱਠਜੋੜ ਹੋ ਗਿਆ, ਕੈਪਟਨ ਸਾਹਿਬ ਅੱਜ ਆਪਣੀ ਲਿਸਟ ਦੇ ਦੇਣਗੇ। ਢੀਂਡਸਾ ਸਾਹਿਬ ਨੇ 12 ਕੁ ਬੰਦੇ ਦੇ ਦਿੱਤੇ, ਬਾਕੀ ਦੇ ਦੇਣਗੇ। ਪਰ ਇੱਕ ਧਿਰ ਹੋਰ ਸੀ ਜਿਹਦੇ ਨਾਲ ਚਰਚਾ ਚੱਲਦੀ ਸੀ ਕਿ ਸਿਮਰਜੀਤ ਸਿੰਘ ਬੈਂਸ ਹੋਰਾਂ ਦੀ ਲੋਕ ਇਨਸਾਫ ਪਾਰਟੀ ਦੇ ਨਾਲ ਵੀ ਹੋ ਸਕਦਾ ਕਿ ਗੋਟੀਆਂ ਫਿੱਟ ਬਹਿ ਜਾਣ। ਬੈਂਸ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਨਾ ਮੈਂ ਕਹਿੰਦਾ ਹੋ ਗਿਆ ਤੇ ਨਾ ਮੈਂ ਕਹਿੰਦਾ ਨਹੀਂ ਹੋਇਆ, ਮੈਂ ਮਨਾ ਇਨਕਾਰ ਨਹੀਂ ਕਰਦਾ ਕਿਸੇ ਗੱਲ ਤੋਂ, ਪਰ ਜਿਹੜੀ ਲੋਕ ਇਨਸਾਫ ਪਾਰਟੀ 117 ਸੀਟਾਂ ਤੇ ਚੋਣ ਲੜਨ ਦੀ ਸਮਰੱਥਾ ਰੱਖਦੀ ਹੈ। ਫਿਰ ਚਰਚਾ ਚੱਲੀ ਜੀ, ਉਹ 15 ਤੋਂ 18 ਸੀਟਾਂ ਮੰਗਦੇ ਆ ਤੇ ਭਾਜਪਾ 5 ਦਿੰਦੀ ਹੈ। ਚਰਚਾ ਚੱਲੀ। ਹੁਣ ਫਿਰ ਲੱਗਾ ਕਿ ਉਹ ਗੱਲ ਨਹੀਂ ਬਣੀ ਜੀ, ਪਰੇ ਉਰੇ ਹੋ ਗਿਆ ਕੰਮ। ਪਰ ਉਹ ਲੁਧਿਆਣਾ ਜਿੱਥੋਂ ਭਾਜਪਾ ਦੇ ਉਮੀਦਵਾਰ ਖੜੇ ਵੀ ਹੁੰਦੇ ਰਹੇ, MLA ਵੀ ਬਣਦੇ ਰਹੇ, ਮੰਤਰੀ ਵੀ ਬਣਦੇ ਰਹੇ, ਤੇ ਭਾਜਪਾ ਦੇ ਸੂਬਾ ਪ੍ਰਧਾਨ ਵੀ ਉੱਥੋਂ ਹੁੰਦੇ ਰਹੇ, ਉਹ ਲੁਧਿਆਣੇ ਤੋਂ ਇੱਕ ਵੀ ਸੀਟ ਅਜੇ ਭਾਰਤੀ ਜਨਤਾ ਪਾਰਟੀ ਨੇ ਸ਼ਹਿਰ ਦੀ ਅਨਾਉਂਸ ਨਹੀਂ ਕੀਤੀ। ਇਹਦਾ ਮਤਲਬ ਹੈ ਕਿ ਭਾਵੇਂ ਉੱਪਰੋਂ ਲੱਗਦਾ ਕਿ ਗੱਲ ਟੁੱਟ ਗਈ ਆ, ਪਰ ਅੰਦਰ ਖਾਤੇ ਕਿਤੇ ਨਾ ਕਿਤੇ ਰਸਤਾ ਅਜੇ ਵੀ ਬੈਂਸ ਭਰਾਵਾਂ ਦੇ ਲਈ ਉਹਨਾਂ ਨੇ ਖੁੱਲ੍ਹਾ ਰੱਖਿਆ ਹੈ। ਨਹੀਂ ਬਿਲਕੁਲ ਰੱਖਿਆ। ਦੇਖੋ, ਇਹੋ ਹੀ ਤੇ ਕਾਰਨ ਆ, ਇਕੱਲਾ ਬੈਂਸ ਭਰਾਵਾਂ ਲਈ ਨਹੀਂ, ਕਿਉਂਕਿ ਵਿੱਚ ਵਿਚਾਲੇ ਅਜੇ ਕੈਪਟਨ ਸਾਹਿਬ ਚੁੱਪ ਨੇ। ਕਿਉਂਕਿ ਜੇ ਆ ਬਾਕੀ ਸਾਰੇ ਗੱਠਜੋੜ ਦੂਜੀਆਂ ਤੀਜੀਆਂ ਪਾਰਟੀਆਂ, ਤੇ ਸਭ ਤੋਂ ਪਹਿਲਾਂ ਜੇ ਅਲੱਗ ਹੁੰਦਿਆਂ ਸਾਰੀ ਨਵੀਂ ਪਾਰਟੀ ਦੀ ਅਨਾਊਂਸਮੈਂਟ ਕੀਤੀ ਸੀ ਕੈਪਟਨ ਸਾਹਿਬ ਨੇ ਕੀਤੀ, ਪੰਜਾਬ ਲੋਕ ਕਾਂਗਰਸ। ਪੰਜਾਬ ਲੋਕ ਕਾਂਗਰਸ ਨੇ ਅਜੇ ਕਿਤੇ ਨਾਂ ਨਹੀਂ ਲਿਆ, ਪਰ ਹਾਂ ਬੜੀ ਦੇਰ ਤੋਂ ਇਹ ਚੀਜ਼ ਰਿੱਝਦੀ ਸੀਗੀ ਵੀ ਕੈਪਟਨ ਸਾਹਿਬ ਸ਼ਹਿਰੀ ਥਾਵਾਂ ਦੀਆਂ ਟਿਕਟਾਂ ਮੰਗਦੇ ਹਨ। ਪਿਛਲੇ ਦਿਨਾਂ ਜੇ ਰੇੜਕਾ ਪਿਆ ਸੀਗਾ, ਵਾਰ-ਵਾਰ ਮੀਟਿੰਗਾਂ ਹੋਈਆਂ, ਤੇ ਉਹ ਇੱਥੇ ਆ ਕੇ ਫਸਦਾ ਵੀ ਨਹੀਂ ਇੱਦਾਂ ਕਿੱਦਾਂ ਯਾਰ, ਤੁਸੀਂ ਸਾਨੂੰ ਪਿੰਡਾਂ 'ਚ ਧੱਕੀ ਨੇ, ਸ਼ਹਿਰ 'ਚ ਆਉਣਾ। ਹੋ ਸਕਦਾ ਵੀ ਕੁਝ ਕੈਪਟਨ ਸਾਹਿਬ ਵਾਲੇ ਪਾਸਿਓਂ ਵੀ ਜ਼ੋਰ ਪਿਆ ਹੋਵੇ, ਇਸ ਕਰਕੇ ਕੁਝ ਕੁ ਸ਼ਹਿਰਾਂ ਦੀਆਂ ਸੀਟਾਂ ਜਿਹੜੀਆਂ ਰੋਕ ਲਈਆਂ। ਰਾਜਪੁਰੇ ਵਾਲੇ ਵੀ ਤੇ ਚਰਚਾ ਹੈਗੀ ਹੈ ਜੀ। ਰਣਜੀਤ ਸਿੰਘ ਗਰੇਵਾਲ ਹੋਣੀ ਵਿਚਾਰੇ ਸਾਲ ਸਵਾ ਸਾਲ ਹੋ ਗਿਆ, ਉੱਧਰੋਂ ਬੰਦਾ ਵੈਸੇ ਤਗੜਾ ਯਾਰ, ਉਹ ਬੰਦਾ ਉੱਧਰੋਂ ਕਿਸਾਨ ਬੋਲਦੇ ਸੀ, ਉੱਧਰੋਂ ਉਹ ਬੰਦਾ ਬੋਲਦਾ, ਤੇ ਹੁਣ ਕਹਿੰਦੇ ਵੀ ਪਤਾ ਨਹੀਂ ਕੈਪਟਨ ਸਾਹਿਬ ਨੂੰ ਨਾ ਕਿਤੇ ਦੇਤੀ ਜਾਵੇ ਸੀਟ, ਉਹ ਟਿਕਟ। ਦੇਖੋ, ਗਰੇਵਾਲ ਸਾਹਿਬ ਕਿਤੋਂ ਹੋਰ ਲੜ ਲੈਣਗੇ, ਕਿਉਂਕਿ ਸੀਟਾਂ ਤਾਂ ਹੁਣ ਸੇਫ ਹੀ ਆ, ਜਿੱਤਣੀ 117 ਦੀਆਂ 17 ਤੇ ਜਿੱਤਣੀਆਂ,
ਕੋਈ ਹੁਣ ਨਹੀਂ ਮੈਂ ਵੈਸੇ ਗੱਲ ਹੀ ਕਰ ਰਿਹਾ ਯਾਰ ਦੇ ਜਿਤਾਉਣੇ ਲੱਗਿਆ ਕੋਈ 2-3 ਵੱਧ ਜਿਤਾ ਦਿਓ ਯਾਰ, ਕੀ ਕਰ ਚੰਡੀਗੜ੍ਹ ਜਿਤਾ ਦਈਏ, ਉਹ ਵੀ ਦਿਓ ਨਾਲ ਕੋਈ। ਆਹੋ ਚੰਡੀਗੜ੍ਹ ਦਵਾ ਦਈਏ, ਨਹੀਂ ਤਾਂ ਕਿਸੇ ਨਾ ਕਿਸੇ ਤਰ੍ਹਾਂ ਕਰੋ ਯਾਰ, 117 ਦੇ ਥੋੜੀਆਂ ਲੱਗਦੀਆਂ। ਸੰਧਾਲੀਆ ਸਾਹਿਬ ਅਜੇ ਬੜੇ ਬੰਦੇ ਪਏ ਆ, ਅਜੇ ਹਰਜੋਤ ਕਮਲ ਹੋਰਾਂ ਦੀ ਟਿਕਟ ਪਈ ਆ, ਅਜੇ ਫਤਿਹ ਬਾਜਵਾ ਸਾਹਿਬ ਦੀ ਪਈ ਆ, ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਾਹਿਬ ਦਾ ਨਾਮ ਵੀ ਅਜੇ ਅਨਾਉਂਸ ਨਹੀਂ ਕੀਤਾ। ਉਹ ਕਹਿੰਦੇ ਕੋਈ ਗੱਲ ਨਹੀਂ ਅਜੇ ਕਰ ਲਾਂਗੇ, ਬੜੇ ਬੰਦੇ ਨੇ, ਇਸ ਕਰਕੇ ਕੋਈ ਬਹੁਤੀ ਘਬਰਾਉਣ ਦੀ ਲੋੜ ਨਹੀਂ ਹੈ ਕਿਸੇ ਨੂੰ। ਪਰ ਹਾਂ ਤੁਸੀਂ ਇਹ ਦੇਖੋ ਕਿ ਜਦੋਂ ਟਿਕਟਾਂ ਦੀ ਅਨਾਉਂਸਮੈਂਟ ਕੀਤੀ ਗਈ ਹੈ, ਜਦੋਂ ਪ੍ਰੈਸ ਕਾਨਫਰੰਸ ਕੀਤੀ, ਕਿਉਂਕਿ 34 ਸੀਟਾਂ ਜਾਣੀ ਕਿ ਜਿੰਨੀਆਂ ਅਕਾਲੀ ਛੱਡਦੇ ਸੀ ਉਹਦੇ ਨਾਲੋਂ 11 ਵੱਧ ਅਨਾਉਂਸ ਕਰਤੀਆਂ। ਸਭ ਤੋਂ ਪਹਿਲਾਂ ਉਹ ਕਿਹਾ, ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਹਰਮਨ ਪਿਆਰੀ ਪਾਰਟੀ ਹੈ, ਭਾਰਤੀ ਜਨਤਾ ਪਾਰਟੀ ਸਮਾਜ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਦੀ ਹੈ, ਭਾਰਤੀ ਜਨਤਾ ਪਾਰਟੀ, ਸਭ ਤੋਂ ਪਹਿਲਾਂ ਉਹਨਾਂ ਨੇ ਸ਼ਬਦ ਬੋਲਿਆ ਕਿ ਅਸੀਂ 13 ਕਿਸਾਨ ਪਰਿਵਾਰਾਂ ਚੋਂ ਆਏ ਹੋਏ ਲੀਡਰਾਂ ਨੂੰ ਟਿਕਟਾਂ ਦਿੱਤੀਆਂ, 34 ਚੋਂ 13 ਕਿਸਾਨ ਪਰਿਵਾਰਾਂ ਦੇ ਵਿੱਚੋਂ ਜਿਹੜੇ ਕਿ ਖੇਤੀ ਕਰਦੇ ਆ, ਤੇ ਖੇਤੀ ਅੰਦੋਲਨ ਪੰਜਾਬ ਚੋਂ ਤੁਰਿਆ ਸੀ, ਖੇਤੀ ਅੰਦੋਲਨ ਸਾਲ ਤੋਂ ਵੱਧ ਚੱਲਿਆ, ਖੇਤੀ ਅੰਦੋਲਨ ਦੇ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਦਿੱਕਤਾਂ ਆਈਆਂ ਤੇ ਉਹਨਾਂ ਨੇ ਉਹ ਗੱਲ ਧਿਆਨ 'ਚ ਰੱਖੀ। ਦੂਸਰਾ ਉਹ ਕਹਿੰਦੇ ਜੀ ਅਸੀਂ 8 ਦਲਿਤ ਭਾਈਚਾਰੇ ਨੂੰ ਵੀ ਟਿਕਟਾਂ ਦਿੱਤੀਆਂ, ਫਿਰ ਉਹ ਕਹਿੰਦੇ ਜੀ ਅਸੀਂ 13 ਟਿਕਟਾਂ ਜਿਹੜੀਆਂ ਨੇ ਉਹ ਸਿੱਖ ਭਾਈਚਾਰੇ ਨੂੰ ਦਿੱਤੀਆਂ। ਹੁਣ ਦੇਖੋ ਤੁਸੀਂ 13 ਟਿਕਟਾਂ ਦਾ ਮਤਲਬ ਹੈ 40%। ਆਮ ਤੌਰ ਤੇ ਕਿਹਾ ਜਾਂਦਾ ਜੀ ਉਹ ਵਪਾਰੀਆਂ ਦੀ ਪਾਰਟੀ ਹੈ ਜਾਂ ਸ਼ਹਿਰਾਂ ਦੀ ਪਾਰਟੀ ਹੈ, ਪਰ ਉਹਨਾਂ ਨੇ ਇਹ ਦੱਸਣ ਤੋਂ ਪਹਿਲਾਂ ਕਿ ਅਸੀਂ ਕਿਹਨੂੰ ਟਿਕਟ ਦਿੱਤੀ ਹੈ, ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਭਾਈ ਅਸੀਂ ਕਿਸਾਨਾਂ ਨੂੰ, ਅਸੀਂ ਸਿੱਖਾਂ ਨੂੰ, ਅਸੀਂ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਇੰਨੇ ਬੰਦਿਆਂ ਨੂੰ ਟਿਕਟਾਂ ਦਿੱਤੀਆਂ। ਜਾਣੀ ਕਿ ਉਹ ਕਿਤੇ ਨਾ ਕਿਤੇ ਹਰ ਵਰਗ ਦੇ ਵਿੱਚੋਂ ਕੋਸ਼ਿਸ਼ ਕਰ ਰਿਹਾ ਕਿ 4 ਛਿੱਲੜ ਆਉਣ ਜ਼ਰੂਰ। ਨਹੀਂ ਦੇਖੋ ਇੰਨੇ ਚਿਰ ਦੇ ਤਾਂ ਹੀ ਤਾਂ ਲੱਗੇ ਸੀਗੇ ਮੇਰੇ ਖਿਆਲ ਨਾਲ, ਪਿਛਲੇ ਲਗਭਗ 2-3 ਮਹੀਨਿਆਂ ਤੋਂ ਜਿੰਨੀ ਵੀ ਆਪਾਂ ਕਵਾਇਦ ਦੇਖਦੇ ਪਏ ਹਾਂ ਬੀਜੇਪੀ ਦੀ, ਚਾਹੇ ਉਹ ਪੰਜਾਬ ਵਾਲੀ ਦੀ ਹੋਵੇ ਚਾਹੇ ਕੇਂਦਰ ਵਾਲੇ ਪਾਸਿਓਂ ਹੋਵੇ, ਉਹ ਇਹ ਪ੍ਰੋਜੈਕਟ ਕਰਨ ਦੀ ਸੀਗੀ ਵੀ ਯਾਰ ਅਸੀਂ ਉਹ ਨਹੀਂ ਜੋ ਤੁਸੀਂ ਬਣਾ ਕੇ ਬੈਠੇ ਹੋ। ਤੇ ਹੁਣ ਜੇ ਐਂਡ ਤੇ ਆ ਕੇ ਟਿਕਟਾਂ ਵੰਡਣੀਆਂ, ਆਪਾਂ ਅਕਸਰ ਦੇਖਦੇ ਹਾਂ ਵੀ ਕੋਈ ਪਾਰਟੀ ਅਨਾਊਂਸਮੈਂਟ ਕਰੇ ਨਾਲ ਦੀ ਨਾਲ ਹੀ ਪਟਾਕਾ ਲੈ ਬਈ ਸਾਨੂੰ ਤੇ ਦਰਕਨਾਰ ਹੀ ਕਰਤਾ, ਲੈ ਬਈ ਸਾਡਾ ਤੇ ਬੰਦਾ ਹੀ ਹੈ ਨਹੀਂ। ਇਸ ਕਰਕੇ ਉਹ ਕਹਿੰਦੇ ਵੀ ਬੰਦਿਆਂ ਦੇ ਨਾਂ ਦੱਸਣ ਤੋਂ ਪਹਿਲਾਂ ਵੀ ਅਸੀਂ ਦੱਸਦੇ ਵੀ ਭਾਈ ਤੁਹਾਡਾ ਅਸੀਂ ਖਿਆਲ ਰੱਖਿਆ ਹੈ ਨਾ। ਨਾਲੇ ਦੂਜੀ ਗੱਲ ਇਹ ਆ ਵੀ ਇੱਕ ਕਾਰਨ ਇਹ ਵੀ ਹੈ ਨਾ, ਜਿੱਦਾਂ ਆਪਾਂ ਅੱਗੇ ਜ਼ਿਕਰ ਕੀਤਾ ਵੀ ਅੱਗੇ ਤਾਂ ਸੀਗੀ ਛੋਟੀ ਜਿਹੀ ਦੁਕਾਨ, ਹੁਣ ਅਗਲਿਆਂ ਖੋਲ੍ਹਿਆ ਪੂਰਾ ਸ਼ੋਰੂਮ ਜੀ। ਕਿੱਥੇ 23 ਵਾਲਾ ਸੌਦਾ ਸੀਗਾ, ਕਿੱਥੇ ਹੁਣ 117 ਵਾਲੀ ਗੱਲਬਾਤ। ਕਿਉਂਕਿ ਕੈਪਟਨ ਸਾਹਿਬ ਤੇ ਠੀਕ ਆ, ਢੀਂਡਸਾ ਸਾਹਿਬ ਦਾ ਗੱਠਜੋੜ ਹੈਗਾ, ਬੈਂਸ ਭਰਾ ਵੀ ਵਿੱਚ ਆ ਜਾਣਗੇ, ਪਰ ਹੈ ਤੇ ਗੱਠਜੋੜ ਹੀ ਨਾ, ਕਿਉਂਕਿ ਜ਼ਿੰਮੇਵਾਰੀ ਤਾਂ ਇਕੱਠੀ ਹੈ। ਇਸ ਕਰਕੇ ਉਹਨੂੰ ਇਹ ਲੱਗਦਾ ਵੀ ਕਿਤੇ ਵੀ ਇਹ ਆਵਾਜ਼ ਨਾ ਚਲੀ ਜਾਵੇ ਵੀ ਕੋਈ ਇੱਕ ਧਿਰ ਕਹਿ ਦੇਵੇ ਵੀ ਸਾਨੂੰ ਨੁਮਾਇੰਦਗੀ ਨਹੀਂ ਮਿਲੀ ਜੀ। ਸੋ ਸਾਰਿਆਂ ਦੀ ਨੁਮਾਇੰਦਾ ਜਮਾਤ ਬਣਨ ਲਈ ਤਾਂ ਜ਼ਰੂਰੀ ਸੀਗਾ। ਨਹੀਂ ਬਹੁਤ ਜ਼ਰੂਰੀ ਆ। ਬਾਕੀ ਸੰਧਾਲੀਆ ਸਾਹਿਬ ਹੁਣ ਜਿੱਦਾਂ ਕਈ ਹਲਕਿਆਂ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਜਿੱਤ ਹਰ ਤੈਅ ਕਰੂਗੀ, ਆਪਾਂ ਇਹ ਨਹੀਂ ਕਹਿੰਦੇ ਕਿ ਉਹ ਬਹੁਤ ਮਜ਼ਬੂਤ ਹੋ ਗਏ। ਤੁਸੀਂ ਇਹ ਦੇਖੋ ਕਿ ਜੇ ਕੇ ਡੀ ਭੰਡਾਰੀ ਹੋਰਾਂ ਨੂੰ, ਮਨੋਰੰਜਨ ਕਾਲੀਆ ਹੋਰਾਂ ਨੂੰ, ਮਹਿੰਦਰ ਭਗਤ ਹੋਰਾਂ ਨੂੰ ਜਲੰਧਰੋਂ ਟਿਕਟਾਂ ਦਿੱਤੀਆਂ, ਹਾਲਾਂਕਿ ਇਹ ਤਿੰਨੋਂ ਬੰਦੇ ਪਿਛਲੀ ਵਾਰੀ ਵੀ ਹਾਰ ਗਏ ਸੀ। ਜੇ ਐਤਕੀ ਅਕਾਲੀ ਕਹਿਣ ਨਾ ਐਤਕੀ ਇਹਨਾਂ ਤੋਂ ਜਿੱਤਿਆ ਜਾਣਾ, ਜਿੱਤੇ ਤਾਂ ਉਦੋਂ ਵੀ ਨਹੀਂ ਜਦੋਂ ਤੁਹਾਡੇ ਨਾਲ ਸੀਗੇ ਤਿੰਨੇ ਹੀ ਬੰਦੇ। ਪਰ ਇੰਨੀ ਗੱਲ ਜ਼ਰੂਰ ਹੈ ਕਿ ਸ਼ਹਿਰ ਹੀ ਹਲਕਾ ਹੈ, ਉਹ ਕੁਝ ਹਜ਼ਾਰ ਵੋਟਰਾਂ ਤੱਕ ਦਾ ਪ੍ਰਭਾਵ ਉਹ ਬੰਦੇ ਦੇ ਨਿੱਜੀ ਰਸੂਖ ਹੀ ਹੁੰਦਾ ਹੈ। ਇਸ ਕਰਕੇ ਜਦੋਂ 5-5 6-6 ਕੋਣਾ ਮੁਕਾਬਲਾ, ਤੇ ਜੇ ਕੋਈ ਬੰਦਾ ਜਿੱਤੇ ਨਾ ਜਿੱਤੇ ਪਰ ਕਿਸੇ ਹੋਰ ਦੀ ਜਿੱਤ ਹਾਰ 'ਚ ਬਦਲ ਸਕਦਾ ਹੈ। ਹੁਣ ਅਰਵਿੰਦ ਖੰਨਾ ਹੋਰੀ ਨੇ ਸੰਗਰੂਰੋਂ ਟਿਕਟ ਦਿੱਤੀ ਹੈ, ਕਾਂਗਰਸ ਦੇ ਵਿੱਚੋਂ ਆਏ ਨੇ। ਸੁਖਦੇਵ ਸਿੰਘ ਢੀਂਡਸਾ ਹੋਰੀ ਮੋਹਰੇ ਹੋ ਕੇ ਪ੍ਰਚਾਰ ਕਰਨ ਲੱਗੇ ਆ, ਦਫ਼ਤਰ ਖਿਲਾ ਕੇ ਗਏ ਕਿਉਂਕਿ ਉਹ ਵੀ ਸੰਗਰੂਰ ਦੇ ਹੀ ਨੇ। ਹੁਣ ਅਰਵਿੰਦ ਖੰਨਾ ਸਾਹਿਬ ਇੱਕ ਵਾਰੀ ਉੱਥੋਂ MLA ਰਹਿ ਚੁੱਕੇ, ਇੱਕ ਵਾਰੀ ਧੂਰੀ ਤੋਂ ਰਹਿ ਚੁੱਕੇ ਆ। ਹੁਣ ਜਿਹੜਾ ਬੰਦਾ ਇੱਕ ਵਾਰੀ MLA ਰਹਿ ਚੁੱਕਾ, ਉੱਥੋਂ ਪੈਸੇ ਵੀ ਹੈਗੇ ਆ, NGO ਵੀ ਚਲਾਉਂਦੇ ਆ, ਮੈਨੇਜਮੈਂਟ ਵੀ ਰਾਣਾ ਗੁਰਜੀਤ ਸਿੰਘ ਹੋਰਾਂ ਵਾਂਗੂ ਕਰਨੀ ਆਉਂਦੀ ਆ, ਢੀਂਡਸਾ ਸਾਹਿਬ ਵੀ ਨਾਲ ਨੇ, 4 ਵੋਟਾਂ ਹੋ ਸਕਦਾ ਸੰਗਰੂਰ ਵਾਲੇ ਪਾਸੇ ਕਿਤੇ ਨਾ ਕਿਤੇ ਕੈਪਟਨ ਸਾਹਿਬ ਦੀਆਂ ਵੀ ਬੋਲਦੀਆਂ ਹੋਣ। ਇੱਦਾਂ ਦੇ ਕਈ ਹਲਕਿਆਂ ਦੇ ਵਿੱਚ ਬੰਦਾ ਕੁਝ ਨਿੱਜੀ ਰਸੂਖ ਦੇ ਨਾਲ, ਕੁਝ 4 ਪੈਸੇ ਟਕੇ ਹੁੰਦੇ ਆ, ਪ੍ਰਚਾਰ ਦੇ ਪੱਖੋਂ ਇੱਦਾਂ ਨਹੀਂ ਹੈਗਾ ਫਲੈਕਸਾਂ ਘੱਟ ਲਾ ਸਕਣਗੇ, ਉਹ ਕਿਤੇ ਨਾ ਕਿਤੇ ਮੁਕਾਬਲੇ ਵੀ ਹੋ ਸਕਦੇ ਆ। ਨਹੀਂ ਹੋਣਗੇ, ਦੇਖੋ ਮੁਕਾਬਲੇ ਦਾ ਕਰਕੇ ਤੇ ਅਗਲੇ ਨੇ ਦਿੱਤੀਆਂ ਭਾਈ ਸਾਹਿਬ ਉਹਨਾਂ ਨੂੰ ਸੀਟਾਂ। ਹੁਣ ਜੇ ਮੰਨ ਲਓ ਗੁਰੂ ਹਰਸਾਏ ਵਾਲੇ ਵਿਚਾਰੇ ਜਿਹੜੇ ਆਪਣੇ ਆਪ ਨੂੰ ਬਹੁਤ ਹੀ ਮਤਲਬ ਸਮਝਦੇ ਵੀ ਯਾਰ ਸਾਡੇ ਵਾਲੇ ਕੀ ਗੱਲ ਹੋ ਗਈ, ਮੰਤਰੀ ਸਾਹਿਬ ਉਧਰ ਜਾ ਵੜੇ ਆ, ਹੈ ਨਾ। ਹੁਣ ਕਾਰਨ ਇਹ ਆ ਵੀ ਮੰਤਰੀ ਸਾਹਿਬ ਦਾ ਕੀ ਪਤਾ ਵੀ ਕਿਤੇ ਨਾ ਕਿਤੇ ਕੋਈ ਪਹਿਲਾ ਹਿਸਾਬ ਕਿਤਾਬ ਡੈਰੀ 'ਚ ਉਹਨਾਂ ਨੇ ਲਾਇਆ ਹੀ ਹੋਊਗਾ ਅੰਦਾਜ਼ਾ, ਤੇ ਫੇਰ ਹੀ ਅਗਲੇ ਉਧਰ ਗਏ ਨੇ ਜੀ। ਹੁਣ ਇਸ ਕਰਕੇ ਜੇ ਕੈਲਕੂਲੇਸ਼ਨਾਂ ਨੇ ਨਾ, ਤੇ ਇਹਨਾਂ ਸਾਰੀਆਂ ਕੈਲਕੂਲੇਸ਼ਨਾਂ ਨੂੰ ਮੇਰੇ ਕਹਿੰਦਾ ਹਫ਼ਤੇ ਤੱਕ ਜਦੋਂ ਸਾਰੇ ਭਲਵਾਨ ਆ ਗਏ ਨਾ, ਵੀ ਇਕੱਲੇ ਦਾ ਖਾੜੇ 'ਚ ਖਲੋਤੇ ਦਾ ਪਤਾ ਲੱਗ ਜਾਣਾ ਵੀ ਕਿਹੜਾ ਖਾੜੇ 'ਚ ਸਿੱਧਾ ਆਇਆ ਹੀ ਤੇ ਕਿਹੜਾ ਨਾਲ ਦੇ ਖਾੜੇ 'ਚੋਂ ਆਇਆ ਵੀ ਨਹੀਂ ਯਾਰ ਉਧਰ ਭਲਵਾਨ ਥੋੜ੍ਹੇ ਤਗੜੇ, ਮੈਨੂੰ ਥੋੜ੍ਹਾ ਇੱਧਰੋਂ ਦਿਓ ਮੌਕਾ, ਮੈਂ 80 ਕਿਲੋ ਵਾਲਾ ਨਹੀਂ ਘੋਲਣਾ, ਮੈਂ ਇੱਧਰ 65 ਵਾਲਿਆਂ 'ਚ ਆਉਣਾ। ਨਹੀਂ ਇਹ ਤੁਹਾਡੀ ਗੱਲ ਠੀਕ ਹੈ। ਬਾਕੀ ਥੋੜੀ ਜਿਹੀ ਗੱਲ ਹੁਣ ਆਪਾਂ ਜੇ ਕੈਪਟਨ ਸਾਹਿਬ ਤੋਂ ਤਲਕਾ ਕੇ ਇੱਧਰ ਲਏ, 34 ਸੀਟਾਂ ਉਹਨਾਂ ਦੀਆਂ ਤੇ 12 ਸੁਖਦੇਵ ਸਿੰਘ ਢੀਂਡਸਾ ਸਾਹਿਬ ਨੇ ਅਨਾਉਂਸ ਕਰਤੀਆਂ। ਪਰ ਕਮਾਲ ਦੀ ਗੱਲ ਦੇਖੋ, ਅਜੇ ਤੱਕ ਇਸ ਗੱਠਜੋੜ ਨੇ ਇਹ ਨਹੀਂ ਕਲੀਅਰ ਕੀਤਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਚੋਣ ਲੜੂ। ਕਿ 117 ਕੁੱਲ ਨੇ,
ਕਿ ਭਾਜਪਾ 60 ਤੇ ਲੜੂ, 62 ਤੇ ਲੜੂ, ਕਿ 68 ਤੇ ਲੜੂ, ਕਿ 72 ਤੇ ਲੜੂ, ਇਹ ਨਹੀਂ ਪਤਾ। ਢੀਂਡਸਾ ਸਾਹਿਬ 12 ਤੇ ਲੜਨਗੇ, 14 ਤੇ, 16 ਤੇ, ਕਿ 18 ਤੇ, ਇਹ ਵੀ ਨਹੀਂ ਪਤਾ। ਕੈਪਟਨ ਸਾਹਿਬ ਦੇ ਹਿੱਸੇ ਕਿੰਨੀਆਂ, ਕੁਝ ਨਹੀਂ ਪਤਾ। ਪਰ ਇਹਦਾ ਮਤਲਬ ਹੈ ਕਿ ਕੁਝ ਹੱਦ ਤੱਕ ਸਹਿਮਤੀ ਹੋ ਗਈ, ਯਾਰ ਆਹ ਤਾਂ ਪੱਕੀਆਂ ਹੀ ਤੁਹਾਡੀਆਂ, ਆਹ ਪੱਕੀਆਂ ਸਾਡੀਆਂ, ਜਦੋਂ ਤੁਹਾਡਾ ਸੂਤ ਲੱਗਦਾ ਕੈਂਡੀਡੇਟ ਦੇ ਦਿਓ। ਹੁਣ ਤੁਸੀਂ ਦੇਖੋ ਢੀਂਡਸਾ ਸਾਹਿਬ ਨੇ ਵੀ, ਯਾਨੀ ਇੱਕ ਤਾਂ ਆਪਣੇ ਬੇਟੇ ਨੂੰ ਪਰਮਿੰਦਰ ਸਿੰਘ ਢੀਂਡਸਾ ਹੋਰਾਂ ਨੂੰ ਲਹਿਰੇਗਾ ਅੱਗੇ ਤੋਂ ਦੇਤੀ। ਫਲੌਰ ਤੋਂ ਉਹਨਾਂ ਨੇ ਵੀ ਬੜੀ ਛੇਤੀ ਤੱਤਾ ਹੀ ਕੰਮ ਕੀਤਾ। ਸਰਵਣ ਸਿੰਘ ਫਲੌਰ ਸਾਹਿਬ 2 ਦਿਨ ਪਹਿਲਾਂ ਹੀ ਗਏ ਆ। ਇੱਕ ਤਾਂ ਪਾਰਟੀ 'ਚ ਅਹੁਦਾ ਮਿਲਿਆ ਵੱਡਾ, ਦੂਸਰਾ ਫਲੌਰ ਵਾਲੀ ਟਿਕਟ ਮਿਲ ਗਈ। ਹੁਣ ਫਲੌਰ ਤੋਂ ਕਈ ਵਾਰ ਦੇ MLA ਨੇ, ਕੁਝ ਨਾ ਕੁਝ ਤਾਂ ਅਕਾਲੀ ਪਰਿਵਾਰ ਨਾਲ ਜੁੜੇ ਹੋਣਗੇ। ਫਿਰ ਕਾਂਗਰਸ ਦੇ ਵਿੱਚ ਵੀ ਹੁਣ 3-4-5 ਸਾਲ ਲਾਇਆ ਹੈ, ਹੋ ਸਕਦਾ 4 ਬੰਦੇ ਉਧਰਲੇ ਪਾਸਿਓਂ ਵੀ ਜਾਣਦੇ ਹੋਣ। ਤੇ ਫਲੌਰੋਂ ਐਤਕੀ ਜੇ ਇੱਕ ਪਾਸੇ ਚੌਧਰੀ ਬਿਕਰਮ ਹੋਰੀ ਹੋਣਗੇ, ਦੂਜੇ ਪਾਸੇ ਉਹ ਅਕਾਲੀਆਂ ਦੇ ਸਾਬਕਾ ਜਿਹੜੇ ਮੌਜੂਦਾ MLA ਸਾਹਿਬ ਉਹ ਹੋਣਗੇ, ਤੀਜੇ ਪਾਸੇ ਹੁਣ ਸੰਯੁਕਤ ਸਮਾਜ ਮੋਰਚੇ ਵਾਲੇ ਵੀ ਆ ਗਏ ਆ, ਹੁਣ ਚੌਥੇ ਪਾਸੇ ਜੇ ਇਧਰੋਂ ਇਹ ਵੀ ਆ ਗਿਆ ਸਰਵਣ ਸਿੰਘ ਫਲੌਰ ਹੋਰੀ, ਕੋਈ ਪਤਾ ਥੋੜਾ ਹੁੰਦਾ ਕਿਹੜੇ ਪਾਸੇ ਕਿੱਧਰ ਨੂੰ ਕੀ ਹੋਈ ਜਾਣਾ। ਨਹੀਂ ਇਹ ਤੇ ਗੱਲ ਹੈਗੀ, ਪਰ ਜੇ ਤੁਸੀਂ ਲਿਸਟ ਥੋੜੀ ਧਿਆਨ ਨਾਲ ਪੜੋ ਨਾ, ਇਹ ਬੜੀ ਹੈਰਾਨੀ ਵਾਲੀ ਲਿਸਟ ਸੀਗੀ। ਸਾਰੀ ਲਿਸਟ ਦੇ ਵਿੱਚ ਇੱਕੋ ਹੀ ਉਹ ਫਲੌਰ ਵਾਲੀ ਸੀਟ ਸੀਗੀ ਜਿਹਦੇ ਸਾਹਮਣੇ 2 ਨਾਂ ਲਿਖੇ ਆ, ਫਲੌਰ ਸਾਹਿਬ ਦਾ ਤੇ ਉਹਨਾਂ ਦੇ ਕਾਕਾ ਜੀ ਦਾ। ਨਹੀਂ ਉਹ ਕਹਿੰਦੇ ਜੀ ਤੁਹਾਡੀ ਆ, ਜਿਹੜਾ ਮਰਜ਼ੀ ਖੜ ਜਾਓ। ਆਓ, ਕਿਉਂਕਿ ਗੇਮ ਪਤਾ ਕੀ ਇਹ ਪਿਛਲੇ ਦਿਨ ਹੀ ਰੌਲਾ ਪੈ ਹਟਿਆ, ਕਿਉਂਕਿ ਹੋ ਸਕਦਾ ਵੀ ਢੀਂਡਸਾ ਸਾਹਿਬ ਨੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਕਿਹਾ ਵੀ ਯਾਰ ਉਧਰ ਰਾਣਾ ਗੁਰਜੀਤ ਉਹਨਾਂ ਦੇ ਮੁੰਡੇ ਨੂੰ ਟਿਕਟ ਨਹੀਂ ਮਿਲੀ, ਯਾਰ ਉਹ ਐਵੇਂ ਇੱਧਰ ਉੱਧਰ ਮੁੜ ਕੇ ਯਾਦ ਕਹਿੰਦੇ ਲੜਨਾ, ਇਹ ਕਰਕੇ ਸਾਡੇ ਨੂੰ ਟਿਕਟ ਦੇ ਦੀ, ਤੁਸੀਂ ਆਪਸ 'ਚ ਘਰੇ ਫੈਸਲਾ ਕਰ ਲਿਓ। ਕਿਉਂਕਿ ਅਕਾਲੀ ਦਲ 'ਚ ਮਲੂਕੇ ਪਰਿਵਾਰ ਦਾ ਵੀ ਤਾਂ ਰੌਲਾ ਪੈ ਹਟਿਆ ਕਿ ਤੁਹਾਨੂੰ ਹੈਰਾਨੀ ਹੋਊਗੀ, ਉਹ ਫਲੌਰ ਦੇ ਲੋਕਾਂ ਨੂੰ ਕੋਈ ਹੈਰਾਨੀ ਨਹੀਂ। ਮੈਂ ਪਿਛਲੇ ਸਾਲ ਦੀ ਉਦਾਹਰਨ ਦੇਣਾ, 2022 ਚ ਕਹਿੰਦੇ ਹੋ ਨਾ ਤੁਸੀਂ ਕਿ ਸਰਵਣ ਸਿੰਘ ਫਲੌਰ ਤੇ ਦਮਨਵੀਰ ਸਿੰਘ ਫਲੌਰ ਦੋਨਾਂ ਦਾ ਨਾਂ ਲਿਖਿਆ। ਠੀਕ 5 ਸਾਲ ਪਹਿਲਾਂ ਕਾਂਗਰਸ ਪਾਰਟੀ ਨੇ ਉੱਥੋਂ ਟਿਕਟ ਦਿੱਤੀ ਸੀ ਚੌਧਰੀ ਸੰਤੋਖ ਸਿੰਘ, ਜਿਹੜੇ ਮੌਜੂਦਾ MP ਨੇ, ਉਹਨਾਂ ਦੇ ਘਰੋਂ, ਤੇ ਬਾਅਦ ਵਿੱਚ ਲੜੀ ਉਹਨਾਂ ਦੇ ਬੇਟੇ ਨੇ ਚੌਧਰੀ ਬਿਕਰਮ ਸਿੰਘ ਹੋਰਾਂ ਨੇ ਸੀਗੀ। ਇਸ ਕਰਕੇ ਉੱਥੇ ਠੀਕ ਹੈ ਕੰਮ, ਜਾਣੀ ਤੁਸੀਂ ਘਬਰਾਉਣਾ ਨਹੀਂ ਹੈ, ਥੋੜੀ ਬਸ ਚਟਣੀ ਖਾਓ। ਇਹ ਗੱਲ ਠੀਕ ਹੈ, ਪਰ ਇੱਕ ਗੱਲ ਤੇ ਹੈਗੀ ਆ ਨਾ। ਕਿਹੜੀ ਗੱਲ ਹੈਗੀ ਆ? ਗੱਲ ਇਹ ਆ ਵੀ ਇਸ ਵਕਤ ਜਿਸ ਹਿਸਾਬ ਨਾਲ ਟਿਕਟਾਂ ਵੰਡੀਆਂ ਜਾ ਰਹੀਆਂ, ਮੈਨੂੰ ਪਤਾ ਨਹੀਂ ਕਿਉਂ ਲੱਗਦਾ ਵੀ ਬੱਸਾਂ ਵੀ ਨਵੀਆਂ ਨਕੋਰ ਆ ਗਈਆਂ, ਸਵਾਰੀਆਂ ਵੀ ਪੂਰੀਆਂ, ਐਂਡ ਤੇ ਫਿਰ ਵੀ ਕਿਸੇ ਨਾ ਕਿਸੇ ਬੱਸ ਦੀਆਂ 2-4 ਸੀਟਾਂ ਖਾਲੀ ਰਹਿ ਜਾਣੀਆਂ। ਹਾਂ, ਮੈਨੂੰ ਜਾਪਦਾ, ਯਾਨੀ ਤੁਹਾਡੇ ਕੋਲ ਕਾਗਜ਼ ਤਿਆਰ ਆ, ਮੈਨੂੰ ਜਾਪਦਾ। ਕਿਉਂਕਿ ਹੋ ਸਕਦਾ ਬਾਅਦ 'ਚ ਐਂਡ ਤੇ ਨਾ ਕਿਵੇਂ ਹੁੰਦਾ ਵੀ ਬੱਸ ਅੱਡੇ ਜੋ ਤੋਰ ਲਈ, ਅੱਡੇ ਦੇ ਗੇਟ ਤੇ ਵੀ ਕੰਡਕਟਰ ਸਾਹਿਬ ਵਿਚਾਰੇ ਆਵਾਜ਼ਾਂ ਮਾਰੀਆਂ, ਮਾਤਾ ਫਿਰ ਜਾਣਾ ਕੋਈ ਅੰਮ੍ਰਿਤਸਰ ਨੂੰ? ਨਹੀਂ ਵੀਰਾ, ਮੈਂ ਤਾਂ ਜਲੰਧਰ ਨੂੰ ਚੱਲੀ ਆ, ਹੈ ਨਾ, ਹੋ ਸਕਦਾ ਕੰਮ ਹੋ ਜੇ। ਨਹੀਂ ਕੋਈ ਪਤਾ ਨਹੀਂ। ਬਾਕੀ ਸੰਧਾਲੀਆ ਸਾਹਿਬ ਇੱਦਾਂ, ਅੱਜ ਜਦੋਂ ਕਪਤਾਨ ਸਾਹਿਬ ਦੇ ਕੈਂਡੀਡੇਟ ਆਉਣੇ ਆ, ਉਹ ਕਿੱਥੋਂ ਕਿੱਥੋਂ ਕਿਹੜੇ ਉਮੀਦਵਾਰ ਦਿੰਦੇ ਆ, ਤੇ ਸਭ ਤੋਂ ਵੱਡੀ ਗੱਲ ਪਤਾ ਲੱਗਿਆ ਹੈ ਕਿ ਕਾਂਗਰਸ ਪਾਰਟੀ ਉਡੀਕ ਰਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਪੰਜਾਬ ਲੋਕ ਕਾਂਗਰਸ ਆਪਣੇ ਉਮੀਦਵਾਰ ਕਦੋਂ ਐਲਾਨਦੀ ਹੈ, ਕਿ ਜੇ ਪਟਿਆਲੇ ਸ਼ਹਿਰੀ ਤੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣਾ ਨਾਂ ਲਿਖਾ ਦਿੱਤਾ ਤੇ ਪਤਾ ਲੱਗਾ ਕਿ ਉਧਰਲੇ ਪਾਸੇ ਟੈਲੀਫੋਨ ਕਾਕਾ ਰਜਿੰਦਰ ਸਿੰਘ ਹੋਰੀ ਜਿਹੜੇ ਇਸ ਵੇਲੇ ਖੜੇ ਨੇ ਸਮਾਣਿਓ, ਉਹਨਾਂ ਨੂੰ ਵੀ ਆਇਆ ਕਿ ਚਿੰਤਾ ਨਹੀਂ ਕਰਨੀ, ਦਿਆਂਗੇ ਟਿਕਟ। ਹੋ ਸਕਦਾ ਮੰਡੀ ਬੋਰਡ ਦੇ ਜਿਹੜੇ ਚੇਅਰਮੈਨ ਨੇ ਲਾਲ ਸਿੰਘ ਹੋਰੀ, ਕਿਉਂਕਿ ਉਹ ਹੈ ਤਾਂ ਉਹ ਵੀ ਪਟਿਆਲੇ ਦੇ ਹੀ ਆ, ਕੈਪਟਨ ਸਾਹਿਬ ਦੇ ਕਦੇ ਨੇੜੇ ਹੁੰਦੇ ਸੀ ਤੇ ਹੁਣ ਦੂਰ ਬਾਬਾ ਨੇ, ਹੋ ਸਕਦਾ ਕਿ ਲਾਲ ਸਿੰਘ ਹੋਰਾਂ ਨੂੰ ਪਟਿਆਲਾ ਸ਼ਹਿਰੀ ਤੋਂ ਲੜਾ ਦਿੱਤਾ ਜਾਵੇ ਜੇ ਬ੍ਰਹਮ ਮਹਿੰਦਰਾ ਸਾਹਿਬ ਨਾ ਮੰਨੇ ਤਾਂ। ਨਹੀਂ ਦੇਖੋ, ਇੱਕ ਗੱਲ ਤਾਂ ਹੈਗੀ ਹੈ, ਦੋ ਲਿਸਟਾਂ ਆਪਾਂ ਡੀਕਦੇ ਹਾਂ, ਜੇ ਆਪਾਂ ਕੱਲ੍ਹ ਵੀ ਗੱਲ ਕਰਦੇ ਸੀ, ਕਾਂਗਰਸ ਪਾਰਟੀ ਵਾਲਿਆਂ ਨੇ ਵੀ ਰਹਿੰਦੀ ਖੁੰਦੀ ਲਿਸਟ ਕੱਢਣੀ ਹੈ ਅਤੇ ਕੈਪਟਨ ਸਾਹਿਬ ਨੂੰ ਵੀ ਲਿਸਟ ਦੇਣੀ ਹੈ। ਪਰ ਇਹਨਾਂ ਦੋਵਾਂ ਲਿਸਟਾਂ ਦੇ ਵਿੱਚ ਪ੍ਰੋਬਲਮ ਪਤਾ ਕੀ ਹੈ, ਇਹ ਤੇ ਹੁਣ ਕੋਈ ਐਸੀ ਕਲਾ ਵਰਤੇ ਉਹ ਕੰਪਿਊਟਰਾਂ ਦਾ ਰਿਕਾਰਡ ਬਾਹਰ ਆਵੇ, ਪਤਾ ਨਹੀਂ ਮੈਨੂੰ ਕਿਉਂ ਲੱਗਦਾ ਵੀ ਉਹਨਾਂ ਦੋਵਾਂ ਲਿਸਟਾਂ ਦੇ ਵਿੱਚ ਬਹੁਤ ਸਾਰੇ ਨਾਂ ਰਲਦੇ ਹੋਣੇ ਆ, ਉਹਨਾਂ ਉੱਧਰ ਵੀ ਲਿਖ ਲਿਆ ਹੋਣਾ, ਉਹਨਾਂ ਉੱਧਰ ਵੀ ਲਿਖ ਲਿਆ ਹੋਣਾ। ਹੁਣ ਬਸ ਉਹ ਉਡੀਕਦੇ ਆ ਵੀ ਪਹਿਲਾਂ ਇਹ ਪਤਾ ਸੁੱਟੇ ਤੇ ਉਹ ਕਹਿੰਦੇ ਪਹਿਲਾਂ ਇਹ ਸੁੱਟੇ, ਹੁਣ ਇਹ ਬਸ ਨਹੀਂਲੇ ਤੇ ਦਹੀਲੇ ਵਾਲਾ ਕੰਮ ਹੋਣਾ। ਜਿੱਦਣ ਇਹ ਦੋਵੇਂ ਲਿਸਟਾਂ ਆਉਂਦੀਆਂ, ਅੱਜ ਆ ਜਾਣ ਕੱਲ੍ਹ ਨੂੰ ਆ ਜਾਵੇ, ਉਦੋਂ ਬਾਅਦ ਤੁਸੀਂ ਦੇਖੋ ਵੀ ਸਭ ਤੋਂ ਵੱਧ ਪਟਾਕਿਆਂ ਵਾਲੀ ਲਿਸਟ ਇਹ ਹੋਣੀ, ਕਿਉਂਕਿ ਜਿਹੜੇ ਬੰਦੇ ਕਾਂਗਰਸ ਪਾਰਟੀ 'ਚੋਂ ਰਹਿ ਗਏ ਉਹਨਾਂ ਦਾ ਨਾਂ ਉੱਧਰ ਬੋਲਣ ਲੱਗ ਪੈਣਾ ਜੀ, ਜਿਨ੍ਹਾਂ ਦਾ ਪਹਿਲਾਂ ਉੱਧਰ ਬੋਲਣ ਲੱਗ ਪਿਆ, ਹੋ ਸਕਦਾ ਅਗਲੇ ਕਹਿੰਦੇ ਯਾਰ ਇਹ ਤੇ ਬੰਦਾ ਆਪਣੇ ਨਾਲ ਹੁੰਦਾ, ਉੱਧਰੋਂ ਕਿੱਦਾਂ ਟਿਕਟ ਮਿਲ ਗਈ ਆ, ਉਹ ਕਹਿੰਦੇ ਜੀ ਅਸਤੀਫਾ ਰਾਤੀ ਆਇਆ, ਕਿਤੇ ਆਪਾਂ ਖੋਲ ਕੇ ਨਹੀਂ ਵੇਖਿਆ। ਜਿਹੜੇ ਨਾ ਦੂਰ ਦੇ ਹਲਕੇ ਨੇ, ਚੰਡੀਗੜ੍ਹੋਂ ਪਠਾਨਕੋਟ ਹੋ ਗਿਆ, ਫਿਰੋਜ਼ਪੁਰ ਹੋ ਗਿਆ, ਉਹ ਪਰਲੇ ਪਾਸੇ ਰਾਜਾ ਸਾਂਸੀ ਲਾ ਲਓ, ਜਿੱਥੇ 3 ਘੰਟੇ 4 ਆਉਣ ਨੂੰ ਲੱਗਦੇ ਆ, ਉੱਥੋਂ ਦੇ ਲੋਕ ਬੜੇ ਪਰੇਸ਼ਾਨ ਨੇ। ਸ਼ਾਮ ਨੂੰ ਤਾਂ ਲੀਡਰ ਸਾਹਿਬ ਇਕੱਠ ਕਰਕੇ ਕਹਿ ਕੇ ਜਾਂਦੇ ਆ, ਅੱਜ ਪਾਰਟੀ ਨੇ ਟਿਕਟਾਂ ਵੰਡਣੀਆਂ, ਚੱਲੇ ਆ, ਤੁਸੀਂ ਤਿਆਰੀ ਰੱਖਿਓ, ਢੋਲੀ ਵੀ ਕਹਿ ਦਿਓ, ਝੰਡੀਆਂ ਝੁੰਡੀਆਂ ਤਿਆਰ ਰੱਖਿਓ, ਬੈਨਰ ਥੋੜ੍ਹਾ ਜਿਹਾ ਬਣਾ ਲਓ। ਉਹ ਚੰਡੀਗੜ੍ਹ ਨੂੰ ਤੁਰ ਪੈਂਦੇ ਆ, ਰਾਹ ਦੇ ਵਿੱਚੋਂ ਹੀ ਪਤਾ ਲੱਗਦਾ ਕਿ ਭਾਈ ਟਿਕਟ ਤਾਂ ਹਲਕੇ ਤੋਂ ਕਿਸੇ ਹੋਰ ਨੂੰ ਦੇ ਦਿੱਤੀ ਹੈ। ਲੋਕਾਂ ਦੇ ਭਾਅ ਦੇ ਉਹ ਇੱਕ ਪਾਰਟੀ ਦੀ ਟਿਕਟ ਲੈਣ ਗਏ ਹੋਆ, ਉਹ ਪ੍ਰਬੰਧ ਕਰ ਰਿਹਾ ਪਿੱਛੇ, ਉਹ ਚੰਡੀਗੜ੍ਹ ਪਹੁੰਚਦੇ ਦੂਜੀ ਪਾਰਟੀਆਂ ਨਾਲ ਸੰਪਰਕ ਕਰਦੇ, ਮੈਂ ਹੈਗਾ, ਫਿਰ ਮੇਰਾ ਇਰਾਦਾ ਵੀ ਤੁਹਾਡੇ ਨਾਲ ਪੁਰਾਣੇ ਸੰਬੰਧ, ਉਹ ਵੀ ਕਹਿੰਦੇ ਸਾਡੇ ਕੋਲ ਹਲਕਾ ਹੈਗਾ, ਤੁਹਾਡੇ ਕੋਲ ਤੁਸੀਂ ਹੈਗੇ ਹੋ ਬੰਦਾ, ਸਾਡੇ ਕੋਲ ਹਲਕਾ ਹੈਗਾ।
ਲੈ ਕੇ ਉਹ ਬੰਦਾ ਵਾਪਸ ਟਿਕਟ ਹੀ ਆਉਂਦਾ, ਪਰ ਪਾਰਟੀ ਹੋਰ ਹੁੰਦੀ। ਫਿਰ ਉਹਦੇ ਸਮਰਥਕ ਜਿਹੜੇ ਉਹ ਇੱਕ ਦੋ ਬੰਦੇ ਪਹਿਲਾਂ ਭੇਜ ਦਿਓ, ਯਾਰ ਬੈਨਰ ਥੱਲੇ ਕਰਾ ਦਿਓ, ਬਸ ਜਿੰਦਾਬਾਦ ਕਹਿਣਾ ਹੀ, ਤੇ ਇੱਕ ਚੰਗੀ ਤਰ੍ਹਾਂ ਨਵੀਂ ਪਾਰਟੀ ਦਾ ਨਾਂ ਚੇਤੇ ਕਰਾ ਦਿਓ। ਇਹ ਨੁਕਸਾਨ ਜਿਹੜਾ ਵੀ 80% ਵੱਜ ਜਾਂਦਾ, ਕਿਉਂਕਿ ਲੱਡੂ ਵੀ ਉਹ ਵਰਤ ਜਾਂਦੇ ਆ, ਢੋਲੀ ਵੀ ਉਸੇ ਨਾਲ ਸਰ ਜਾਂਦਾ, ਤੇਲ ਵੀ ਉਸੇ ਨਾਲ ਚੋ ਲੈਂਦੇ, ਭੰਗੜੇ ਵੀ ਉਸੇ 'ਚ ਪੈ ਜਾਂਦੇ, ਮਾੜੀ ਮੋੜ ਕੋ ਕੱਚ ਦੀ ਗਲਾਸੀ ਤੇ ਉਹ ਵੀ ਖੜਕ ਜਾਂਦੀ, ਬਸ ਬੈਨਰ ਵੀ ਸਰ ਜਾਂਦਾ ਜੀ। ਬਸ ਉਹਨੂੰ ਪ੍ਰਿੰਟਿੰਗ ਪ੍ਰੈਸ ਵਾਲੇ ਵੀਰ ਨੂੰ ਇਹੋ ਫੋਨ ਕਰ, ਉਹ ਯਾਰ ਬਸ ਉਹ ਜਿਹੜਾ ਚੋਣ ਨਿਸ਼ਾਨ ਜਿਹਾ ਤੇ ਪਾਰਟੀ ਦਾ ਨਾਮ ਬਦਲਣਾ, ਬਾਕੀ ਠੀਕ ਆ, ਬਾਕੀ ਮੇਰੀ ਫੋਟੋ ਉਹ ਵਰਤ ਲਓ, ਹਲਕਿਆਂ ਵਾਲਿਆਂ ਦਾ ਸਾਰਿਆਂ ਦਾ ਕਰਦੇ ਤੁਸੀਂ ਧੰਨਵਾਦ, ਕੋਈ ਫਰਕ ਨਹੀਂ ਪੈਂਦਾ। ਇੱਥੇ ਨਾ ਇੱਕ ਹੋਰ ਜਿਹੜੀ ਗੱਲ ਜਿਹਦੇ ਵਿੱਚ ਆਮ ਆਦਮੀ ਪਾਰਟੀ ਬਾਅਦ ਚ ਤੁਰੀ ਸੀ ਤੇ ਪਹਿਲਾਂ ਮੁੱਕ ਗਿਆ ਕੰਮ। ਅਕਾਲੀ ਦਲ ਨੇ ਕੈਂਡੀਡੇਟ ਪਹਿਲਾਂ ਅਨਾਉਂਸ ਕਰਨੇ ਸ਼ੁਰੂ ਕੀਤੇ ਸੀ, ਅਜੇ ਵੀ ਇੱਕ ਦੋ ਰਹਿੰਦੇ ਆ। ਆਮ ਆਦਮੀ ਪਾਰਟੀ ਨੇ ਉਹਨਾਂ ਤੋਂ ਬਾਅਦ ਚ ਸ਼ੁਰੂ ਕੀਤੇ ਸੀ, ਪਰ ਹੁਣ 117 ਦੇ 117 ਉਮੀਦਵਾਰ ਮੁਕੰਮਲ ਕਰ ਦਿੱਤੇ। 4 ਨਾਂ ਰਹਿੰਦੇ ਸੀ ਧੂਰੀ ਤੋਂ ਬਾਅਦ, ਉਹਨਾਂ 4 ਦੀ ਲਿਸਟ ਆ ਗਈ। ਸੋ ਆਮ ਆਦਮੀ ਪਾਰਟੀ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਪਹਿਲੀ ਸਿਆਸੀ ਧਿਰ ਬਣ ਗਈ ਹੈ ਜਿਨ੍ਹਾਂ ਦੇ ਕੋਲ ਇਸ ਵੇਲੇ ਸਾਰੇ ਵਿਧਾਨ ਸਭਾ ਹਲਕਿਆਂ ਦੇ ਕੈਂਡੀਡੇਟ ਆ। ਕਲੀਅਰ ਲਿਸਟ ਹੈ। ਜਿਹੜੇ ਨਵੇਂ 3-4 ਨਾਮ ਨੇ ਉਹਨਾਂ ਦੇ ਵਿੱਚੋਂ ਇੱਕ ਨਾਂ ਹੋਰ ਚਰਚਾ ਦੇ ਵਿੱਚ ਹੈ, ਲਹਿਰਾ ਗਾਗਾ ਵਿਧਾਨ ਸਭਾ ਹਲਕਾ, ਜਿੱਥੋਂ 10 ਸਾਲ ਪਹਿਲਾਂ ਭਗਵੰਤ ਮਾਨ ਸਾਹਿਬ ਨੇ ਚੋਣ ਲੜੀ ਬੀਬੀ ਭੱਠਲ ਦੇ ਖਿਲਾਫ ਤੇ ਤੀਸਰੇ ਨੰਬਰ ਤੇ ਆਏ ਸੀ ਵੋਟਾਂ ਚੋਖੀਆਂ। ਉਹ ਲਹਿਰਾ ਗਾਗਾ ਵਿਧਾਨ ਸਭਾ ਹਲਕਾ ਫਿਰ ਚਰਚਾ ਦੇ ਵਿੱਚ ਹੈ, ਕਿਉਂਕਿ 2 ਦਿਨ ਪਹਿਲਾਂ ਵਕੀਲ ਸਾਹਿਬ ਜਿਹੜੇ ਨੇ ਲਹਿਰਾ ਗਾਗਾ ਦੇ ਚਰਚਿਤ ਸ਼ਖਸੀਅਤ ਨੇ, ਉਹ ਆਮ ਆਦਮੀ ਪਾਰਟੀ 'ਚ ਆਏ ਸੀ ਤੇ 48 ਘੰਟਿਆਂ ਦੇ ਵਿੱਚ ਟਿਕਟ ਉਹਨਾਂ ਦੀ ਪੱਕੀ ਹੋਈ ਹੈ। ਯਾਰ ਫਿਰ ਉਹ ਗੱਲਾਂ, ਇਹ ਨਾ ਸਟੇਟਮੈਂਟ ਤੁਸੀਂ ਵਾਰ-ਵਾਰ ਦੇ ਕੇ, ਇਹ ਸਾਡੀ ਜਿਹੜੀ ਲੀਡਰ ਕਮਿਊਨਿਟੀ ਹੈ, ਹਾਂਜੀ ਲੀਡਰ ਕਮਿਊਨਿਟੀ ਮੈਂ ਤਾਂ ਕਹਿੰਦਾ, ਮੈਂ ਸਾਰੀਆਂ ਪਾਰਟੀਆਂ ਨੂੰ ਮੈਂ ਬਿਲੋਂਗ ਕਰਦਾ, ਉਹਨਾਂ ਨੂੰ ਬਦਨਾਮ ਕਰਦੇ ਆ। ਦੇਖੋ ਅਗਲਾ ਬੰਦਾ ਪਹਿਲਾਂ ਕਹਿੰਦਾ ਵੀ ਟਿਕਟ ਅਨਾਉਂਸ ਕਰੋਗੇ, ਕਿਤੇ ਕਰੋ, ਲਿਖੋ, ਪਹਿਲਾਂ ਕਿਤੇ ਲਿਖ ਲਈਏ, ਸਾਰਾ ਕੁਝ ਹੋ ਗਿਆ, ਓਕੇ, ਇਹਦੀ ਤਰੀਕ ਬਾਅਦ ਚ ਪਾਉਣੀ, ਪਹਿਲਾਂ ਮੈਂ ਸ਼ਾਮਲ ਹੋਊਂਗਾ, ਫਿਰ ਤੁਸੀਂ ਤਰੀਕ ਪਾ ਕੇ ਕਾਗਜ਼ ਅਨਾਉਂਸ ਕਰ ਦਿਓ। ਗੱਲ ਤੇ ਆ ਹੋਈ, ਹੋਰ ਅਗਲੇ ਨੂੰ ਕਿਤੇ ਗੁੜ ਥੋੜਾ ਮਿਲਿਆ ਵੀ ਅਗਲਾ ਪਹਿਲਾਂ ਜਾਊਗਾ ਜੀ, ਬਹੁਤ ਚੰਗੀ ਲੱਗੀ ਪਾਰਟੀ, ਅਗਲਾ ਖੁਸ਼ ਹੋ ਕੇ ਆਖੇ ਵੀ ਚੱਲ ਜਾਣ ਲੱਗਾ ਪੁੱਤ ਨੂੰ, ਜਿਹਦਾ ਭੂਆ 100 ਰੁਪਇਆ ਦਿੰਦੀ ਹੈ ਉੱਦਾਂ ਦਿੱਤਾ ਟਿਕਟ ਦੇ ਨਾਂ ਤੇ। ਇਹ ਨਹੀਂ ਹੁੰਦਾ, ਪਹਿਲਾਂ ਗੱਲ ਅਗਲਾ ਕਰਕੇ ਜਾਂਦਾ, ਫਿਰ ਜਾਣ ਦਾ ਫਾਇਦਾ। ਜੇ ਤੁਸੀਂ ਟਿਕਟ ਨਹੀਂ ਦੇਣੀ ਤੇ ਉਹਨੇ ਉੱਥੇ ਹੀ ਕਰ ਜਾਣਾ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ, ਬਲਵਿੰਦਰ ਸਿੰਘ ਲਾਡੀ ਹੋਰਾਂ ਨੂੰ ਜਾਣਦੇ ਹੋਣੇ ਆ। ਮੈਂ ਚਲੋ ਆਪਾਂ ਨਹੀਂ ਗੱਲ ਕਰਦੇ ਕਿਉਂਕਿ ਯਾਰ ਫਿਰ ਉਹ ਗੱਲਾਂ ਕਰਦਾ ਬੰਦਾ ਯਾਰ। ਨਹੀਂ, ਮੈਂ ਹੀ ਨਹੀਂ ਕਰਦਾ, ਮੈਂ ਤਾਂ ਕਹਿੰਦਾ ਕਿ ਹਰ ਇੱਕ ਬੰਦਾ ਇੱਧਰਲੇ ਪਾਸੇ, ਜੇ ਭਾਜਪਾ ਦੇ ਵਿੱਚ ਬੀਬੀ ਨਿਮਿਸ਼ਾ ਮਹਿਤਾ ਆਏ ਸੀ ਤਾਂ 48 ਘੰਟਿਆਂ 'ਚ ਟਿਕਟ, ਉਧਰ ਫਲੋਰ ਸਾਹਿਬ ਆਏ ਸੀ 48 ਘੰਟਿਆਂ 'ਚ ਟਿਕਟ, ਜਿਹੜੇ ਸੰਯੁਕਤ ਅਕਾਲੀ ਦਲ ਸੰਯੁਕਤ ਦੇ ਵਿੱਚ। ਇੱਧਰਲੇ ਪਾਸੇ ਕੈਪਟਨ ਹਰਮਿੰਦਰ ਸਿੰਘ ਅਕਾਲੀ ਦਲ 'ਚ ਆਏ ਸੀ ਸੁਲਤਾਨਪੁਰ ਲੋਧੀ ਤੋਂ ਟਿਕਟ। ਉਧਰ ਆਮ ਆਦਮੀ ਪਾਰਟੀ 'ਚ ਕਿੰਨੇ ਬੰਦੇ ਆਏ ਸੀ, ਜੋਗਿੰਦਰ ਸਿੰਘ ਮਾਨ ਹੋਰੀ, ਅਜੀਤਪਾਲ ਸਿੰਘ ਕੋਹਲੀ, ਉਹਨਾਂ ਨੂੰ ਟਿਕਟ, ਜਾਣੀ ਸਾਰੀਆਂ ਧਿਰਾਂ ਨੇ ਟਿਕਟਾਂ ਇਸ ਤਰੀਕੇ ਵੰਡੀਆਂ। ਭਾਜਪਾ ਦਾ ਜ਼ਿਕਰ ਮੈਂ ਕਰਤਾ, ਜੇ ਕੋਈ ਰਹਿ ਗਿਆ ਹੋਇਆ ਦੱਸ ਦਿਓ, ਆਪਾਂ ਲੱਭ ਕੇ ਦੱਸ ਦਾਂਗੇ। ਨਹੀਂ, ਮੇਰੇ ਇੱਕ ਜ਼ਿਕਰ ਚੱਲਦਾ ਹੈ ਪੰਜਾਬੋਂ ਬਾਹਰਲਾ, ਉਹ ਕਹਿੰਦੇ ਵੀ ਸ਼ਾਇਦ ਯੂਪੀ ਦੇ ਵਿੱਚ ਪ੍ਰਿਯੰਕਾ ਗਾਂਧੀ ਹੋਰਾਂ ਨੂੰ ਸੀਐਮ ਫੇਸ ਬਣਾਉਣ ਬਾਰੇ ਸੋਚਦੀ ਹੈ ਕਾਂਗਰਸ, ਪਰ ਮੈਂ ਕੁਦਰਤੀ ਸੋਚਦਾ ਵੀ ਇਹ ਨਾ ਹੋਵੇ ਇਕੱਲਾ ਸੀਐਮ ਫੇਸ ਹੀ ਰਹਿ ਜਾਵੇ, ਥੱਲੇ ਬੰਦੇ ਹੈਗੇ ਕਿ ਨਹੀਂ, ਥੱਲੇ ਹੈਗੇ ਆ। ਉਹਨਾਂ ਨੇ 20 ਲੱਖ ਰੁਜ਼ਗਾਰ ਦੇਣਾ ਹੈ ਜਿੱਦਾਂ ਪੰਜਾਬ 'ਚ ਦਿੱਤਾ। ਨਹੀਂ, ਉਹ ਤਾਂ ਰੁਜ਼ਗਾਰ ਦੇਣਾ ਆ, ਪਹਿਲਾਂ ਵੋਟਾਂ ਵਾਲੇ ਬੰਦੇ ਚਾਹੀਦੇ ਆ। ਉੱਥੇ ਵੀ ਕਰ ਗੱਲ ਚੱਲੇਗੀ। ਅੱਛਾ, ਹਾਂਜੀ, ਚਲੋ ਫਿਰ ਚਲੀਏ। ਬਹੁਤ ਸ਼ੁਕਰੀਆ, ਮਿਹਰਬਾਨੀ। ਲਓ ਜੀ, ਮੇਰੇ ਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਫੀਡਬੈਕ ਆਪਣੀ ਤੁਸੀਂ ਭੇਜਦੇ ਰਿਹਾ ਕਰੋ, ਲਾਈਕ ਵਾਲਾ ਬਟਨ ਦੱਬ ਦਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।